ਔਰ ਪਹਿਲਾ ਲੀਡਰ ਹਾਂ ਜਿਹਨੇ ਪਾਰਲੀਮੈਂਟ ਦੇ ਅੰਦਰ ਉਹ ਵਾਅਦੇ ਪੁੱਟ ਕੀਤੇ ਨੇ। ਇਸ ਤੋਂ ਪਹਿਲਾਂ ਨਹੀਂ ਕਿਸੇ ਨੇ ਇਸ ਤੋਂ ਪਹਿਲਾਂ ਨਹੀਂ ਕੀਤੇ। ਪਾਰਲੀਮੈਂਟ ਦਾ ਰਿਕਾਰਡ ਬੋਲਦਾ। ਤੇ ਹੁਣ ਦੇ ਅੱਜ ਦੀ ਨੇਸ਼ਨ ਨੂੰ ਇਹ ਪਤਾ ਨਹੀਂ। ਉਹ ਕਹਿੰਦੀ ਜੀ ਉਸ ਵੇਲੇ ਦੀ ਕੋਈ ਵੀਡੀਓ ਦਿਖਾਓ, ਉਦੋਂ ਇਹ ਬਣਦੀਆਂ ਹੀ ਨਹੀਂ ਸੀ। ਓਕੇ। ਤੇ ਇਸ ਕਰਕੇ ਮੈਂ ਉਹ ਨਹੀਂ ਪੜ੍ਹਨਾ ਪੈਣਾ ਲੋਕਾਂ ਨੂੰ ਜੀ। ਪੜ੍ਹਨ ਵਾਸਤੇ ਗਜਟ ਮੰਗਣਾ ਪੈਣਾ। ਗਜਟ ਉੱਥੋਂ ਤੁਹਾਨੂੰ ਬਾਈ ਪੋਸਟ ਵੀ ਆ ਜਾਂਦਾ। ਮਾਨ ਦੀਆਂ ਕੁਝ ਐਸੀਆਂ ਵੀਡੀਓ ਨੇ ਜਿਹੜੇ ਪਾਰਲੀਮੈਂਟ ਵਿੱਚ ਬੋਲੇ ਨੇ, ਉਹ 9th ਲੋਕ ਸਭਾ ਤੋਂ ਬਾਅਦ ਦੀਆਂ ਨੇ ਜੀ। ਅੱਛਾ, 9th ਲੋਕ ਸਭਾ ਇਸ ਤੋਂ ਗਿਆ ਹੀ ਨਹੀਂ। ਅੱਛਾ, ਉੱਥੇ ਕਿਰਪਾਨ ਬਾਹਰ ਢਾ ਕੇ ਬਹਿ ਗਿਆ। ਅੱਛਾ, 9th ਲੋਕ ਸਭਾ ਵਿੱਚ ਤੁਸੀਂ ਸੀ? ਮੈਂ ਸੀ। ਤੇ ਮਾਨ ਸਾਹਿਬ ਨਹੀਂ ਗਏ? ਨਹੀਂ ਗਏ। ਉਸ ਤੋਂ ਗਾਂ ਜਦੋਂ ਉਹ ਗਏ ਆ ਉਦੋਂ ਵੀਡੀਓਗ੍ਰਾਫੀ ਹੋਈ? ਉਦੋਂ ਵੀਡੀਓਗ੍ਰਾਫੀ ਹੋਈ। ਇਹਨਾਂ ਸਾਰਿਆਂ ਨੂੰ ਪੀੜ ਪੈ ਗਈ ਹੈ। ਇੰਜ ਤਾਂ ਅਸੀਂ ਮਨਫੀ ਹੋ ਜਾਾਂਗੇ। ਇਹਨਾਂ ਨੇ ਮੇਰੇ ਖਿਲਾਫ ਬੋਲਣਾ ਲੋਕਾਂ ਹੀ ਸ਼ੁਰੂ ਕਰਤਾ, ਕਿਉਂਕਿ ਮੈਨੂੰ ਲੋਕਾਂ 'ਚ ਬੋਲਣ ਨਹੀਂ ਸੀ ਦਿੰਦੇ। ਮੇਰੇ ਮੀਡੀਆ 'ਚ ਬਿਆਨ ਰੋਕੇ ਹੋਏ ਸੀ, ਮੇਰੀਆਂ ਸਪੀਚਾਂ ਵੀ ਰੋਕੀਆਂ ਹੋਈਆਂ ਸੀ ਸਰਕਾਰ ਨੇ। ਇਹਨਾਂ ਨੇ ਕਹਿਣਾ ਸ਼ੁਰੂ ਕਰਤਾ ਬਈ ਅਤਿੰਦਰਪਾਲ ਸਿੰਘ ਤਾਂ ਇੰਜ ਕਰ ਰਿਹਾ ਜੀ, ਇੰਜ ਕਰ ਰਿਹਾ ਜੀ। ਖਾੜਕੋ ਤੁਹਾਡੇ ਖਿਲਾਫ ਭਾਰਤ ਸਰਕਾਰ ਨੂੰ ਉਕਸਾ ਰਿਹਾ। ਅਤਿੰਦਰਪਾਲ ਸਿੰਘ ਨੇ ਹਮੇਸ਼ਾ ਸਮੇਂ ਸਿਰ ਆਪਣੀ ਠੋਕ ਕੇ ਆਪਣਾ ਵਿਜ਼ਨ ਤੇ ਆਪਣੀ ਗੱਲ ਕਹੀ ਹੈ ਕਿ ਭਾਈ ਜੇ ਇਹ ਸੰਘਰਸ਼ ਸ਼ੁਰੂ ਕਰ ਰਹੇ ਹੋ ਤੇ ਤੁਹਾਨੂੰ ਇਹ ਸੰਘਰਸ਼ ਤੋਂ ਇਹ ਨਤੀਜਾ ਮਿਲੇਗਾ, ਇਹਨੂੰ ਅੱਜ ਸੁਧਾਰ ਲਓ ਜੀ। ਮੇਰਾ ਵਿਰੋਧ ਇਸ ਕਰਕੇ ਵੀ ਜ਼ਿਆਦਾ ਜੇ ਨਹੀਂ। ਤੁਸੀਂ ਅੰਦਰ ਗਏ, ਤੁਹਾਡਾ ਵਿਰੋਧ ਹੋਇਆ ਤੇ ਮੈਂ ਐਸੇ ਗੱਲਾਂ ਕਰਕੇ ਗਈਆਂ ਹੈ ਨਾ। ਹਾਂਜੀ। ਪਰ ਫਿਰ ਵੀ ਤੁਸੀਂ ਜਿਹੜੇ ਕੰਮ ਕਰਵਾ ਪਾਏ ਹੋ, ਕਿਉਂਕਿ ਸਾਨੂੰ ਇੱਥੋਂ ਤੱਕ ਵੀ ਪਤਾ ਲੱਗਿਆ ਮੇਰੇ ਖਿਆਲ ਤੁਸੀਂ ਰਿਕਸ਼ਾ ਤੇ ਜਾਂਦੇ ਹੁੰਦੇ ਸੀ। ਮੈਂ ਕਈ ਵਾਰੀ ਰਿਕਸ਼ਾ ਤੇ ਗਿਆ ਜੀ, ਕਈ ਵਾਰੀ ਮੈਂ ਪੈਦਲ ਵੀ ਗਿਆ ਬਤੌਰ ਮੈਂਬਰ ਪਾਰਲੀਮੈਂਟ। ਤੇ ਜਿਹੜੇ ਬਾਕੀ ਮੈਂਬਰ ਆਫ ਪਾਰਲੀਮੈਂਟ ਗੱਡੀਆਂ ਤੇ ਲੰਘਦੇ ਸੀ, ਉਹ ਫਿਰ ਕਿਵੇਂ ਤੁਹਾਨੂੰ? ਨਹੀਂ, ਮੈਨੂੰ ਅੱਛਾ ਲੱਗਦਾ ਸੀ ਤੇ ਸਤਿਗੁਰੂ ਨੇ ਉਹਨਾਂ ਨੂੰ ਗੱਡੀਆਂ ਬਖਸ਼ਿਸ਼ ਕੀਤੀਆਂ ਹੋਈਆਂ ਨੇ। ਬੜੀ ਅੱਛੀ ਗੱਲ ਆ। ਮੈਂ ਸਬਰ ਵਿੱਚ ਰਹਿਣ ਵਾਲਾ, ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿਣ ਵਾਲਾ ਬੰਦਾ। ਅਕਾਲ ਪੁਰਖ ਨੇ ਮੈਨੂੰ ਜਿੱਥੇ ਰੱਖਣਾ ਮੈਂ ਉੱਥੇ ਰਹਿ ਕੇ ਖੁਸ਼ ਹਾਂ ਤੇ ਮੈਨੂੰ ਕਦੇ ਇੰਝ ਅਹਿਸਾਸ ਨਹੀਂ ਹੋਇਆ। ਮੈਂ ਕਮਤਰੀ ਦਾ ਅੱਜ ਤੱਕ ਜ਼ਿੰਦਗੀ, ਜਿਹੜਾ ਬੰਦਾ ਕਮਤਰੀ ਦਾ ਸ਼ਿਕਾਰ ਹੋ ਗਿਆ ਉਹ ਕੌਮ ਦੀ ਅਣਖ ਵਾਸਤੇ ਕੀ ਸੰਘਰਸ਼ ਲੜੇਗਾ ਜੇ ਆਪਣੀ ਅਣਖ ਨਾ ਮੈਂ ਬਚਾ ਸਕਿਆ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਤਹਿ ਦਿਲ ਤੋਂ ਸਵਾਗਤ ਕੀਤਾ ਜਾਂਦਾ। ਦਰਸ਼ਕੋ, ਤੁਹਾਡੇ ਪਸੰਦੀਦਾ ਪ੍ਰੋਗਰਾਮ ਵਿੱਚ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿਆਂ। ਮੈਂ ਪਟਿਆਲਾ ਦੀ ਧਰਤੀ ਤੇ ਆਇਆ ਹਾਂ। ਅਤਿੰਦਰਪਾਲ ਸਿੰਘ ਖਾਲਿਸਤਾਨੀ ਐਕਸ MP ਦੇ ਘਰ ਵਿਖੇ ਹਾਂ ਤੇ ਕੁਝ ਵੀਰਾਂ ਵੱਲੋਂ ਬਾਰ-ਬਾਰ ਕੁਝ ਮੈਸੇਜ ਆ ਰਹੇ ਸਨ ਕਿ ਇਹਨਾਂ ਨੂੰ ਇਹ ਪੁੱਛਿਆ ਜਾਵੇ ਕਿ ਮੈਂਬਰ ਆਫ ਪਾਰਲੀਮੈਂਟ ਦੇ ਦੌਰਾਨ ਇਹਨਾਂ ਨੇ ਕਿਹੜੇ ਐਸੇ ਕੰਮ ਹੈ ਜੋ ਸਮਾਜ, ਕੌਮ ਜਾਂ ਦੇਸ਼ ਹਿੱਤ ਵਾਸਤੇ ਕੀਤੇ ਨੇ। ਕਿਰਪਾ ਕਰਕੇ ਉਹਨਾਂ ਦੀ ਗਿਣਤੀ ਕਰਵਾਈ ਜਾਵੇ ਤੇ ਸਾਨੂੰ ਵੀ ਪਤਾ ਲੱਗੇ ਕਿ ਇਹ ਮੈਂਬਰ ਆਫ ਪਾਰਲੀਮੈਂਟ ਕੁਝ ਇਹਨਾਂ ਨੇ ਕੀਤਾ ਜਾਂ ਸਿਰਫ ਆਪਣੀ ਜ਼ਿੰਦਗੀ ਦੀ ਇੱਕ ਪੈਨਸ਼ਨ ਲਵਾਈ ਗਈ। ਹੁਣ ਕਈਆਂ ਦੇ ਮਨ ਦੇ ਵਿੱਚ ਖਿਆਲ ਆਵੇਗਾ ਇਹਦੇ ਕੀ ਅਰਥ ਨੇ। ਜਦੋਂ ਵੀ ਦਰਸ਼ਕੋ ਕੋਈ ਮੈਂਬਰ ਆਫ ਪਾਰਲੀਮੈਂਟ ਬਣਦਾ ਹੈ ਤੇ ਉਸ ਤੋਂ ਬਾਅਦ ਉਹਦਾ ਭਾਵੇਂ ਪੀਰੀਅਡ ਖਤਮ ਵੀ ਹੋ ਜਾਂਦਾ ਹੈ, ਲੰਮਾ ਸਮਾਂ ਤੱਕ ਉਹਨਾਂ ਨੂੰ ਬਤੌਰ ਪੈਨਸ਼ਨ ਦਿੱਤੀ ਜਾਂਦੀ ਹੈ, ਸ਼ਾਇਦ ਡੈਥ ਪੀਰੀਅਡ ਤੱਕ। ਤੇ ਕਈਆਂ ਲੋਕਾਂ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਸ਼ਾਇਦ ਆਪਣੀ ਲੰਬੀ ਪੈਨਸ਼ਨ ਵਾਸਤੇ ਇਹਨਾਂ ਨੇ ਕੰਮ ਕੀਤਾ ਹੋਵੇ, ਸਮਾਜ ਹਿੱਤ ਵਾਸਤੇ ਕੁਛ ਨਹੀਂ। ਤੇ ਅੱਜ ਮੈਂ ਇਹਨਾਂ ਦੇ ਘਰ ਵਿਖਿਆ, ਜ਼ਰੂਰ ਇਹਨਾਂ ਨੂੰ ਪੁੱਛਾਂਗਾ ਕਿ ਮੈਂਬਰ ਆਫ ਪਾਰਲੀਮੈਂਟ ਦੇ ਦੌਰਾਨ ਇਹਨਾਂ ਨੇ ਕਿਹੜੇ ਐਸੇ ਕੰਮ ਨੇ ਜਿਹੜੇ ਕੀਤੇ ਨੇ, ਘੱਟੋ ਘੱਟ ਸਾਡੇ ਦਰਸ਼ਕਾਂ ਦੇ ਰੂਬਰੂ ਕੀਤੇ ਜਾਣ। ਪਰ ਸਭ ਤੋਂ ਪਹਿਲਾਂ ਆਪਣੇ ਇਸ ਪ੍ਰੋਗਰਾਮ ਵਿੱਚ ਇਹਨਾਂ ਦਾ ਸਵਾਗਤ ਕੀਤਾ ਜਾਂਦਾ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੀ ਪਿਛਲੀ ਇੰਟਰਵਿਊ ਕਾਫੀ ਦੇਖੀ ਗਈ, ਜਿਹਦੇ ਵਿੱਚ ਕੁਝ ਲੋਕਾਂ ਦਾ ਸਵਾਲ ਸੀ ਕਿ ਧੰਨਵਾਦ ਕਰਨ ਦੇ ਲਈ ਨਹੀਂ ਆਏ ਤੇ ਤੁਸੀਂ ਇਹਦੇ ਵਿੱਚ ਖੁਲਾਸਾ ਕੀਤਾ ਵੀ ਧੰਨਵਾਦ ਮੈਂ ਕੀ ਕਰਦਾ, ਮੈਂ ਤਾਂ ਛੁੱਟਿਆ ਹੀ ਨਹੀਂ ਤੇ ਜੇ ਛੁੱਟਿਆ ਤੇ ਮੇਰੇ ਤੇ ਪਾਬੰਦੀਆਂ ਲੱਗੀਆਂ, ਬਕਾਇਦਾ ਤੁਸੀਂ ਸਾਰਾ ਹਵਾਲਾ ਦੇ ਦਿੱਤਾ। ਪਰ ਜਦੋਂ ਤੁਸੀਂ ਪਾਰਲੀਮੈਂਟ ਦੇ ਵਿੱਚ ਗਏ ਜੀ ਤੇ ਉੱਥੇ ਜਾ ਕੇ ਕੋਈ ਕੌਮੀ ਮਾਮਲੇ ਰੱਖੇ ਹੋਣਗੇ, ਕਿਹੜੇ ਮੁੱਦੇ ਚੁੱਕੇ ਨੇ? ਕਿਉਂਕਿ ਕੁਝ ਲੋਕਾਂ ਵੱਲੋਂ ਇਹ ਆਖਿਆ ਗਿਆ ਵੀ ਇਹ ਪਾਰਲੀਮੈਂਟ ਵਿੱਚ ਕੁਝ ਲੋਕ ਚਲੇ ਜਾਂਦੇ ਨੇ, ਸੌਂ ਕੇ ਆ ਜਾਂਦੇ ਨੇ। ਤੁਸੀਂ ਉੱਥੇ ਕਿਹੜੇ ਐਸੇ ਕੰਮ ਕੀਤੇ ਜਿਹੜੇ ਅੱਜ ਦਰਸ਼ਕਾਂ ਨੂੰ ਦੱਸੇ ਜਾ ਸਕਣ? ਬਹੁਤ ਅੱਛਾ ਤੁਹਾਡੇ ਦਰਸ਼ਕਾਂ ਨੇ ਸਵਾਲ ਚੁੱਕਿਆ ਜੀ। ਤੇ ਇਹੋ ਜਿਹੇ ਸਵਾਲ ਐਕਚੁਅਲ ਸਾਰੇ ਹੀ ਜ਼ਿੰਮੇਵਾਰ ਲੀਡਰਾਂ ਤੇ ਹੋਣੇ ਚਾਹੀਦੇ ਨੇ, ਸਿਰਫ MLA ਔਰ MP ਤੇ ਹੀ ਨਹੀਂ। ਜਿਹੜੇ ਵੀ ਕੌਮ ਦੀ ਬਾਗਡੋਰ ਸੰਭਾਲਦੇ ਨੇ, ਚਾਹੇ ਉਹ ਲੋਕਲ ਲੀਡਰ ਹੋਣ, ਚਾਹੇ ਉਹ ਜ਼ਿਲ੍ਹੇ ਦਾ ਆਗੂ ਹੋਏ ਤੇ ਚਾਹੇ ਉਹ ਪ੍ਰਦੇਸ਼ ਦਾ ਆਗੂ ਹੋਏ ਜੀ। ਕਿਉਂਕਿ ਆਗੂ ਬਣਦਾ ਹੀ ਇਸੇ ਲਈ ਹੈ ਕਿ ਉਹ ਕੌਮ ਲਈ, ਸਮਾਜ ਲਈ, ਆਪਣੇ ਲੋਕਾਂ ਲਈ ਕੁਝ ਕਰੇ। ਤੇ ਮੈਂ ਇਹ ਸਵਾਲ ਵਾਸਤੇ ਮੈਂ ਪੂਰੀ ਤਰ੍ਹਾਂ ਆਪਣੇ ਹਲਕੇ ਦੇ ਤੇ ਪੰਜਾਬ ਦੇ ਲੋਕਾਂ ਦੇ ਤੇ ਘੱਟੋ ਘੱਟ ਸਮੁੱਚੀ ਸਿੱਖ ਕੌਮ ਦੇ ਨਾਲ ਉਸ ਸੰਘਰਸ਼ ਨੂੰ ਜਵਾਬ ਦੇ ਹਾਂ ਜੀ, ਜਿਹੜਾ ਸੰਘਰਸ਼ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ, ਭਾਈ ਅਮਰੀਕ ਸਿੰਘ ਤੇ ਬੀਬੀ ਉਪਕਾਰ ਕੌਰ ਨਾਲ ਅਸੀਂ ਸਾਂਝੇ ਤੌਰ ਤੇ ਲੜਿਆ ਜੀ। ਵੀਰ ਜੀ, ਸਭ ਤੋਂ ਪਹਿਲੀ ਚੀਜ਼ ਹੈ, ਮੈਂ ਪਿਛਲੇ ਐਪੀਸੋਡ ਵਿੱਚ ਤੁਹਾਨੂੰ ਦੱਸਿਆ ਕਿ ਮੇਰੀ 17 ਜੁਲਾਈ 1990 ਨੂੰ ਰਿਹਾਈ ਹੋਈ
ਮੈਂ ਉਸ ਦਰਮਿਆਨ ਹੀ ਸਾਰਾ ਜੇਲ੍ਹ ਵਿੱਚ ਹੀ ਸੀ। ਮੈਨੂੰ ਓਥ ਵੀ ਲੈਣ, ਆਪਣੀ ਮੈਂਬਰਸ਼ਿਪ ਬਚਾਉਣ ਵਾਸਤੇ ਮੈਨੂੰ ਸੁਪਰੀਮ ਕੋਰਟ ਤੱਕ ਸੰਘਰਸ਼ ਲੜਨਾ ਪਿਆ ਤਾਂ ਮੇਰੀ ਪਾਰਲੀਮੈਂਟ ਦੀ ਮੈਂਬਰਸ਼ਿਪ ਬਚੀ। ਜਿਹੜਾ ਮੇਰੀ ਰਿਹਾਈ ਤੋਂ ਬਾਅਦ 1 ਸਤੰਬਰ 1990 ਤੋਂ ਪਾਰਲੀਮੈਂਟ ਦਾ ਪਹਿਲਾ ਸੈਸ਼ਨ ਸ਼ੁਰੂ ਹੋਇਆ, ਕਿਉਂਕਿ ਸੈਸ਼ਨ ਵਨਡੇ ਹੁੰਦੇ ਨੇ ਜੀ, ਹਾਂ, ਰੋਜ਼ ਪਾਰਲੀਮੈਂਟ ਨਹੀਂ ਚੱਲਦੀ। ਠੀਕ ਹੈ ਜੀ। ਜਿਹੜਾ 1 ਸਤੰਬਰ 1990 ਤੋਂ ਸੈਸ਼ਨ ਆਰੰਭ ਹੋਇਆ, ਉਹ ਸੈਸ਼ਨ ਲਗਾਤਾਰ ਮੇਰਾ ਖਿਆਲ ਪੂਰੇ ਤਰ੍ਹਾਂ ਹੁਣ ਮੈਨੂੰ ਯਾਦ ਨਹੀਂ ਕਿ ਮਹੀਨਾ ਕੁ ਚੱਲਿਆ ਜੀ ਉਹ ਸੈਸ਼ਨ। ਮੈਂ ਲਗਾਤਾਰ ਮਹੀਨੇ ਜਿੰਨੀਆਂ ਸੀਟਿੰਗ ਹੋਈਆਂ ਨੇ, ਪ੍ਰਤੀ ਦਿਨ ਬਤੌਰ ਮੈਂਬਰ ਪਾਰਲੀਮੈਂਟ ਲੋਕ ਸਭਾ ਦੇ ਅੰਦਰ ਕੁਛ ਨਾ ਕੁਛ ਇਸ਼ੂ ਚੁੱਕਿਆ। ਓਕੇ, ਐਸਾ ਬਹੁਤ ਘੱਟ ਮੈਂਬਰ ਨੇ ਜਿਹੜੇ ਪ੍ਰਤੀ ਦਿਨ ਕੋਈ ਨਾ ਕੋਈ ਇਸ਼ੂ ਚੁੱਕਣ, ਕਿਉਂਕਿ ਇਸ਼ੂ ਹੁੰਦੇ ਹੀ ਨਹੀਂ ਮੈਂਬਰਾਂ ਕੋਲ ਚੁੱਕਣ ਜੋਗੇ। ਓਕੇ, ਠੀਕ ਹੈ ਜੀ। ਦੂਸਰੀ ਗੱਲ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਮੇਰੇ ਮੈਂਬਰਸ਼ਿਪ ਬਣਨ ਤੋਂ ਪਹਿਲਾਂ ਪਾਰਲੀਮੈਂਟ ਨੂੰ ਤੇ ਭਾਰਤ ਸਰਕਾਰ ਨੂੰ ਜਿਹੜੀਆਂ ਸੂਚਨਾਵਾਂ ਖੁਫੀਆ ਏਜੰਸੀਆਂ ਨੇ, ਸਿੱਖ ਆਗੂਆਂ ਨੇ ਤੇ ਚੁਣੇ ਹੋਏ ਮੈਂਬਰ ਪਾਰਲੀਮੈਂਟ ਪੰਜਾਬ ਤੋਂ ਨੇ, ਜਿਹੜੀਆਂ ਸੂਚਨਾਵਾਂ ਭਾਰਤ ਸਰਕਾਰ ਨੂੰ ਦਿੱਤੀਆਂ ਸੀ, ਉਹ ਬੜੀਆਂ ਭਿਅੰਕਰ ਸੀ। ਪਹਿਲੀ ਸੂਚਨਾ ਇਹ ਸੀ ਕਿ ਬਈ ਇਹ 100% ਖਾਲਿਸਤਾਨੀ ਖਾੜਕੂ ਹੈ, ਇਹ ਹਿਊਮਨ ਬੰਬ ਬਣ ਕੇ ਵੀ ਪਾਰਲੀਮੈਂਟ ਦੇ ਅੰਦਰ ਆ ਸਕਦਾ। ਇਹ ਪਹਿਲੀ ਸੂਚਨਾ ਸੀ ਜਿਹੜੀ ਸਭ ਤੋਂ ਇਹਨਾਂ ਨੈਗੇਟਿਵ ਪ੍ਰਚਾਰ ਮੇਰੇ ਬਾਰੇ ਵਿੱਚ ਕੀਤਾ ਗਿਆ। ਦੂਸਰੀ ਸੂਚਨਾ ਸੀ ਕਿ ਇਹ ਕਦੇ ਵੀ ਅਸਲਾ ਲੈ ਕੇ ਆ ਸਕਦਾ ਤੇ ਕੁਝ ਵੀ ਕਰ ਸਕਦਾ, ਮੈਂ ਇੱਥੇ ਕਿਸੇ ਨੂੰ ਵੀ ਮਾਰ ਸਕਦਾ। ਜਿਸ ਵੇਲੇ ਮੈਂ ਛੁੱਟ ਕੇ ਪਹਿਲੀ ਸਭਾ ਵਿੱਚ ਜਾਣਾ ਸੀ, ਪਹਿਲੀ ਤਰੀਕ ਦੀ ਸਭਾ ਸੀ, ਤੇ ਮੈਨੂੰ ਬਾਹਰ ਇਸ ਚੀਫ ਸਿਕਿਉਰਿਟੀ ਅਫਸਰ ਨੇ ਰੋਕ ਲਿਆ ਤੇ ਕਹਿੰਦਾ ਜੀ ਵਿਦ ਸੌਰੀ, ਬੜੇ ਹੰਬਲ ਹੁੰਦੇ ਨੇ ਉਹ, ਰਿਸਪੈਕਟ ਪੂਰੀ ਕਰਦੇ ਨੇ, ਕਹਿੰਦੇ ਜੀ ਵਿਦ ਸੌਰੀ ਅਸੀਂ ਤੁਹਾਡੀ ਪੂਰੀ ਜਮ੍ਹਾਂ ਤਲਾਸ਼ੀ ਲੈਣੀ ਹੈ। ਮੈਂ ਕਿਹਾ ਜੀ ਵਜ੍ਹਾ ਵੀ ਬਾਕੀਆਂ ਮੈਂਬਰ ਪਾਰਲੀਮੈਂਟ ਦੀ ਤੁਸੀਂ ਲੈਂਦੇ ਨਹੀਂ, ਮੇਰੀ ਕਿਉਂ ਲੈਣੀ ਹੈ? ਉਹਨੇ ਕਿਹਾ ਜੀ ਉਹਨੇ ਸਪਸ਼ਟ ਦੱਸਿਆ, ਕਹਿੰਦਾ ਜੀ ਤੁਹਾਡੇ ਬਾਰੇ ਸਾਨੂੰ ਇਹ ਸੂਚਨਾ। ਮੈਂ ਕਿਹਾ ਜੀ ਮੈਂ ਨਾ ਪੁੱਛ ਸਕਦਾ ਕਿਤੇ? ਕਹਿੰਦੇ ਨਹੀਂ ਜੀ, ਨਾ ਅਸੀਂ ਡਿਸਕਲੋਜ਼ ਨਹੀਂ ਕਰਦੇ, ਪਰ ਤੁਹਾਡੇ ਪੰਜਾਬ ਦੇ ਚੁਣੇ ਹੋਏ ਮੈਂਬਰ ਪਾਰਲੀਮੈਂਟ ਵੱਲੋਂ ਹੀ ਇਹ ਸਾਨੂੰ ਕਿਹਾ ਗਿਆ, ਖਦਸ਼ੇ ਪ੍ਰਗਟ ਕੀਤੇ ਗਏ ਆ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਜੇ ਇਹ ਖਦਸ਼ੇ ਤੁਸੀਂ ਪ੍ਰਗਟ ਕੀਤੇ ਨੇ ਤੇ ਮੈਂ ਕਿਹਾ ਜੀ ਫਿਰ ਮੈਂ ਤੁਹਾਨੂੰ ਇੱਕ ਐਪਲੀਕੇਸ਼ਨ ਲਿਖ ਕੇ ਦੇਣਾ ਕਿ ਅਪਿੰਦਰਪਾਲ ਸਿੰਘ ਜਦੋਂ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਅੰਦਰ ਆਇਆ ਕਰੇ, ਉਹ ਘਰੋਂ ਤਾਂ ਆਪਣੇ ਕੱਪੜੇ ਪਾ ਆਇਆ ਕਰੇਗਾ, ਇੱਥੇ ਉਹਦੇ ਵਾਸਤੇ ਕੁਝ ਕੱਪੜੇ ਸਵਾ ਕੇ ਰੱਖੋ, ਮੈਂ ਤੁਹਾਡੇ ਪਾ ਕੇ ਅੰਦਰ ਚਲੇ ਜਾਇਆ ਕਰਾਂਗਾ। ਓਕੇ, ਤੇ ਬੜਾ ਹੱਸਿਆ, ਕਹਿੰਦਾ ਜੀ ਆ ਤਾਂ ਜਵਾਬ ਦੀ ਸਾਨੂੰ ਉਮੀਦ ਹੀ ਨਹੀਂ ਸੀ। ਮੈਂ ਕਿਹਾ ਹੁਣ ਦੂਸਰੀ ਹੈਗੀ ਆ ਭਰਾਵਾ ਕਿ ਜੇ ਮੇਰੇ ਲਿਬਾਸ ਤੇ ਤੈਨੂੰ ਇਤਰਾਜ਼ ਹੈ ਤੇ ਖਾਲਸੇ ਦਾ ਤਾਂ ਲਿਬਾਸ ਬੜਾ ਸਿੱਧ ਪੱਧਰਾ ਜਿਹਾ, 5 ਕਕਾਰੀ ਲਿਬਾਸ ਹੈ, ਜਿਹਦੇ ਵਿੱਚੋਂ ਕੇਸ ਮੇਰੇ ਜਮਾਂਦਰੂ ਨੇ ਜੀ, ਕੰਗਾ, ਕਿਰਪਾਨ, ਕੜਾ। ਮੈਂ ਕਿਹਾ ਆ ਤੂੰ ਦੇਖ ਲੈ, ਕੰਗਾ ਮੇਰੇ ਕੇਸਾਂ ਹੀ ਚ ਹੈਗਾ, ਕਛਹਿਰਾ ਮੇਰੇ ਤੇੜ ਹੈਗਾ, ਬਾਕੀ ਸਭ ਲਾ ਦਿੰਦਾ, ਮੈਂ ਤਾਂ ਇਸ ਵਿੱਚ ਵੀ ਜਾਣ ਨੂੰ ਤਿਆਰ ਹਾਂ, ਤੁਸੀਂ ਪਰਮਿਸ਼ਨ ਦਿਓ। ਅੱਛਾ ਜੀ, ਇਹ ਗੱਲਾਂ ਹੋਈਆਂ ਤੁਹਾਡੀਆਂ? ਇਹ ਗੱਲਾਂ ਹੋਈਆਂ ਮੇਰੀਆਂ, ਆਨ ਰਿਕਾਰਡਡ ਨੇ, ਵੀਡੀਓ ਬਣੀ ਹੋਈ ਹੈ ਪਾਰਲੀਮੈਂਟ ਵਿੱਚ। ਇਹਦੀ ਵੀ ਵੀਡੀਓ ਆ? ਇਹਦੀ ਵੀ ਵੀਡੀਓ ਬਣੀ ਹੋਈ ਹੈ ਪਾਰਲੀਮੈਂਟ ਵਿੱਚ। ਉਹ ਬਹੁਤ ਹੱਸਿਆ ਜੀ, ਬਹੁਤ ਜ਼ਿਆਦਾ ਹੱਸਿਆ। ਕਹਿੰਦਾ ਜੀ ਮੈਨੂੰ 2 ਮਿੰਟ ਦਿਓਗੇ? ਮੈਂ ਕਿਹਾ ਜੀ ਬਿਲਕੁਲ ਲਓ। ਉਹਨੇ ਸਪੀਕਰ ਮਿਸਟਰ ਰਵੀ ਰੇ ਸਪੀਕਰ ਹੁੰਦੇ ਸੀ, ਉਹਨਾਂ ਨਾਲ ਗੱਲ ਕੀਤੀ ਤੇ ਰਵੀ ਰੇ ਕਹਿੰਦਾ ਯਾਰ ਮੇਰੀ ਫੋਨ ਤੇ ਗੱਲ ਕਰਾ। ਮੈਂ ਕਿਹਾ ਉਹਨੇ ਕਹਿੰਦਾ ਜੀ ਸਪੀਕਰ ਸਾਹਿਬ ਨੇ ਗੱਲ ਕਰਨੀ ਆਪ ਜੀ ਨਾਲ। ਕਹਿੰਦਾ ਅਪਿੰਦਰਪਾਲ ਸਿੰਘ ਜਿਹੜੀ ਤੂੰ ਗੱਲ ਕਹੀ ਹੈ ਨਾ, ਮੇਰੇ ਸਾਰੇ ਖਦਸ਼ੇ ਤੇ ਹਾਊਸ ਦੇ ਸਾਰੇ ਖਦਸ਼ੇ ਦੂਰ ਹੋ ਗਏ, ਹੁਣ ਤੂੰ ਬਿਨਾਂ ਤਲਾਸ਼ੀ ਤੋਂ ਆਇਆ ਕਰੇਗਾ। ਓਕੇ, ਇਹ ਗੱਲ ਹੋਈ ਤੁਹਾਡੀ? ਇਹ ਮੇਰੀ ਹੋਈ, ਫੋਨ ਤੇ ਹੋਈ। ਮੈਂ ਕਿਹਾ ਜੀ ਨਹੀਂ ਅੱਜ ਤਾਂ ਲੈ ਹੀ ਲਓ, ਹੁਣ ਤੁਸੀਂ ਰੋਕ ਤਾਂ ਲਿਆ ਹੀ ਹੈ। ਕਹਿੰਦਾ ਨਹੀਂ, ਜਿੰਨੀਆਂ ਗੱਲਾਂ ਤੂੰ ਕਹਿਤੀਆਂ ਇੰਨੀਆਂ ਬੜੀਆਂ ਨੇ, ਤੂੰ ਆ ਜਾ। ਕਹਿੰਦਾ ਮੈਂ ਇੰਸਟਰਕਸ਼ਨ ਦੇਤੀ, ਉਹਨੇ ਇੰਸਟਰਕਸ਼ਨ ਦਿੱਤੀ ਮੈਨੂੰ, ਕੋਈ ਉਹਨਾਂ ਜਾਮਾ ਤਲਾਸ਼ੀ ਫਿਰ ਨਹੀਂ ਲਈ, ਮੈਨੂੰ ਜਾਣ ਦਿੱਤਾ ਜੀ। ਮੈਂ ਅੰਦਰ ਜਾ ਕੇ ਜਦੋਂ ਸੀਟ ਤੇ ਬੈਠਿਆ ਤੇ ਮਿਸਟਰ ਰਵੀ ਰੇ ਆਸਨ ਤੇ ਸੀ, ਉਹ ਮੁਸਕਰਾਏ, ਮੈਂ ਵੀ ਮੁਸਕਰਾਇਆ, ਚਲੋ ਬੈਠ ਗਏ ਜੀ ਅਸੀਂ। ਜਿਸ ਵੇਲੇ ਫਿਰ ਕੁਐਸਚਨ ਆਵਰ ਸ਼ੁਰੂ ਹੋਏ ਤੇ ਮੈਂ ਆਪਣਾ ਹੱਥ ਖੜਾ ਕਰ ਦਿੱਤਾ। ਹੁਣ ਪਾਰਲੀਮੈਂਟ ਦੇ ਕਾਨੂੰਨ ਦੇ ਤਹਿਤ ਜਦੋਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣਾ ਹੁੰਦਾ, 45 ਦਿਨ ਪਹਿਲਾਂ ਨੋਟਿਸ ਦੇਣਾ ਪੈਂਦਾ ਤੁਹਾਨੂੰ ਬੋਲਣ ਤੱਕ। ਅੱਛਾ ਜੀ। ਹਾਂਜੀ, ਕਿ ਭਈ ਮੈਂ ਇਸ ਇਸ਼ੂ ਤੇ ਬੋਲਣਾ, ਇਸ ਟੌਪਿਕ ਤੇ ਬੋਲਣਾ, ਇਸ ਲਾਅ ਦੇ ਤਹਿਤ ਬੋਲਣਾ।
45 ਦਿਨ ਪਹਿਲਾਂ 45 ਦਿਨ ਪਹਿਲਾਂ। ਤੇ ਜੇ ਤੁਹਾਡੇ ਮਨ ਦੇ ਵਿੱਚ ਉੱਥੇ ਖੜੇ ਖੜੇ ਕੋ ਫੁਰਨਾ ਆਇਆ ਹੋਵੇ, ਉਹ 0 ਆਵਰ ਹੁੰਦਾ ਜੀ, ਉਹਦੇ 'ਚ ਤੁਸੀਂ ਬੋਲ ਸਕਦੇ ਹੋ, ਪਰ ਉਹ 0 ਆਵਰ ਸਿਰਫ 1 ਘੰਟੇ ਦਾ ਹੀ ਹੁੰਦਾ। ਉਹਦੇ 'ਚ ਤੁਹਾਨੂੰ ਬੋਲਣ ਲਈ 1 ਜਾਂ 1.5 ਮਿੰਟ ਮਿਲਦਾ ਬਸ, ਠੀਕ ਆ ਨਾ ਜੀ। ਤੇ ਮੈਂ ਉਹਨਾਂ ਨੂੰ ਹੱਥ ਖੜਾ ਕੀਤਾ ਤੇ ਉਹਨਾਂ ਨੇ ਆਪਣਾ ਜਿਹੜਾ ਸਟਾਫ ਹੁੰਦਾ ਉਹ ਮੇਰੇ ਕੋਲ ਭੇਜਿਆ। ਕਹਿੰਦੇ ਜੀ ਸਰ ਪੁੱਛਦੇ ਨੇ ਕਿ ਬਈ ਤੁਹਾਡਾ ਨੋਟਿਸ ਤਾਂ ਕੋਈ ਆਇਆ ਨਹੀਂ ਹੋਇਆ ਤੇ ਤੁਸੀਂ ਕਿਸ ਟੌਪਿਕ ਤੇ ਬੋਲਣਾ, ਮੈਂ ਲਿਖ ਕੇ ਦੇ ਦਿੱਤਾ। ਮੈਂ ਕਿਹਾ ਜੀ ਮੈਂ ਨੋਟਿਸ ਇਸ ਕਰਕੇ ਨਹੀਂ ਦੇ ਸਕਿਆ ਕਿ ਮੇਰੀ 17 ਜੁਲਾਈ ਨੂੰ ਰਿਹਾਈ ਹੋਈ ਹੈ, ਠੀਕ ਹੈ ਜੀ। 1 ਸਤੰਬਰ ਨੂੰ ਸੈਸ਼ਨ ਆਰੰਭ ਹੋ ਗਿਆ ਤੇ ਇਸ ਕਰਕੇ ਮੈਂ ਨੋਟਿਸ ਦੇਣ ਦੇ ਯੋਗ ਨਹੀਂ ਸੀ ਤੇ ਮੈਨੂੰ ਇਸ ਵਿਸ਼ੇ ਤੇ ਬੋਲਣ ਦੀ ਇਸ ਕਾਨੂੰਨ ਦੇ ਤਹਿਤ ਪਰਮਿਸ਼ਨ ਦਿੱਤੀ ਹੈ ਜੀ। ਉਹਨਾਂ ਕੋਲ ਚਿੱਟ ਗਈ, ਉਹਨਾਂ ਨੇ ਪੜ੍ਹਿਆ, ਉਹਨਾਂ ਨੇ ਅੱਗੇ ਆਪਣੇ ਸੈਕਟਰੀ ਜਨਰਲ ਨੂੰ ਪੁੱਛਿਆ ਬਈ ਇਸ ਕਾਨੂੰਨ ਵਿੱਚ ਆਪਾਂ ਦੇ ਸਕਦੇ ਹਾਂ, ਉਹਨੇ ਕਿਹਾ ਹਾਂ ਜੀ ਦੇ ਸਕਦੇ ਹਾਂ। ਉਹਨਾਂ ਨੇ ਮੈਨੂੰ ਪੁੱਛਿਆ ਜੀ ਕਿੰਨਾ ਟਾਈਮ ਲਓਗੇ, ਮੈਂ ਕਿਹਾ ਜੀ ਮੇਰਾ ਤਾਂ 7 ਮਿੰਟ ਦਾ ਹੈਗਾ, ਬਾਕੀ ਜੋ ਹਾਊਸ ਮੈਨੂੰ ਕਹੇਗਾ ਮੈਂ ਉਹਨੇ ਹੀ ਖਤਮ ਕਰ ਦਾਂਗਾ। ਕਹਿੰਦੇ ਨਹੀਂ ਤੈਨੂੰ 7 ਮਿੰਟ ਦਿੱਤੇ। ਮੈਂ ਕਿਹਾ ਜੀ ਠੀਕ ਹੈ। ਹੁਣ ਦੇਖੋ ਜੀ ਇਹ ਹੁੰਦੀ ਹੈ ਤੁਹਾਡਾ ਵਿਵੇਕ ਔਰ ਤੁਹਾਡੀ ਕਾਨੂੰਨ ਤੇ ਸੰਵਿਧਾਨ ਤੇ ਸਮਝ। ਪਹਿਲਾਂ ਤਾਂ ਮੈਂ ਟਾਈਮ ਲਿਆ ਜਿਹੜਾ ਕਿ ਮਿਲ ਨਹੀਂ ਸੀ ਸਕਦਾ ਜੀ। ਜਦੋਂ ਉਹਨਾਂ ਨੇ ਹਾਊਸ ਵਿੱਚ ਪੁੱਛਿਆ ਕਿੰਨੇ ਮਿੰਟ, ਮੈਂ ਕਿਹਾ ਜੀ 7 ਮਿੰਟ, ਕਿਉਂਕਿ ਮੈਨੂੰ ਪਤਾ ਉਸ ਤੋਂ ਵੱਧ ਮਿਲ ਨਹੀਂ ਸਕਦੇ। ਪਰ ਜਿਸ ਵੇਲੇ ਮੈਂ ਬੋਲਣ ਲਈ ਖੜਾ ਹੋਇਆ ਮੈਂ ਆਪਣੇ ਦੂਸਰੇ ਹੱਕ ਦਾ ਇਸਤੇਮਾਲ ਕਰ ਲਿਆ, ਮੈਂ ਉਸ ਹੱਕ ਨੂੰ ਛੱਡ ਦਿੱਤਾ। ਉਹਨਾਂ ਚੀਜ਼ਾਂ ਆਉਣ ਵਾਲੀ ਪੀੜ੍ਹੀ ਵਾਸਤੇ ਮੈਂ ਦੱਸ ਰਿਹਾ ਕਿ ਵੀ ਹਾਊਸ ਦੀ ਜਿਹੜੀ ਕਾਰਵਾਈ ਆ ਕਾਨੂੰਨ ਦੇ ਤਹਿਤ, ਸੰਵਿਧਾਨ ਦੇ ਤਹਿਤ ਤੇ ਹਾਊਸ ਦੇ ਨਿਯਮਾਂ ਅਨੁਸਾਰ ਚੱਲਦੀ ਹੈ। ਜੇ ਤੁਸੀਂ ਉਹ ਸਾਰੇ ਨਹੀਂ ਪੜ੍ਹੇ ਹੋਏ ਔਰ ਸਾਰੇ ਤੁਹਾਨੂੰ ਚੇਤਾ ਨਹੀਂ ਨੇ, ਔਰ ਜੇ ਤੁਸੀਂ ਕਾਨੂੰਨੀ ਕਾਰਵਾਈ ਹਾਊਸ ਵਿੱਚ ਜਾ ਕੇ ਹੁੱਲੜਬਾਜ਼ੀ ਕਰਦੇ ਹੋ, ਕਾਨੂੰਨੀ ਕਾਰਵਾਈ ਨਹੀਂ ਕਰਦੇ ਤੇ ਉਸ ਦੀ ਕੋਈ ਵੈਲਿਊ ਨਹੀਂ ਜਾਏਗੀ। ਓਕੇ, ਉਸ ਦੇ ਰੌਲਾ ਰੱਪਾ ਹੀ ਰਹਿ ਜਾਂਦਾ। ਉਹ ਰੌਲਾ ਰੱਪਾ ਜਾਂ ਤੁਹਾਨੂੰ ਮੀਡੀਆ 'ਚ ਕਵਰੇਜ ਮਿਲ ਜਾਂਦੀ, ਉਹਦੀ ਵੈਲਿਊ ਕੋਈ ਨਹੀਂ ਹੈਗੀ, ਹਾਊਸ ਵਿੱਚੋਂ ਡਿਲੀਟ ਹੋ ਜਾਂਦੀ ਹੈ ਗੱਲ। ਜਿਸ ਵੇਲੇ ਫਿਰ ਮੈਂ ਖੜਾ ਹੋਇਆ, ਮੈਂ ਹਾਊਸ ਨੂੰ ਕਿਹਾ, ਫਿਰ ਮੈਂ ਸਪੀਕਰ ਸਾਹਿਬ ਨੂੰ ਸੰਬੋਧਨ ਹੋ ਕੇ ਹਾਊਸ ਨੂੰ ਕਿਹਾ ਕਿ ਅਤਿੰਦਰਪਾਲ ਸਿੰਘ ਪਹਿਲੀ ਵਾਰੀ ਓਥ ਲੈਣ ਤੋਂ ਬਾਅਦ ਇਸ ਹਾਊਸ ਵਿੱਚ ਆਇਆ ਤੇ ਇਹ ਅਤਿੰਦਰਪਾਲ ਸਿੰਘ ਦਾ ਪਾਰਲੀਮੈਂਟਰੀ ਨਿਯਮ ਇਸ ਦੇ ਤਹਿਤ ਤੇ ਭਾਰਤ ਦੇ ਸੰਵਿਧਾਨ ਇਸ ਦੇ ਤਹਿਤ ਇਹ ਹੱਕ ਬਣਦਾ ਕਿ ਮੈਨੂੰ ਮੇਰੀ ਆਤਮਾ ਦੀ ਆਵਾਜ਼ ਨੂੰ ਹਾਊਸ ਵਿੱਚ ਪ੍ਰਗਟ ਕਰਨ ਲਈ ਮੇਡਨ ਸਪੀਚ ਦਾ ਅਧਿਕਾਰ ਦਿੱਤਾ ਜਾਏ। ਇਹ ਇੱਕ ਪਹਿਲੀ ਵਾਰੀ ਚੁਣੇ ਹੋਏ ਮੈਂਬਰ ਕੋਲ ਅਧਿਕਾਰ ਹੁੰਦਾ ਜੀ। ਅੱਛਾ ਜੀ। ਕਿਸੇ ਮੈਂਬਰ ਨੂੰ ਉਦੋਂ ਤੱਕ ਨਹੀਂ ਸੀ ਪਤਾ ਜੀ ਜਦੋਂ ਮੈਂ ਬੋਲਿਆ, ਔਰ ਇਹ ਰਿਕਾਰਡ ਜੇ ਭਾਰਤ ਦੀ ਪਾਰਲੀਮੈਂਟ ਦਾ ਕਿ 1947 ਤੋਂ ਬਾਅਦ ਮੇਡਨ ਸਪੀਚ ਦਾ ਰਾਈਟ ਸਭ ਤੋਂ ਪਹਿਲਾਂ ਅਤਿੰਦਰਪਾਲ ਸਿੰਘ ਨੇ ਲਿਆ। ਪੱਕੀ ਗੱਲ ਹੈ ਵੀ ਅੰਦਰ ਰਿਕਾਰਡਡ ਹੈ ਜੀ, ਮੈਂ ਆਨਲਾਈਨ ਤੁਹਾਡੇ ਨਾਲ ਝੂਠ ਨਹੀਂ ਬੋਲ ਸਕਦਾ, ਰਿਕਾਰਡਡ ਗੱਲਾਂ ਜੀ। ਮੇਡਨ ਸਪੀਚ ਦਾ ਰਾਈਟ ਲਿਆ। ਉਸੇ ਵੇਲੇ ਉਹ ਸੈਕਟਰੀ ਜਨਰਲ ਨੇ ਰੁਕਾ ਲਿਖ ਕੇ ਦਿੱਤਾ ਭਈਆ ਤਾਂ ਮਿਲਣਾ ਚਾਹੀਦਾ ਇਹਨੂੰ। ਸਪੀਕਰ ਸਾਹਿਬ ਮੁਸਕਰਾਏ, ਕਹਿੰਦੇ ਯਾਰ ਤੂੰ 7 ਮਿੰਟ ਮੰਗੇ ਸੀ। ਮੈਂ ਕਿਹਾ ਜੀ ਉਹ ਮੇਰੇ ਪੈਂਡਿੰਗ ਨੇ। ਉਹ ਬਾਅਦ ਵਿੱਚ ਮੈਂ ਹੁਣ ਮੇਡਨ ਸਪੀਚ ਦਾ ਰਾਈਟ ਮੰਗ ਰਿਹਾ। ਕਹਿੰਦੇ ਤੈਨੂੰ ਦਿੱਤਾ ਜੀ ਮੈਨੂੰ ਉਹਨਾਂ ਨੇ। ਸ਼ਾਮ ਨੂੰ ਮੇਰੀ ਸਪੀਚ 4 ਵਜ ਕੇ ਮੇਰਾ ਖਿਆਲ 48 ਜਾਂ 47 ਮਿੰਟ ਤੇ ਸ਼ੁਰੂ ਹੋਈ ਜੀ। ਮੈਂ ਲਗਾਤਾਰ ਪੰਜਾਬ ਵਿੱਚੋਂ ਹਾਊਸ ਵਿੱਚ ਬੋਲਣ ਵਾਲਾ ਲਗਾਤਾਰ 1.25 ਘੰਟੇ ਪਹਿਲਾਂ ਮੈਂਬਰ ਪਾਰਲੀਮੈਂਟ 1.25 ਘੰਟਾ ਬੋਲੀ ਗਏ, ਲਗਾਤਾਰ ਬੋਲਿਆ। ਹਾਊਸ 5:30 ਵਜੇ ਖਤਮ ਹੋ ਜਾਂਦਾ। ਸਪੀਕਰ ਸਾਹਿਬ ਨੇ 5:30 ਵਜੇ ਮੈਨੂੰ ਪੁੱਛਿਆ ਅਤਿੰਦਰਪਾਲ ਸਿੰਘ ਕਦੋਂ ਤੱਕ ਬੋਲੋਗੇ। ਮੈਂ ਕਿਹਾ ਜੀ ਮੇਰੀ ਮੇਡਨ ਸਪੀਚ ਹੈ, ਮੈਨੂੰ ਰਾਈਟ ਮਿਲਣਾ ਚਾਹੀਦਾ ਤੇ ਰਿਕਾਰਡਡ ਹੈ ਗੱਲ। ਜਦੋਂ ਤੁਸੀਂ ਰਿਕਾਰਡ ਮੰਗੋਗੇ ਉਸ ਵਿੱਚ ਲਿਖਤ ਆਏਗੀ। ਸਪੀਕਰ ਸਾਹਿਬ ਆਪਣਾ ਨਿਰਣਾ ਦਿੰਦੇ ਨੇ ਕਿ ਜਦ ਤੱਕ ਅਤਿੰਦਰਪਾਲ ਸਿੰਘ ਬੋਲ ਰਿਹਾ ਹਾਊਸ ਬੈਠੇ। ਅੱਛਾ, ਹਾਂਜੀ, ਇਹ ਮੈਂ ਅਧਿਕਾਰ ਲਿਆ ਤੇ ਮੈਨੂੰ ਫਖਰ ਹੈਗਾ ਆਪਣੀ ਕੌਮ ਨੂੰ ਇਹ ਦੱਸਣ ਵਾਸਤੇ ਕਿ ਅਤਿੰਦਰਪਾਲ ਸਿੰਘ ਨੇ ਆਪਣੀ ਮੇਡਨ ਸਪੀਚ ਵਿੱਚ ਪੰਜਾਬ ਦਾ ਸਿੱਖ ਸੰਘਰਸ਼ ਦਾ, ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿੱਢੇ ਗਏ ਧਰਮ ਯੁੱਧ ਮੋਰਚੇ ਦਾ, 1947 ਤੋਂ ਲੈ ਕੇ ਹੁਣ ਤੱਕ ਸਿੱਖਾਂ ਨਾਲ ਹੋਏ ਵਾਅਦਿਆਂ ਦਾ ਤੇ ਸਿੱਖ ਸੰਘਰਸ਼ ਵਿੱਚ ਸਿੱਖ ਸੁਤੰਤਰਤਾ ਦਾ ਤੇ ਸਿੱਖ ਸੁਤੰਤਰਤਾ ਬਤੌਰ ਖਾਲਿਸਤਾਨ ਦਾ ਉਹ ਮੁੱਦਾ ਚੁੱਕਿਆ
ਤੇ ਮੇਰੀ ਪੂਰੀ ਸਪੀਚ ਖਾਲਿਸਤਾਨ ਤੇ ਜੇ 1.25 ਘੰਟੇ ਦੀ ਪਾਰਲੀਮੈਂਟ ਦੇ ਅੰਦਰ। ਤੇ ਜਿਹੜੇ ਲੋਕ ਉਂਗਲਾਂ ਚੁੱਕਦੇ ਨੇ ਉਹਨਾਂ ਨੇ ਸੁਣੀ ਨਹੀਂ ਗਈ ਜਾਂ ਕੀ ਕਾਰਨ ਹੈ? ਸਾਰਿਆਂ ਨੇ ਸੁਣੀ ਹੋਈ ਹੈ ਜੀ, ਕਿਉਂਕਿ ਉਹ ਸਾਹਮਣੇ ਨਹੀਂ ਲਿਆਉਣਾ ਚਾਹੁੰਦੇ। ਉਹ ਤਿੰਦਰਪਾਲ ਸਿੰਘ ਨੂੰ ਬਦਨਾਮ ਇੰਨਾ ਕਰ ਦੇਣਾ ਚਾਹੁੰਦੇ ਨੇ ਕਿ ਕੋਈ ਬੰਦਾ ਉਸ ਦੀ ਗੱਲ ਤੇ ਯਕੀਨ ਹੀ ਨਾ ਕਰੇ। ਔਰ ਇਹ ਏਜੰਡਾ ਭਾਰਤ ਸਰਕਾਰ ਦੇ ਤਹਿਤ ਨੀਅਤ ਹੈ ਜੀ ਕਿ ਬੰਦੇ ਨੂੰ ਇਤਨਾ ਜ਼ਿਆਦਾ ਬਦਨਾਮ ਕਰ ਦੋ। ਦੇਖੋ ਜਰਮਨ ਨੇ ਸੈਕੰਡ ਵਰਲਡ ਵਾਰ ਵਿੱਚ ਹਿਟਲਰ ਨੇ ਇੱਕ ਨੀਤੀ ਬਣਾਈ ਸੀ, ਉਹਨੂੰ ਗੋਬਲਜੀਅਨ ਨੀਤੀ ਕਹਿੰਦੇ ਨੇ, ਠੀਕ ਹੈ। ਉਹ ਨੀਤੀ ਉਹਨੇ ਇਹ ਘੜੀ ਸੀ ਆਪਣੇ ਦੁਸ਼ਮਣਾਂ ਲਈ ਕਿ ਦੁਸ਼ਮਣ ਜੋ ਵੀ ਕਹਿੰਦਾ ਹੈ ਉਸ ਦੇ ਪ੍ਰਤੀ ਇਤਨਾ ਜ਼ਿਆਦਾ ਆਪਣੇ ਝੂਠ ਦਾ ਪ੍ਰਚਾਰ ਮੀਡੀਆ ਨੂੰ ਵਰਤ ਕੇ, ਸਰਕਾਰੀ ਸਾਧਨਾਂ ਨੂੰ ਵਰਤ ਕੇ ਇਤਨਾ ਜ਼ਿਆਦਾ ਕਰੋ ਕਿ ਉਸ ਦਾ ਸੱਚ ਵੀ ਲੋਕੀ ਝੂਠ ਮੰਨਣ ਲੱਗ ਜਾਣ। ਓਕੇ। ਤੇ ਭਾਰਤ ਸਰਕਾਰ ਵੀ ਤੇ ਸਿੱਖ ਲੀਡਰਸ਼ਿਪ ਵੀ ਜਿਹੜੀ ਮੇਰੇ ਖਿਲਾਫ ਬੋਲਦੀ ਹੈ, ਹਿਟਲਰ ਦੀ ਉਸੇ ਨੀਤੀ ਤੇ ਚੱਲ ਰਹੀ ਹੈ ਕਿ ਇਤਨਾ ਜ਼ਿਆਦਾ ਝੂਠ ਹੈ ਉਸ ਦੇ ਖਿਲਾਫ ਪ੍ਰਚਾਰੀ ਜਾਓ ਕਿ ਸਿੱਖ ਇਸ ਤੇ ਯਕੀਨ ਹੀ ਨਾ ਕਰਨ। ਤੇ ਮੇਰੇ ਤੋਂ ਤਾਂ ਜਿੰਨੇ ਸਬੂਤ ਮੰਗੇ ਜੀ ਮੈਂ ਦੇਤੇ, ਫਿਰ ਵੀ ਨਹੀਂ ਸਿੱਖੀ ਯਕੀਨ ਕਰਦੇ। ਸਾਰੀਆਂ ਮੇਰੀਆਂ ਸਪੀਚਾਂ ਮੇਰੀ ਵੈਬਸਾਈਟ atinderpalsingh.com ਤੇ ਪਈਆਂ ਜੇ, ਵਿਦ ਡਾਕੂਮੈਂਟਰੀ ਪ੍ਰੂਫ ਪਈਆਂ ਨੇ। ਉਹਨਾਂ ਦੇ ਹਾਊਸ ਵਿੱਚ ਛਪੇ ਗਜਟ ਦੇ ਨੰਬਰ, ਪੈਰਾ ਨੰਬਰ ਸਮੇਤ ਪਈਆਂ ਨੇ। ਫਿਰ ਵੀ ਤੁਸੀਂ ਕਿਉਂਕਿ ਕਹਿੰਦੇ ਹੋ ਬਈ ਨਾ ਲਓ, ਮੈਂ ਨਾਂ ਨਹੀਂ ਲੈਂਦਾ। ਪਰ ਇੱਕ ਸਾਬਕਾ IAS ਅਫਸਰ ਨੇ ਕਿਹਾ ਕਿ ਜੇ ਇਸ ਮੈਂਬਰ ਪਾਰਲੀਮੈਂਟ ਨੇ ਕੁਝ ਕੀਤਾ ਤੇ ਜੇ ਸਾਨੂੰ ਪਤਾ ਦੱਸ ਦੇ ਤਾਂ ਅਸੀਂ ਇਸ ਦੇ ਬਾਰੇ ਕਿਤਾਬ ਛਾਪ ਦਾਂਗੇ। ਮੈਂ ਉਹਨੂੰ ਸਾਰੀਆਂ ਭੇਜ ਦਿੱਤੀਆਂ ਨੇ, ਫਿਰ ਵੀ ਕਹਿੰਦੇ ਨੇ ਇਹਨੇ ਕੁਝ ਨਹੀਂ ਕੀਤਾ। ਓਕੇ। ਹੁਣ ਇਸ ਮੱਕਾਰੀ ਔਰ ਇਸ ਭਾਰਤ ਸਰਕਾਰ ਨਾਲ ਕੀਤੀ ਜਾ ਰਹੀ ਵਫਾਦਾਰੀ ਦਾ ਦੱਸੋ ਤਿੰਦਰਪਾਲ ਸਿੰਘ ਕੀ ਕਰੇ। ਹੁਣ ਮੈਂ ਤੁਹਾਨੂੰ ਕਹਿ ਰਿਹਾ, ਮੇਰੀ ਉਹ ਸਪੀਚ ਖਾਲਿਸਤਾਨ ਤੇ ਸਪੀਚ ਜੀ, ਜਿਹਦੇ ਵਿੱਚ ਮੈਂ 3600 ਪੇਜਸ ਦੇ, ਉਸ ਨੇ ਪੁੱਛਿਆ, ਮੈਂ ਫਿਰ ਕਹਿ ਰਿਹਾ 3600 ਪੇਜਸ ਦੇ ਡਾਕੂਮੈਂਟ ਤੇ ਸਾਰਾ ਰਿਕਾਰਡ ਪਾਰਲੀਮੈਂਟ ਦੀ ਟੇਬਲ ਤੇ ਰੱਖਿਆ ਕਿ ਜਿਸ ਆਧਾਰ ਤੇ ਬਈ ਮੈਂ ਆਪਣੀ ਇਹ ਸਪੀਚ ਦੇ ਰਿਹਾ ਤੁਹਾਨੂੰ। ਉਸ ਸਪੀਚ ਵਿੱਚ ਮੈਂ ਸਿੱਖਾਂ ਲਈ, ਸਿੱਖ ਕੌਮ ਲਈ ਸੁਤੰਤਰ ਖਾਲਿਸਤਾਨ ਦੀ ਮੰਗ ਕੀਤੀ ਹੈ। ਇਸ ਬਿਨਾਂ ਤੇ ਕੀਤੀ ਹੈ ਕਿ ਪੰਡਤ ਜਵਾਹਰ ਲਾਲ ਨਹਿਰੂ, ਸ਼੍ਰੀ ਮੋਹਨ ਚੰਦ ਕਰਮਚੰਦ ਗਾਂਧੀ, ਪਟੇਲ, ਡਾਕਟਰ ਰਾਜਿੰਦਰ ਪ੍ਰਸਾਦ, ਸੰਵਿਧਾਨ ਨਿਰਮਾਤਰੀ ਸਭਾ, ਕਾਂਗਰਸ ਦੀ ਆਪਣੀਆਂ ਮਤਿਆਂ ਵਿੱਚ ਤੇ ਬਾਕੀ ਭਾਰਤ ਦੇ ਹੋਰ ਲੀਡਰਾਂ ਨੇ ਸਿੱਖਾਂ ਨਾਲ ਬਿਫੋਰ ਪਾਰਟੀਸ਼ਨ ਕਿਹੜੀ ਡੇਟ ਨੂੰ ਕਿਹੜੇ ਵਾਅਦੇ ਕੀਤੇ, ਉਹ ਸਾਰੇ ਵਾਅਦੇ ਮੈਂ ਪੁੱਟ ਕੀਤੇ। ਔਰ ਪਹਿਲਾ ਲੀਡਰ ਹਾਂ ਜਿਹਨੇ ਪਾਰਲੀਮੈਂਟ ਦੇ ਅੰਦਰ ਉਹ ਵਾਅਦੇ ਪੁੱਟ ਕੀਤੇ ਨੇ। ਇਸ ਤੋਂ ਪਹਿਲਾਂ ਨਹੀਂ ਕਿਸੇ ਨੇ, ਇਸ ਤੋਂ ਪਹਿਲਾਂ ਨਹੀਂ ਕੀਤੇ। ਪਾਰਲੀਮੈਂਟ ਦਾ ਰਿਕਾਰਡ ਬੋਲਦਾ। ਈਵਨ ਉਹ ਸਾਰੇ ਵਾਅਦੇ ਹਲੇ ਤੱਕ ਕੋਈ ਇੱਕ ਕਿਤਾਬ ਵੀ ਨਹੀਂ ਜੇ ਛਪੀ ਕਿ ਜਿਹਦੇ ਵਿੱਚ ਹੋਣ। ਇਹ ਵੀ ਮੈਂ ਤੁਹਾਨੂੰ ਆਨ ਰਿਕਾਰਡ ਕਰ ਰਿਹਾ। ਸਿੱਖ ਇਤਿਹਾਸ ਦੇ ਵੀ ਕੋਈ ਕਿਤਾਬ ਨਹੀਂ ਛਪੀ ਜਿਹਦੇ ਵਿੱਚ ਉਹ ਸਾਰੇ ਵਾਅਦੇ ਉਂਝ ਲੋਕੀ ਲਿਖਦੇ ਨਾ ਕੀਤਾ ਡਾਕੂਮੈਂਟਰੀ ਪ੍ਰੂਫ ਕਿਸੇ ਨੇ ਨਹੀਂ ਜੇ ਦਿੱਤੇ। ਓਕੇ। ਉਹ ਮੈਂ ਸਾਰੇ ਡਾਕੂਮੈਂਟਰੀ ਪ੍ਰੂਫ ਦਿੱਤੇ ਕਿ ਬਈ ਇਹਨਾਂ ਬਿਨਾਂ ਤੇ ਮੈਂ ਖਾਲਸਾ ਪੰਥ ਲਈ ਖਾਲਿਸਤਾਨ ਦੀ ਮੰਗ ਕਰ ਰਿਹਾ, ਜਿਸ ਲਈ ਅਸੀਂ ਜੀ ਰਹੇ ਹਾਂ, ਜਿਸ ਲਈ ਅਸੀਂ ਸੰਘਰਸ਼ਰਤ ਹਾਂ। ਔਰ ਇਸ ਤੋਂ ਸਿਵਾ ਪੰਜਾਬ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਜੇ ਹੈਗਾ। ਇੱਕੋ ਇੱਕ ਇਹੋ ਹੱਲ ਹੈ, ਇਸ ਹੱਲ ਨੂੰ ਭਾਰਤ ਸਿੱਖਸਤਾਨ ਦੇ ਨਾਂ ਤੇ ਪ੍ਰਵਾਨ ਕਰੇ, ਖਾਲਿਸਤਾਨ ਦੇ ਨਾਂ ਤੇ ਪ੍ਰਵਾਨ ਕਰੇ, ਸਿੱਖ ਹੋਮਲੈਂਡ ਦੇ ਨਾਂ ਤੇ ਪ੍ਰਵਾਨ ਕਰੇ, ਜਾਂ ਜਿਹੜਾ ਨਾਂ ਤੁਹਾਨੂੰ ਪਸੰਦ ਹੈ ਤੁਸੀਂ ਉਹ ਰੱਖ ਲਓ, ਸਾਨੂੰ ਉਹ ਪ੍ਰਵਾਨ ਹੈ ਪਰ ਸਾਨੂੰ ਇਹ ਚਾਹੀਦਾ। ਓਕੇ, ਇਹ ਮੇਰਾ ਮੁੱਦਾ ਜੇ। ਇਸ ਚੀਜ਼ ਨੂੰ ਵੀ ਉਸ ਵੇਲੇ ਦੇ ਬਾਕੀ ਮੈਂਬਰ ਪਾਰਲੀਮੈਂਟ ਤੇ ਹੋਰ ਉਸ ਵੇਲੇ ਦੀ ਸਿੱਖ ਲੀਡਰਸ਼ਿਪ ਜਿਹੜੀ ਕਾਬਜ਼ ਸੀ, ਉਹਨੇ ਖਾੜਕੂਆਂ ਨੂੰ ਇਹ ਸੁਨੇਹਾ ਦਿੱਤਾ, ਦੇਖੋ ਜੀ ਅਤਿੰਦਰਪਾਲ ਸਿੰਘ ਤਾਂ ਭਾਰਤ ਦੇ ਸੰਵਿਧਾਨ ਦੇ ਅੰਦਰ ਖਾਲਿਸਤਾਨ ਦੀ ਮੰਗ ਕਰ ਗਿਆ। ਇਹਨੂੰ ਇਹ ਰੰਗਤ ਦੇ ਕੇ ਪੇਸ਼ ਕੀਤੀ ਗਈ। ਇਹਦੇ ਵਿੱਚ ਮਾੜਾ ਕੀ ਸੀ ਜੇ ਸੰਵਿਧਾਨਕ ਤੌਰ ਤੇ ਤੁਹਾਨੂੰ ਚੀਜ਼ ਮਿਲਦੀ ਹੈ ਤੇ? ਹਾਂ, ਮੈਂ ਹੀ ਪੁੱਛਣਾ ਚਾਹ ਰਿਹਾ ਕਿ ਬਈ ਜੇ ਤੁਹਾਨੂੰ ਬਿਨਾਂ ਸੰਘਰਸ਼ ਤੋਂ ਮਿਲ ਰਹੀ ਹੈ, ਤੁਸੀਂ ਦੱਸੋ ਉਹਦੇ ਚ ਮਾੜਾ ਕੀ ਹੈ? ਫਿਰ ਕਹਿੰਦੇ ਇੰਜ ਕਦੇ ਹੋ ਹੀ ਨਹੀਂ ਸਕਦਾ, ਸਪੀਚ ਹੋ ਹੀ ਨਹੀਂ ਸਕਦੀ। ਮੈਂ ਕਿਹਾ ਜੀ ਮੰਗਾ ਲਓ ਪਾਰਲੀਮੈਂਟ ਦਾ ਰਿਕਾਰਡ। ਉਸ ਵੇਲੇ 7.5 ਰੁਪਏ ਸਾਰਾ ਰਿਕਾਰਡ ਮਿਲ ਜਾਂਦਾ ਸੀ ਜੀ। ਮੈਂ ਕਿਹਾ ਜੀ ਖਰਚੋ। ਬਾਕੀ ਮੈਂ ਕਿਹਾ ਜੀ ਜਿੰਨੇ ਮੈਂਬਰ ਪਾਰਲੀਮੈਂਟ ਨੇ ਸਾਰਿਆਂ ਨੂੰ ਮੇਰੀ ਸਪੀਚ ਅਧਿਕਾਰਤ ਤੌਰ ਤੇ ਬਤੌਰ ਮੈਂਬਰ ਪਾਰਲੀਮੈਂਟ ਹਾਊਸ ਵੱਲੋਂ ਗਈ ਹੈ, ਉਹਨਾਂ ਨੂੰ ਪੁੱਛੋ ਕਿ ਇਹ ਸਪੀਚ ਗਈ ਹੈ ਕਿ ਨਹੀਂ ਗਈ। ਪਹਿਲਾ ਮੇਰਾ ਕੰਮ ਇਹ ਸੀ ਕਿ ਮੈਂ ਖਾਲਿਸਤਾਨ ਨੂੰ ਸੰਵਿਧਾਨਕ ਮਾਨਤਾ ਦਿਲਵਾਈ, ਪਾਰਲੀਮੈਂਟ ਵਿੱਚ ਐਕਸੈਪਟ ਕਰਵਾਇਆ,
ਮੇਰੀ ਉਸ ਸਪੀਚ 1.25 ਘੰਟੇ ਦੀ ਸਪੀਚ 'ਚੋਂ ਦੇਖੋ ਪਹਿਲਾਂ ਬਾਕੀ ਮੈਂਬਰ ਪਾਰਲੀਮੈਂਟ ਵੀ ਬੋਲੇ ਜੇ, ਸੁੱਚਾ ਸਿੰਘ ਮਲੋਆ ਜੀ ਵੀ ਬੋਲੇ ਨੇ, ਰਾਜਦੇਵ ਸਿੰਘ ਜੀ ਵੀ ਬੋਲੇ ਨੇ, ਬੀਬੀ ਰਜਿੰਦਰ ਕੌਰ ਬੁਲਾਰਾ ਵੀ ਬੋਲੀ ਹੈ, ਬੀਬੀ ਬਿਮਰ ਕੌਰ ਖਾਲਸਾ ਵੀ ਬੋਲੀ ਹੈ, ਸਾਰੇ ਮੈਂਬਰ ਪਾਰਲੀਮੈਂਟ ਬੋਲੇ ਨੇ। ਸਾਰਿਆਂ ਦੀਆਂ ਸਪੀਚੇ ਡਿਲੀਟ ਹੁੰਦੀਆਂ ਰਹੀਆਂ। ਕਿਉਂ? ਕਿਉਂਕਿ ਇਹਨਾਂ ਕੋਲ ਡਾਕੂਮੈਂਟ ਨਹੀਂ ਸੀ ਹੁੰਦੇ। ਅੱਛਾ, ਜਿਹੜੀ ਵਿਦਆਊਟ ਡਾਕੂਮੈਂਟ ਉਹ ਡਿਲੀਟ ਹੋ ਜਾਂਦੀ ਹੈ? ਉਹ ਡਿਲੀਟ ਹੋ ਜਾਂਦੀ ਹੈ, ਜਬਲੀਆਂ ਨਹੀਂ ਉੱਥੇ ਚੱਲਦੀਆਂ। ਓਕੇ। ਜੇ ਤੁਸੀਂ ਕੋਈ ਡਾਕੂਮੈਂਟਰੀ ਗੱਲ ਕਰ ਰਹੇ ਹੋ ਜਿਹਦੇ ਵਿੱਚ ਤੁਸੀਂ ਔਨ ਰਿਕਾਰਡਡ ਕਹਿ ਰਹੇ ਹੋ ਕਿ ਵੀ ਇਹ ਮੇਰਾ ਰਾਈਟ ਬਣਦਾ, ਹਾਂ, ਉਹਦਾ ਫਿਰ ਤੁਹਾਨੂੰ ਰਾਈਟ ਕਿਉਂ ਬਣਦਾ ਉਹ ਤੁਹਾਨੂੰ ਦੇਣਾ ਪੈਂਦਾ। ਅੱਛਾ ਜੀ। ਉਂਝ ਤੁਸੀਂ ਆਪਣੇ ਵਿਧਾਨਕ ਹਲਕੇ ਲਈ ਕਹਿ ਸਕਦੇ ਹੋ ਜੀ ਮੇਰੇ ਵਿਧਾਨਕ ਹਲਕੇ ਕਿ ਇਹ ਕੰਮ ਨਹੀਂ ਹੋਇਆ, ਇਹ ਕੰਮ ਨਹੀਂ ਹੋਇਆ, ਇਹ ਕਰਾ ਦਿਓ, ਇਹ ਕਰਾ ਦਿਓ, ਉਹਦੇ ਡਾਕੂਮੈਂਟ ਦੀ ਉਹਨਾਂ ਨੂੰ ਲੋੜ ਨਹੀਂ। ਪਰ ਜਦੋਂ ਤੁਸੀਂ ਆਪਣੇ ਕੌਮ ਵਾਸਤੇ ਵਿਧਾਨਕ ਗੱਲ ਕਰਦੇ ਹੋ ਕਿ ਭਈ ਮੇਰੀ ਕੌਮ ਨੂੰ ਭਾਰਤ ਤੋਂ ਆਜ਼ਾਦੀ ਚਾਹੀਦੀ ਹੈ ਜਾਂ ਮੇਰੀ ਕੌਮ ਨਾਲ ਤੁਸੀਂ ਮੇਰੀ ਕੌਮ ਦੇ ਐਨਏ ਸਿੰਘ ਸ਼ਹੀਦ ਕਰ ਦਿੱਤੇ, ਉਹਦੇ ਫਿਰ ਡਾਕੂਮੈਂਟ ਚਾਹੀਦੇ ਨੇ ਉੱਥੇ, ਨਹੀਂ ਤਾਂ ਉਹ ਕਹਿੰਦੇ ਨੇ ਤੁਸੀਂ ਝੂਠ ਬੋਲ ਰਹੇ ਹੋ। ਓਕੇ। ਫਿਰ ਪਾਰਲੀਮੈਂਟਰੀ ਲੈਂਗੁਏਜ ਚਾਹੀਦੀ ਹੈ। ਪਾਰਲੀਮੈਂਟਰੀ ਲੈਂਗੁਏਜ ਦੀ ਆਪਣੀ ਇੱਕ ਡਿਕਸ਼ਨਰੀ ਬਣੀ ਹੋਈ ਹੈ 7,500 ਪੇजेस ਦੀ। ਅੱਛਾ ਜੇ ਜੀ। ਤੁਸੀਂ ਕੋਈ ਵੀ ਅਨਪਾਰਲੀਮੈਂਟਰੀ ਲਫ਼ਜ਼ ਇਸਤੇਮਾਲ ਕੀਤਾ ਉਸੇ ਲਈ ਡਿਲੀਟ ਕਰ ਦੇਣਗੇ। ਇੰਨਾ ਖਿਆਲ ਰੱਖਣਾ ਪੈਂਦਾ ਹੈ? ਹਾਂਜੀ। ਤੇ ਜਿਹੜੇ ਸਾਡੇ ਤੋਂ ਮੈਂਬਰ ਆਫ ਪਾਰਲੀਮੈਂਟ ਪੰਜਾਬ ਦੇ ਵਿੱਚੋਂ ਬਣ ਕੇ ਜਾਂਦੇ ਨੇ, ਜਿਨ੍ਹਾਂ ਨੂੰ ਕੁਝ ਵੀ ਅਕਲ ਨਹੀਂ ਗੀ, ਜਿਹੜੇ ਤੋਂ ਸੌਣ ਜਾਂਦੇ ਨੇ ਔਰ ਬਕਾਇਦਾ ਜੀ ਉਹਨਾਂ ਦੀ ਪਾਰਟੀ ਦਾ ਕੋਈ ਲੀਡਰ ਇੱਕ ਬੋਲਦਾ ਹੈ ਤੇ ਸਿਰਫ ਟੇਬਲ ਖੜਕਾਉਣ ਜੋਗੇ ਨੇ, ਤੇ ਉਹਨਾਂ ਤੋਂ ਫਿਰ ਕੀ ਆਸਾਂ ਲਾਵਾਂਗੇ ਆਪਾਂ? ਉਹ ਡਾਕੂਮੈਂਟਰੀ ਗੱਲ ਕਰਦੇ ਨਹੀਂ ਜੀ, ਆਜ਼ਾਦੀ ਦੀ ਗੱਲ ਕਰਦੇ ਨਹੀਂ, ਕੌਮ ਦੇ ਹੱਕਾਂ ਦੀ ਗੱਲ ਕਰਦੇ ਨਹੀਂ, ਸਿਰਫ ਜਬਲੀਆਂ ਮਾਰਨ ਦੀ ਗੱਲ ਕਰਦੇ ਨੇ ਜਾਂ ਆਪਣੇ ਹਿੱਤ ਪਕਾਉਣ ਦੀ ਜਾਂ ਸਰਕਾਰ ਦੇ ਹਿੱਤ 'ਚ ਬੋਲਣ ਦੀ। ਉਹ ਗੱਲਾਂ ਬੋਲੀ ਜਾਓ ਤੁਸੀਂ, ਉਹਦੀ ਕੋਈ ਵੈਲਿਊ ਨਹੀਂ। ਕੌਮ ਵਾਸਤੇ ਉਹਦੀ ਕੋਈ ਵੈਲਿਊ ਨਹੀਂ, ਉਹਨਾਂ ਵਾਸਤੇ ਹੈਗੀ, ਕੌਮ ਵਾਸਤੇ ਉਹਦੀ ਕੋਈ ਵੈਲਿਊ ਨਹੀਂ। ਤਾਂ ਮੈਂ ਤੁਹਾਨੂੰ ਫਿਰ ਪਾਰਲੀਮੈਂਟ ਦੇ ਦੇਖੋ, ਇੱਕ ਤੇ ਭਾਰਤ ਦਾ ਸੰਵਿਧਾਨ ਦੇ ਅਧੀਨ ਬੋਲਣਾ, ਫਿਰ ਪਾਰਲੀਮੈਂਟ ਦੇ ਆਪਣੇ ਨਿਯਮ ਨੇ, ਉਹਦੀਆਂ ਪੂਰੀਆਂ 3 ਕਿਤਾਬਾਂ ਨੇ। ਅੱਛਾ ਜੀ। ਹਾਂਜੀ, ਉਹਨਾਂ ਨਿਯਮਾਂ ਦੇ ਤਹਿਤ ਬੋਲਣਾ ਤੁਸੀਂ। ਇਹਨਾਂ ਵਿੱਚੋਂ ਜਿੱਦੇ ਵੀ ਤੁਸੀਂ ਮੁਖਾਲਫਤ ਜਾਂ ਕੰਟਰਾਡਿਕਟਰੀ ਹੁੰਦੇ ਹੋ, ਉਹ ਚੀਜ਼ਾਂ ਤੁਹਾਡੀਆਂ ਕੱਢ ਦਿੱਤੀਆਂ ਜਾਂਦੀਆਂ ਨੇ। ਇਸ ਕਰਕੇ ਪਹਿਲਾ ਤਿੰਦਰਪਾਲ ਸਿੰਘ ਸਿੱਖ ਕੌਮ ਵਿੱਚੋਂ ਮੈਂਬਰ ਹੈ। ਆਪਣੇ ਮੂੰਹ ਤੋਂ ਮੈਂ ਕਹਿ ਰਿਹਾ, ਤੁਹਾਨੂੰ ਮਾਫੀ ਮੰਗਦੇ ਹੋਏ ਕਹਿ ਰਿਹਾ ਕਿ ਜਿਸ ਦੀ ਸਪੀਚ ਵਿੱਚੋਂ ਇੱਕ ਅੱਖਰ ਵੀ ਕੱਟਿਆ ਨਹੀਂ ਗਿਆ 1.25 ਘੰਟੇ ਦੀ ਸਪੀਚ ਵਿੱਚ। ਤੁਹਾਨੂੰ ਕਿਵੇਂ ਪਤਾ ਨਹੀਂ ਕੱਟਿਆ ਗਿਆ? ਕਿਉਂਕਿ ਮੈਂ ਜੋ ਬੋਲਿਆ ਉਹ ਛਪਿਆ, ਗਜਟ ਹੋਇਆ। ਗਜਟ ਹੋਇਆ, ਭਾਰਤ ਸਰਕਾਰ ਦਾ ਪਾਰਲੀਮੈਂਟਰੀ ਗਜਟ ਹੈ ਜੋ ਮੈਂ ਬੋਲਿਆ। ਇਸ ਕਰਕੇ ਮੈਨੂੰ ਪਤਾ, ਮੈਂ ਤੁਹਾਨੂੰ ਉਹ ਗਜਟ ਦਿਖਾ ਸਕਦਾ, ਮੇਰੇ ਕੋਲ ਗਜਟ ਪਿਆ। ਠੀਕ ਹੈ। ਹੂਬਹੂ ਉਦੋਂ ਵੀਡੀਓਗ੍ਰਾਫੀ ਨਹੀਂ ਸੀ ਹੁੰਦੀ, ਉਹ ਬਸ ਉਦੋਂ ਮੇਰਾ ਸਭ ਤੋਂ ਵੱਡਾ ਲਾਸ ਆ ਰਿਹਾ ਕਿ 9th ਲੋਕ ਸਭਾ ਦੀਆਂ ਸਪੀਚੇਜ ਰਿਕਾਰਡ ਆਡੀਓ ਵੀਡੀਓ ਨਹੀਂ ਸੀ ਬਣਦੀਆਂ, ਟੀਵੀ ਤੇ ਨਹੀਂ ਸੀ ਆਉਂਦੀਆਂ, ਉਹ ਗਜਟ ਹੁੰਦੀਆਂ ਸੀ। ਜਿਸ ਕਰਕੇ ਲੋਕੀ ਮੇਰੇ ਉਲਟ ਪ੍ਰਚਾਰ ਕਰਦੇ ਨੇ। ਤੇ ਹੁਣ ਦੇ ਅੱਜ ਦੀ ਨੇਸ਼ਨ ਨੂੰ ਇਹ ਪਤਾ ਨਹੀਂ, ਉਹ ਕਹਿੰਦੀ ਜੀ ਉਸ ਵੇਲੇ ਦੀ ਕੋਈ ਵੀਡੀਓ ਦਿਖਾਓ, ਉਦੋਂ ਬਣਦੀਆਂ ਹੀ ਨਹੀਂ ਸੀ। ਓਕੇ। ਤੇ ਇਸ ਕਰਕੇ ਮੈਂ ਉਹ ਨਹੀਂ ਪੜ੍ਹਨਾ ਪੈਣਾ, ਲੋਕਾਂ ਨੂੰ ਪੜ੍ਹਨ ਵਾਸਤੇ ਗਜਟ ਮੰਗਣਾ ਪੈਣਾ। ਗਜਟ ਉਥੋਂ ਤੁਹਾਨੂੰ ਬਾਈ ਪੋਸਟ ਵੀ ਆ ਜਾਂਦਾ। ਮਾਨ ਦੀਆਂ ਕੁਝ ਐਸੀਆਂ ਵੀਡੀਓ ਨੇ ਜਿਹੜੇ ਪਾਰਲੀਮੈਂਟ ਵਿੱਚ ਬੋਲੇ ਨੇ, ਉਹ 9th ਲੋਕ ਸਭਾ ਤੋਂ ਬਾਅਦ ਦੀਆਂ ਨੇ ਜੀ। ਅੱਛਾ, 9th ਲੋਕ ਸਭਾ ਇਸ ਤੋਂ ਗਿਆ ਹੀ ਨਹੀਂ। ਅੱਛਾ, ਉੱਥੇ ਕਿਰਪਾਨ ਬਾਹਰ ਢਾ ਕੇ ਬਹਿ ਗਿਆ। ਅੱਛਾ, 9th ਲੋਕ ਸਭਾ ਵਿੱਚ ਤੁਸੀਂ ਸੀ? ਮੈਂ ਸੀ। ਤੇ ਮਾਨ ਸਾਹਿਬ ਨਹੀਂ ਗਏ? ਨਹੀਂ ਗਏ। ਉਸ ਤੋਂ ਗਾਂ ਜਦੋਂ ਉਹ ਗਏ ਆ ਉਦੋਂ ਵੀਡੀਓਗ੍ਰਾਫੀ ਹੋਈ? ਉਦੋਂ ਵੀਡੀਓਗ੍ਰਾਫੀ ਹੋ ਰਹੀ। ਓਕੇ, ਠੀਕ ਆ ਜੀ, ਇਹ ਮੁੱਦੇ ਨੇ। ਠੀਕ ਹੈ। ਠੀਕ ਆ। ਹੁਣ ਮੇਰਾ ਪਹਿਲਾ ਮੁੱਦਾ ਇਹ ਸੀ ਜਿਹੜਾ ਮੈਂ ਸਿੱਖ ਕੌਮ ਲਈ ਰੱਖਿਆ। ਦੂਸਰਾ ਮੁੱਦਾ ਮੈਂ ਫਿਰ ਇਹ ਰੱਖਿਆ ਮੈਂ ਸਿੱਖ ਕੌਮ ਲਈ ਕਿ ਜੇ ਭਾਰਤ ਸਰਕਾਰ ਪੰਜਾਬ ਵਿੱਚ ਸ਼ਾਂਤੀ ਚਾਹੁੰਦੀ ਹੈ ਤੇ ਉਸ ਨੂੰ ਸਿੱਧੀ ਗੱਲਬਾਤ ਸੰਘਰਸ਼ ਕਰ ਰਹੇ ਨੌਜਵਾਨਾਂ ਨਾਲ ਕਰਨੀ ਪੈਣੀ ਹੈ, ਮੇਰੇ ਨਾਲ ਜਾਂ ਪਾਰਲੀਮੈਂਟਰੀ ਹੋਰ ਮੈਂਬਰ ਪਾਰਲੀਮੈਂਟਾਂ ਨਾਲ ਜਾਂ ਅਕਾਲੀ ਦਲ ਨਾਲ ਜਾਂ ਦਮਦਮੀ ਟਕਸਾਲ ਨਾਲ ਜਾਂ ਕਿਸੇ ਨਾਲ ਵੀ ਸਿਰੇ ਨਹੀਂ ਜੇ ਚੜ੍ਹਨੀ। ਜਿਹੜੇ ਸ਼ਸਤਰਬੱਧ ਸਿੱਖ ਨੌਜਵਾਨ ਸੰਘਰਸ਼ ਕਰ ਰਹੇ ਨੇ ਉਹਨਾਂ ਨੂੰ ਟੇਬਲ ਤੇ ਲਿਆਓ ਤੇ ਉਹਨਾਂ ਨਾਲ ਗੱਲਬਾਤ ਕਰੋ, ਤਾਂ ਗੱਲ ਪੰਜਾਬ ਵਿੱਚ ਸ਼ਾਂਤੀ ਹੋਏਗੀ, ਨਹੀਂ ਤੇ ਸ਼ਾਂਤੀ ਨਹੀਂ ਹੋਏਗੀ। ਓਕੇ। ਦੇਖੋ, ਮੈਂ ਖਾੜਕੂਆਂ ਦਾ ਮੁੱਦਾ ਪੰਜਾਬ ਵਿੱਚ ਪਾਰਲੀਮੈਂਟ ਵਿੱਚ ਲਿਜਾਣ ਵਾਲਾ, ਮੈਂ ਪਾਰਲੀਮੈਂਟ ਵਿੱਚ ਭਾਰਤ ਸਰਕਾਰ ਨੂੰ ਇਸ ਚੀਜ਼ ਤੇ ਐਗਰੀ ਕਰਾਉਣ ਵਾਲਾ, ਐਗਰੀ ਕਰ ਗਿਆ ਵੀਪੀ ਸਿੰਘ ਕਿ ਬਈ ਅਸੀਂ ਇਸ ਚੀਜ਼ ਨਾਲ ਸਹਿਮਤ ਹਾਂ। ਜਿਹੜੇ ਲੀਡਰਾਂ ਨੂੰ ਪੀੜ ਪੈ ਗਈ, ਜਿਹੜੇ ਵੀ, ਮੈਂ ਉਹ ਨਾਂ ਨਹੀਂ ਲਾਂਗਾ, ਤੁਸੀਂ ਕਹਿੰਦੇ ਹੋ ਨਾ ਲਓ,
ਅੰਮ੍ਰਿਤਸਰ ਅਕਾਲੀ ਦਲ ਸੀ, ਦਮਦਮੀ ਟਕਸਾਲ ਸੀ, ਸ਼੍ਰੋਮਣੀ ਅਕਾਲੀ ਦਲ ਦੂਜਾ ਸੀ, ਬਰਨਾਲਾ ਧੜਾ ਵੀ ਸੀ, ਲੌਂਗੋਵਾਲ ਧੜਾ ਵੀ ਸੀ, ਉਦੋਂ ਬੜੇ ਅਕਾਲੀ 1920 ਵਾਲਾ ਅਕਾਲੀ ਦਲ ਵੀ ਸੀ। ਠੀਕ ਆ ਨਾ ਜੀ। ਇਹਨਾਂ ਸਾਰਿਆਂ ਨੂੰ ਪੀੜ ਪੈ ਗਈ ਹੈ, ਇੰਜ ਤਾਂ ਅਸੀਂ ਮਨਫੀ ਹੋ ਜਾਾਂਗੇ। ਇਹਨਾਂ ਨੇ ਮੇਰੇ ਖਿਲਾਫ ਬੋਲਣਾ ਲੋਕਾਂ ਹੀ ਸ਼ੁਰੂ ਕਰਤਾ, ਕਿਉਂਕਿ ਮੈਨੂੰ ਲੋਕਾਂ 'ਚ ਬੋਲਣ ਨਹੀਂ ਸੀ ਦਿੰਦੇ। ਮੇਰੇ ਮੀਡੀਆ 'ਚ ਬਿਆਨ ਰੋਕੇ ਹੋਏ ਸੀ, ਮੇਰੀਆਂ ਸਪੀਚਾਂ ਵੀ ਰੋਕੀਆਂ ਹੋਈਆਂ ਸੀ ਸਰਕਾਰ ਨੇ। ਇਹਨਾਂ ਨੇ ਕਹਿਣਾ ਸ਼ੁਰੂ ਕਰਤਾ ਬਈ ਅਤਿੰਦਰਪਾਲ ਸਿੰਘ ਤਾਂ ਇੰਜ ਕਰ ਰਿਹਾ ਜੀ, ਇੰਜ ਕਰ ਰਿਹਾ ਜੀ, ਖਾੜਕੂ ਤੁਹਾਡੇ ਖਿਲਾਫ ਭਾਰਤ ਸਰਕਾਰ ਨੂੰ ਉਕਸਾ ਰਿਹਾ। ਇਹ ਕਿਹਾ ਗਿਆ ਖਾੜਕੂਆਂ ਨੂੰ, ਜਿੰਦੇ ਜੇ ਖੜ ਕੇ ਜੀ ਪੁੱਛੋ ਉਹਨਾਂ ਨੂੰ। ਮੈਂ ਤਾਂ ਹੈਗਾ ਦੇਖੋ ਲੀਡਰਸ਼ਿਪ ਮਖੂ ਸਾਹਿਬ ਕੀ ਹੁੰਦੀ ਹੈ, ਮੈਂ ਥੋੜਾ ਜਿਹਾ ਹਟ ਕੇ ਗੱਲ ਕਰਨ ਲੱਗਾ, ਪਰ ਇਹ ਗੱਲ ਇਸ ਮੌਕੇ ਤੇ ਕਰਨੀ ਬੜੀ ਜ਼ਰੂਰੀ ਹੈ। ਕੌਮਾਂ ਦੀ ਲੀਡਰਸ਼ਿਪ ਇਹ ਨਹੀਂ ਹੁੰਦੀ ਕਿ ਜਿੱਧਰ ਭੀੜ ਜਾ ਰਹੀ ਹੈ ਉਹ ਧੂੜ ਉਡਾਉਂਦੀ ਹੋਈ ਉਸੇ ਪਾਸੇ ਹੀ ਤੁਸੀਂ ਆਪਣਾ ਵੀ ਟੱਟੂ ਦੌੜਾ ਲਓ ਤੇ ਉਸ ਤੇ ਬੈਠ ਜਾਓ, ਕਹੋ ਜੀ ਮੈਂ ਲੀਡਰ ਹਾਂ, ਦੇਖੋ ਮੇਰੇ ਨਾਲ ਐਨੀ ਕੌਮ ਹੈ। ਉਹ ਲੀਡਰ ਨਹੀਂ ਹੁੰਦਾ। ਓਕੇ, ਉਹ ਤਾਂ ਧੂੜ ਵਿੱਚ ਟੱਟੂ ਭਜਾਉਣ ਵਾਲਾ ਬੰਦਾ। ਉਹਨੇ ਕੌਮ ਦੀ ਕੀ ਅਗਵਾਈ ਕਰਨੀ ਹੈ? ਉਹ ਤੇ ਜਾ ਕੇ ਖੂਹ ਵਿੱਚ ਹੀ ਸੁੱਟੇਗਾ ਸਾਰਿਆਂ ਨੂੰ। ਲੀਡਰ ਉਹ ਵੀ ਨਹੀਂ ਜੇ ਹੁੰਦਾ, ਬੁੱਧੀਜੀਵੀ, ਵਿਚਾਰਕ ਜਾਂ ਮੀਡੀਆ ਉਹ ਵੀ ਨਹੀਂ ਜੇ ਹੁੰਦਾ ਜਿਹੜਾ ਸਮਾਂ ਨਿਕਲ ਜਾਏ ਤੇ ਉਸ ਤੋਂ ਬਾਅਦ ਬੋਲੇ ਦੇਖੋ ਜੀ ਇੰਜ ਹੋਣਾ ਚਾਹੀਦਾ ਸੀ, ਇੰਜ ਹੋਣਾ ਚਾਹੀਦਾ ਸੀ। ਅਤਿੰਦਰਪਾਲ ਸਿੰਘ ਨੇ ਨਾਲ ਇਹੀ ਖੜਕਦੀ ਜੇ ਸਾਰਿਆਂ ਦੀ। ਅਤਿੰਦਰਪਾਲ ਸਿੰਘ ਨੇ ਕਦੇ ਵੀ ਨਹੀਂ ਕਿਹਾ ਜੀ ਪਹਿਲਾਂ ਇੰਜ ਹੋਣਾ ਚਾਹੀਦਾ ਸੀ, ਇੰਜ ਹੋਣਾ ਚਾਹੀਦਾ ਸੀ, ਇੰਜ ਹੋਣਾ ਚਾਹੀਦਾ ਸੀ। ਅਤਿੰਦਰਪਾਲ ਸਿੰਘ ਨੇ ਹਮੇਸ਼ਾ ਸਮੇਂ ਸਿਰ ਆਪਣੀ ਠੋਕ ਕੇ ਆਪਣਾ ਵਿਜ਼ਨ ਤੇ ਆਪਣੀ ਗੱਲ ਕਹੀ ਹੈ ਕਿ ਭਾਈ ਜੇ ਇਹ ਸੰਘਰਸ਼ ਸ਼ੁਰੂ ਕਰ ਰਹੇ ਹੋ ਤੇ ਤੁਹਾਨੂੰ ਇਹ ਸੰਘਰਸ਼ ਤੋਂ ਇਹ ਨਤੀਜਾ ਮਿਲੇਗਾ, ਇਹਨੂੰ ਅੱਜ ਸੁਧਾਰ ਲਓ ਜੀ। ਮੇਰਾ ਵਿਰੋਧ ਇਸ ਕਰਕੇ ਵੀ ਜ਼ਿਆਦਾ ਜੇ ਨਹੀਂ ਤਾਂ ਤੁਸੀਂ ਅੰਦਰ ਗਏ, ਤੁਹਾਡਾ ਵਿਰੋਧ ਹੋਇਆ ਤੇ ਮੈਂ ਐਸੇ ਗੱਲਾਂ ਕਰਕੇ ਗਈਆਂ ਹੈਨਾ। ਹਾਂਜੀ, ਪਰ ਫਿਰ ਵੀ ਤੁਸੀਂ ਜਿਹੜੇ ਕੰਮ ਕਰਵਾ ਪਾਏ ਹੋ, ਕਿਉਂਕਿ ਸਾਨੂੰ ਇੱਥੋਂ ਤੱਕ ਵੀ ਪਤਾ ਲੱਗਿਆ ਮੇਰੇ ਖਿਆਲ ਤੁਸੀਂ ਰਿਕਸ਼ਾ ਤੇ ਜਾਂਦੇ ਹੁੰਦੇ ਸੀ। ਮੈਂ ਕਈ ਵਾਰੀ ਰਿਕਸ਼ਾ ਤੇ ਗਿਆ ਜੀ, ਕਈ ਵਾਰੀ ਮੈਂ ਪੈਦਲ ਵੀ ਗਿਆ ਬਤੌਰ ਮੈਂਬਰ ਪਾਰਲੀਮੈਂਟ। ਤੇ ਜਿਹੜੇ ਬਾਕੀ ਮੈਂਬਰ ਆਫ ਪਾਰਲੀਮੈਂਟ ਗੱਡੀਆਂ ਤੇ ਲੰਘਦੇ ਸੀ ਉਹ ਫਿਰ ਕਿਵੇਂ ਤੁਹਾਨੂੰ? ਨਹੀਂ, ਮੈਨੂੰ ਅੱਛਾ ਲੱਗਦਾ ਸੀ ਕਿ ਸਤਿਗੁਰੂ ਨੇ ਉਹਨਾਂ ਨੂੰ ਗੱਡੀਆਂ ਬਖਸ਼ਿਸ਼ ਕੀਤੀਆਂ ਹੋਈਆਂ ਨੇ, ਬੜੀ ਅੱਛੀ ਗੱਲ ਆ। ਮੈਂ ਸਬਰ ਵਿੱਚ ਰਹਿਣ ਵਾਲਾ, ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿਣ ਵਾਲਾ ਬੰਦਾ। ਅਕਾਲ ਪੁਰਖ ਨੇ ਮੈਨੂੰ ਜਿੱਥੇ ਰੱਖਣਾ ਮੈਂ ਉੱਥੇ ਰਹਿ ਕੇ ਖੁਸ਼ ਹਾਂ ਤੇ ਮੈਨੂੰ ਕਦੇ ਇੰਝ ਅਹਿਸਾਸ ਨਹੀਂ ਹੋਇਆ। ਮੈਂ ਕਮਤਰੀ ਦਾ ਅੱਜ ਤੱਕ ਜ਼ਿੰਦਗੀ, ਜਿਹੜਾ ਬੰਦਾ ਕਮਤਰੀ ਦਾ ਸ਼ਿਕਾਰ ਹੋ ਗਿਆ ਉਹ ਕੌਮ ਦੀ ਅਣਖ ਵਾਸਤੇ ਕੀ ਸੰਘਰਸ਼ ਲੜੇਗਾ ਜੇ ਆਪਣੀ ਅਣਖ ਨਾਲ ਮੈਂ ਬਚਾ ਸਕਿਆ ਜੀ। ਮੈਂ ਅਣਖ ਨਾਲ ਜਾਂਦਾ ਸੀ, ਠੋਕ ਕੇ ਜਾਂਦਾ ਸੀ, ਸਾਰਿਆਂ ਨੂੰ ਮਿਲ ਕੇ ਜਾਂਦਾ ਸੀ, ਸਾਰੇ ਮੇਰੇ ਵੱਲ ਦੇਖਦੇ ਸੀ, ਮੈਂ ਜਾਂਦਾ ਸੀ। ਈਵਨ ਇੱਥੋਂ ਤੱਕ ਕਿ ਮੈਂ ਪਟਿਆਲੇ, ਦਿੱਲੀ ਤੋਂ ਪਟਿਆਲੇ ਆਉਂਦਾ ਸੀ, ਸਰਕਾਰੀ PRTC ਦੀ ਬੱਸ ਵਿੱਚ ਬੈਠ ਕੇ ਆਉਂਦਾ ਸੀ, ਆਪਣੇ ਘਰ ਰਿਕਸ਼ਾ ਵਿੱਚ ਬੈਠ ਕੇ ਆਉਂਦਾ ਸੀ। ਮੈਨੂੰ ਤਾਂ ਕਦੇ ਸ਼ਰਮ ਨਹੀਂ ਮਹਿਸੂਸ ਹੋਈ। ਮੈਨੂੰ ਅਕਾਲੀ ਲੀਡਰਾਂ ਨੇ ਪਟਿਆਲੇ 'ਚ ਵੀ ਫਪਤੀਆਂ ਮਾਰੀਆਂ। ਜਦੋਂ ਮੈਨੂੰ ਪਹਿਲੀ 2 ਮਹੀਨਿਆਂ ਦੀ ਤਨਖਾਹ ਮਿਲੀ, ਠੀਕ ਆ ਨਾ ਜੀ, ਤੇ ਮੈਂ ਇੱਕ LML ਵੈਸਪਾ ਸਕੂਟਰ ਖਰੀਦਿਆ ਕਿਉਂਕਿ ਮੇਰੇ ਕੋਲ ਆਈ ਉਨੀ ਕੋ ਪੈਸਾ ਸੀ। ਤੇ ਅਕਾਲੀ ਦਲ ਪਟਿਆਲੇ ਦੇ ਵੱਡੇ ਵੱਡੇ ਲੀਡਰ, ਮੈਂ ਨਾਂ ਨਹੀਂ ਲਾਂਗਾ, ਮੈਨੂੰ ਫਪਤੀਆਂ ਮਾਰ ਲਾਓ ਜੀ ਸਕੂਟਰ ਦੇਖੋ ਜੀ, MP ਸਕੂਟਰ ਤੇ ਘੁੰਮਦਾ, ਲੋਕਾਂ ਦਾ ਕੀ ਸਵਾਰੇਗਾ। ਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਸੀ ਕਿ ਸਵਾਰਾਂਗਾ ਤਾਂ ਮੈਂ ਹੀ, ਜਿਹੜੇ ਭ੍ਰਿਸ਼ਟਾਚਾਰ ਵਿੱਚ ਘੁੰਮਦੇ ਨੇ ਉਹ ਲੋਕਾਂ ਦਾ ਕੱਖ ਨਹੀਂ ਸਵਾਰ ਸਕਦੇ। ਓਕੇ, ਮੈਂ ਉਹਨਾਂ ਨੂੰ ਜਵਾਬ ਦਿੰਦਾ ਹੁੰਦਾ ਸੀ, ਪਰ ਮੇਰੀਆਂ ਇਹ ਗੱਲਾਂ ਨਹੀਂ ਆਈਆਂ ਸਾਹਮਣੇ, ਨਹੀਂ ਆਈਆਂ ਬਿਲਕੁਲ, ਕਿਉਂਕਿ ਲੋਕਾਂ ਤੋਂ ਮੀਡੀਆ ਨੇ ਜਜ਼ਬ ਕਰਕੇ ਰੱਖੀਆਂ ਸਰਕਾਰੀ ਪੈਟਾ। ਮੈਂ ਹਲੇ ਤੁਹਾਨੂੰ ਆਪਣੀਆਂ ਕੀ ਕਾਰਵਾਈਆਂ ਕੀਤੀਆਂ ਉਹ, ਚਲੋ ਖਾੜਕੂਆਂ ਨੇ ਕਹਿਤਾ ਜੀ ਅਸੀਂ ਸਾਡੀ ਸਾਰੀ ਲੀਡਰਸ਼ਿਪ ਦਮਦਮੀ ਟਕਸਾਲ ਤੇ ਸਿਮਰਨਜੀਤ ਸਿੰਘ ਮਾਨ, ਫਿਰ ਉਹਨਾਂ ਨੇ ਜੋ ਕਰਾਉਣਾ ਸੀ ਉਹਨਾਂ ਦਾ ਕਰਾਤਾ। ਮੈਂ ਹੁਣ ਉਸ ਬਾਰੇ ਕੁਝ ਨਹੀਂ ਕਹਾਂਗਾ ਜੀ, ਸਾਰਾ ਕੁਝ ਸਾਹਮਣੇ ਪ੍ਰਤੱਖ ਹੋ ਗਿਆ। ਮੈਂ ਆਪਣੇ ਆਪ ਨੂੰ ਪਾਸੇ ਕੱਢ ਲਿਆ ਬਈ ਜਦ ਮੈਂ ਉਹਨਾਂ ਨੂੰ ਲੀਡਰ ਬਣਾਉਣ ਨੂੰ ਤਿਆਰ ਹਾਂ, ਉਹ ਨਹੀਂ ਬਣ ਰਹੇ ਤੇ ਫਿਰ ਮੈਂ ਕੀ ਕਰ ਸਕਦਾ। ਫਿਰ ਦੂਸਰਾ ਸਟੈਪ ਆਇਆ, ਉਦੋਂ ਉਹਨਾਂ ਨੇ ਪੁੱਛਿਆ ਜੀ ਕਿ ਬਈ ਪੰਜਾਬ ਵਿੱਚ ਕਿਵੇਂ ਕਰੀਏ ਯਾਰ, ਸਾਡਾ ਵਾਲਾ ਮਿਸ਼ਨ ਤਾਂ ਫੇਲ ਹੋ ਗਿਆ ਬਈ। ਦਮਦਮੀ ਟਕਸਾਲ ਮਾਨ ਤੇ ਹੋਰ ਧੜਿਆਂ ਨਾਲ ਗੱਲਬਾਤ ਕਰਕੇ ਉਹ ਚੰਦਰ ਸ਼ੇਖਰ ਵੇਲਾ ਟਾਈਮ ਆਇਆ, ਮੈਂ ਫਿਰ ਉਹਨੂੰ ਵੀ ਇਹੀ ਗੱਲ ਕਹੀ, ਮੈਂ ਕਿਹਾ ਜੀ ਦੇਖੋ ਤੁਹਾਨੂੰ ਗੱਲ ਖਾੜਕੂਆਂ ਨਾਲ ਕਰਨੀ ਪੈਣੀ ਔਰ ਉਹਨਾਂ ਨੂੰ ਪੋਲੀਟੀਕਲਾਈਜ਼ ਕਰਨ ਦਾ ਮੌਕਾ ਦਿਓ। ਉਹਨਾਂ ਨੂੰ ਪੰਜਾਬ ਵਿਧਾਨ ਸਭਾ 'ਚ ਸੱਤਾ 'ਚ ਆਉਣ ਦਾ ਮੌਕਾ ਦਿਓ। ਜੇ ਇਹ ਮਨ ਬਣਾਓਗੇ ਤਾਂ ਗੱਲਬਾਤ ਹੋਏਗੀ, ਨਹੀਂ ਤਾਂ ਨਹੀਂ ਹੋਏਗੀ। ਠੀਕ ਹੈ ਨਾ। ਖਾੜਕੂਆਂ ਨੂੰ ਮਾਰਨ ਦੇ ਨਾਲੋਂ, ਖਤਮ ਕਰਨ ਦੇ ਨਾਲੋਂ, ਮੁੱਠੇ ਮੁਕਾਬਲਿਆਂ ਦੇ ਨਾਲੋਂ ਰਾਜਸੀ ਤਾਕਤ ਦੇ ਕੇ ਪਾਰਲੀਮੈਂਟ 'ਚ ਲਿਆਓ, ਪਾਰਲੀਮੈਂਟ ਵਿਧਾਨ ਸਭਾ 'ਚ ਲਿਆਓ, ਪੰਜਾਬ ਦੀ ਸਰਕਾਰ ਉਹਨਾਂ ਨੂੰ ਬਖਸ਼ੋ।
ਲੋਕਾਂ ਨੂੰ ਫੈਸਲਾ ਕਰਨ ਦਿਓ ਨਾ ਕਿ ਉਹ ਖਾਲਿਸਤਾਨ ਚਾਹੁੰਦੇ ਨੇ ਕਿ ਨਹੀਂ ਚਾਹੁੰਦੇ। ਓਕੇ, ਵੀ ਸਰਕਾਰ ਫੈਸਲਾ ਨਾ ਕਰੇ। ਫੈਸਲਾ ਸਰਕਾਰ ਔਰ ਪੁਲਿਸ ਦੀ ਨਾਲ ਤੇ ਕਿਉਂ ਕਰਾਉਂਦੇ ਹੋ? ਗੋਲੀ ਦੇ ਜ਼ੋਰ ਤੇ ਹੀ ਸਾਡੀ ਹਿੱਕ ਤੇ ਆਪਣੀ ਬੰਦੂਕ ਤਾਣ ਕੇ ਕਿਉਂ ਕਹਿੰਦੇ ਤੂੰ ਕਹਿ ਕੇ ਤੂੰ ਖਾਲਿਸਤਾਨੀ ਨਹੀਂ ਹੈ? ਜਦ ਤੁਸੀਂ ਡੈਮੋਕ੍ਰੈਟਿਕ ਕੰਟਰੀ ਆਪਣੇ ਆਪ ਨੂੰ ਮੰਨਦੇ ਹੋ ਤੇ ਸਾਨੂੰ ਵੋਟਾਂ ਪਾਉਣ ਦਾ ਅਧਿਕਾਰ ਦਿਓ ਕਿ ਬਈ ਅਸੀਂ ਖਾਲਿਸਤਾਨ ਲਈ ਵੋਟ ਪਾਈਏ ਜਾਂ ਨਾ ਪਾਈਏ। ਇਸ ਤੋਂ ਭਾਰਤ ਸਰਕਾਰ ਭੱਜਦੀ ਰਹੀ ਔਰ ਮੈਂ ਇਸ ਦੀ ਡਿਮਾਂਡ ਕਰਦਾ ਰਿਹਾ ਵਿਦਿਨ ਪਾਰਲੀਮੈਂਟ। ਮੈਂ ਸਾਰੇ ਪਾਰਲੀਮੈਂਟ ਨੂੰ ਇਸ ਤੇ ਸਹਿਮਤ ਕੀਤਾ। ਦੇਖੋ ਇਕੱਲਾ ਇੰਡੀਪੈਂਡੈਂਟ ਮੈਂਬਰ ਪਾਰਲੀਮੈਂਟ ਆ, ਮੇਰੇ ਨਾਲ ਕੋਈ ਪਾਰਟੀ ਨਹੀਂ। ਤੇ ਪਾਰਲੀਮੈਂਟ ਹੀ ਚਾਹ ਹੁੰਦਾ ਜੇ ਕਿ ਪਾਰਟੀਆਂ ਨੂੰ ਸਮਾਂ ਅਲਾਟ ਹੁੰਦਾ, ਮੈਂਬਰਾਂ ਨੂੰ ਸਮਾਂ ਅਲਾਟ ਨਹੀਂ ਹੁੰਦਾ ਕਿ ਕਿਸ ਪਾਰਟੀ ਦੀ ਕਿੰਨੀ ਸਟਰੈਂਥ ਹੈ। ਅੱਜ ਸਪੋਜ਼ ਕਰੋ ਜੇ 60 ਘੰਟੇ ਪਾਰਲੀਮੈਂਟ ਚੱਲਣੀ ਹੈ ਉਹਦਾ ਸੈਸ਼ਨ, ਉਹ 60 ਘੰਟੇ ਵਿੱਚ ਜੇ ਤੁਹਾਡੀ ਪਾਰਟੀ ਦੇ 60% ਮੈਂਬਰ ਨੇ ਤੇ 60 ਘੰਟੇ ਵਿੱਚ 60% ਟਾਈਮ ਤੁਹਾਨੂੰ ਮਿਲੇਗਾ। ਜਿਹਦੇ 20% ਨੇ ਉਹਨੂੰ 20, ਜਿਹਦੇ 5 ਨੇ ਉਹਨੂੰ 5, ਜਿਹਦੇ 1% ਉਹਨੂੰ 1। ਤੇ ਬਤੌਰ ਅਤਿੰਦਰਪਾਲ ਸਿੰਘ ਜਿਹਦੀ ਕੋਈ ਪਾਰਟੀ ਨਹੀਂ ਹੈ, ਉਹ ਬਤੌਰ ਇੰਡੀਪੈਂਡੈਂਟ ਹਾਊਸ ਵਿੱਚ ਬੈਠਾ ਹੈ ਤੇ 9th ਲੋਕ ਸਭਾ ਵਿੱਚ ਪੰਜਾਬ ਦੇ ਸਾਰੇ ਮੈਂਬਰ ਪਾਰਲੀਮੈਂਟ ਨਾਲੋਂ ਸਭ ਤੋਂ ਜ਼ਿਆਦਾ ਸਮਾਂ ਦਾਸ ਬੋਲਿਆ ਜੇ। ਇਹ ਵੀ ਰਿਕਾਰਡ ਆ? ਇਹ ਵੀ ਰਿਕਾਰਡ ਆ। ਸਭ ਤੋਂ ਜ਼ਿਆਦਾ ਮੁੱਦੇ ਦਾਸ ਨੇ ਚੁੱਕੇ, ਇਹ ਵੀ ਰਿਕਾਰਡ ਆ। ਮੈਨੂੰ ਉਹ ਨਹੀਂ ਹੈ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹੋ ਜਾਂਦਾ ਵਾਂ ਕਿ ਤੁਸੀਂ ਸਭ ਤੋਂ ਵੱਧ ਮੁੱਦੇ ਚੱਕੇ ਆ। ਮੈਂ ਇਹ ਪੁੱਛਣਾ ਚਾਹੁੰਦਾ ਵੀ ਇਹਨਾਂ ਮੁੱਦਿਆਂ ਬਾਰੇ ਲੋਕਾਂ ਦੇ ਮੁੱਦੇ ਹੋਣ ਤੇ ਲੋਕਾਂ ਨੂੰ ਹੀ ਪਤਾ ਨਾ ਹੋਵੇ ਵੀ ਸਾਡੇ ਮੁੱਦੇ ਚੱਕੇ ਆ। ਦੇਖੋ ਉਸ ਵੇਲੇ ਡਰ ਔਰ ਭੈ ਸੀ ਕੁਛ ਹੱਦ ਤੱਕ ਬਾਅਦ ਵਿੱਚ, ਕਿਉਂਕਿ ਜਿਸ ਵੇਲੇ ਮੈਂ ਮੇਰੀ ਵੀਰ ਜੀ ਇੰਨੀ ਹਾਊਸ ਕਦਰ ਕਰਨ ਲੱਗ ਗਿਆ ਸੀ। ਉਹਨਾਂ ਨੇ ਮੇਰੀ ਪਹਿਲੀ ਮੇਡਨ ਸਪੀਚ ਦੇਖੀ। ਦੂਸਰੇ ਦਿਨ ਫਿਰ ਜਿਹੜਾ ਮੈਨੂੰ 7 ਮਿੰਟ ਮਿਲਿਆ ਸੀ ਮੈਂ ਉਹ ਸਮਾਂ ਵੀ ਲੈ ਲਿਆ, ਉਹ ਕਾਨੂੰਨੀ ਤੌਰ ਤੇ ਲੈ ਲਿਆ ਵੀ ਮੇਰਾ ਕੱਲ ਦਾ ਪੈਂਡਿੰਗ ਹੈ, ਮੈਨੂੰ ਉਹ ਮਿਲਿਆ। ਹਾਊਸ ਨੇ ਇਹ ਦੇਖਿਆ ਕਿ ਬਈ ਇਹ ਬੰਦਾ ਕੋਈ ਵੀ ਗੈਰ ਵਾਜਬ ਗੱਲ ਨਹੀਂ ਕਰਦਾ। ਤੇ ਮੈਨੂੰ ਜੇ 7 ਮਿੰਟ ਦਾ ਸਮਾਂ ਮਿਲਿਆ ਸੀ, ਮੈਂ 7 ਮਿੰਟ ਹੀ ਆਪੇ ਬੈਠ ਗਿਆ, ਸਪੀਕਰ ਨੂੰ ਘੰਟੀ ਮਾਰਨ ਦਾ ਮੌਕਾ ਨਹੀਂ ਦਿੱਤਾ। ਜੇ ਮੈਨੂੰ ਸਪੀਕਰ ਨੇ ਕਈ ਵਾਰੀ ਹੋਇਆ ਕਿ ਅਤਿੰਦਰਪਾਲ ਸਿੰਘ 1 ਮਿੰਟ, ਮੈਂ 1 ਮਿੰਟ ਚ ਆਪਣੀ ਗੱਲ ਰੱਖ ਕੇ ਬੈਠ ਗਿਆ, ਮੈਂ ਮੌਕਾ ਨਹੀਂ ਦਿੱਤਾ ਕਿਸੇ ਨੂੰ। ਤੇ ਉਹ ਹਾਊਸ ਨੇ ਮੇਰਾ ਕਿਰਦਾਰ ਦੇਖਿਆ, ਮੇਰੀ ਭਾਸ਼ਾ ਦੇਖੀ, ਮੇਰਾ ਕੰਮ ਦੇਖਿਆ, ਮੇਰਾ ਕਨਸਟੀਟਿਊਸ਼ਨ ਵਰਕ ਦੇਖਿਆ, ਮੇਰਾ ਹਾਊਸ ਦੇ ਨਿਯਮਾਂ ਅਨੁਸਾਰ ਕੰਮ ਕਰਨ ਦਾ ਤਰੀਕਾ ਦੇਖਿਆ। ਸਾਰਾ ਹਾਊਸ ਮੇਰੇ ਨਾਲ ਸਹਿਮਤ ਹੋ ਜਾਂਦਾ ਸੀ। ਇੱਥੋਂ ਤੱਕ ਹੋਇਆ ਕਿ ਪੰਜਾਬ ਬਾਰੇ ਆਰਡੀਨੈਂਸ ਆਣਾ ਸੀ ਕਿ ਬਈ ਹੋਰ 6 ਮਹੀਨਿਆਂ ਦਾ ਰਾਸ਼ਟਰਪਤੀ ਰਾਜ ਲਾਗੂ ਰਹੇ ਤੇ ਮੈਨੂੰ ਬੋਲਣ ਵਾਸਤੇ ਸਮਾਂ ਨਹੀਂ ਸੀ ਦਿੱਤਾ ਜਾ ਰਿਹਾ। ਤੇ ਮੈਂ ਖੜਾ ਹੋ ਗਿਆ, ਮੈਂ ਕਿਹਾ ਜੀ ਕਹਿੰਦੇ ਜੀ ਪਾਰਟੀਆਂ ਨੂੰ ਸਮਾਂ ਅਲਾਟ ਹੋਇਆ, ਕਿਤੇ ਨੂੰ ਨਹੀਂ ਹੋਇਆ। ਉੱਥੇ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸੀ ਜੀ। ਮੈਂ ਕਿਹਾ ਜੀ ਕਿ ਇੰਡੀਪੈਂਡੈਂਟ ਮੈਂਬਰ ਪਾਰਲੀਮੈਂਟ ਦੀ ਕੋਈ ਕਨਸਟੀਟੈਂਸੀ ਨਹੀਂ ਹੁੰਦੀ। ਸਪੀਕਰ ਇੱਕਦਮ ਚੁੱਪ ਹੋ ਗਿਆ। ਮੈਂ ਕਿਹਾ ਮੈਂ ਮਿਸਟਰ ਪ੍ਰਾਈਮ ਮਿਨਿਸਟਰ ਨੂੰ ਬੇਨਤੀ ਕਰਦਾ ਕਿ ਉਹਨਾਂ ਨੂੰ, ਉਹ ਤਾਂ 2-2 ਘੰਟੇ ਬੋਲਦੇ ਨੇ, ਉਹ 2 ਘੰਟੇ ਵਿੱਚੋਂ ਕੀ ਇੱਕ ਇੰਡੀਪੈਂਡੈਂਟ ਮੈਂਬਰ ਪਾਰਲੀਮੈਂਟ ਦੀ ਕਨਸਟੀਟੈਂਸੀ ਦੀ ਆਵਾਜ਼ ਸੁਣਨ ਵਾਸਤੇ ਆਪਣੇ 5 ਮਿੰਟ ਨਹੀਂ ਹਾਊਸ ਵਿੱਚ ਮੈਨੂੰ ਦੇ ਸਕਦੇ? ਓਕੇ, ਵੀਪੀ ਸਿੰਘ ਨੇ ਮੈਨੂੰ ਦੇ ਦਿੱਤੇ। ਇਹ ਕਿਰਦਾਰ ਮੈਂ ਆਪਣਾ ਉੱਥੇ ਬਣਾਇਆ। ਔਰ ਉਸ 5 ਮਿੰਟ ਵਿੱਚ ਮੈਂ ਹਾਊਸ ਨੂੰ ਕਿਹਾ ਕਿ ਦੁਬਾਰਾ ਰਾਸ਼ਟਰਪਤੀ ਸ਼ਾਸਨ ਲਾਗੂ ਕਰਨਾ, ਆਰਮ ਐਕਟ ਲਾਗੂ ਕਰਨਾ, ਡਿਸਟਰਬ ਏਰੀਆ ਐਕਟ ਲਾਗੂ ਕਰਨਾ ਪੰਜਾਬ ਤੇ। ਤੁਸੀਂ ਪੰਜਾਬ ਵਿੱਚ ਇਹ ਸੁਨੇਹੇ ਭੇਜ ਦਿਓ ਕਿ ਪੰਜਾਬ ਨੂੰ ਭਾਰਤ ਆਪਣਾ ਹਿੱਸਾ ਨਹੀਂ ਮੰਨਦਾ। ਔਰ ਜਦ ਤੁਸੀਂ ਆਪ ਆਪਣਾ ਹਿੱਸਾ ਪੰਜਾਬ ਨੂੰ ਮੰਨਣ ਨੂੰ ਤਿਆਰ ਨਹੀਂ ਹੋ, ਖਾਲਿਸਤਾਨ ਕਿਉਂ ਰੜਕਦਾ ਹੈ? ਨਹੀਂ, ਮੈਂ ਬਤੌਰ ਮੈਂਬਰ ਪਾਰਲੀਮੈਂਟ ਸਿੱਖ ਕੌਮ ਵੱਲੋਂ ਕਹਿੰਦਾ ਕਿ ਫਿਰ ਅਸੀਂ ਤੁਹਾਡਾ ਹਿੱਸਾ ਰਹਿਣਾ ਹੀ ਨਹੀਂ ਚਾਹੁੰਦੇ। ਮੇਰੀ ਰਿਕਾਰਡਡ ਚ ਸਪੀਚ ਇਹ ਗੱਲ ਤੁਸੀਂ ਕਹੀ ਹੈ? ਕਹੀ ਹੈ, ਰਿਕਾਰਡਡ ਹੈ ਸਪੀਚ। ਫਿਰ ਮੈਂ ਦੂਸਰੀ ਜਦੋਂ ਪੀਐਮ ਬੋਲ ਰਿਹਾ ਸੀ, ਮੈਂ ਪੁਆਇੰਟ ਆਫ ਆਰਡਰ ਆ ਜਾਂਦਾ। ਪੀਐਮ ਜੇ ਉੱਥੇ ਕਿਤੇ ਗਲਤ ਕਾਰਵਾਈ ਕੋਈ ਬੋਲ ਰਿਹਾ ਹੋਏ, ਉੱਥੇ ਹਾਊਸ ਵਿੱਚ ਇੱਕ ਨਿਯਮ ਹੈ ਪੁਆਇੰਟ ਆਫ ਆਰਡਰ ਦਾ। ਹੋਰ ਉਹ ਪੁਆਇੰਟ ਆਫ ਆਰਡਰ ਜੇ ਤੁਸੀਂ ਹਾਊਸ ਦੇ ਚੇਅਰਮੈਨ ਨੂੰ ਕਰਾ ਦਿਓ ਸੈਟੀਸਫਾਈਡ ਕਿ ਬਈ ਹੈ ਇਹ ਵਾਕਈ ਝੂਠ ਹੈ, ਤੇ ਤੁਸੀਂ ਬੋਲ ਸਕਦੇ ਹੋ। ਪੀਐਮ ਜਿਸ ਵੇਲੇ ਬੋਲ ਰਿਹਾ ਸੀ, ਮੈਂ 3 ਵਾਰੀ ਪੁਆਇੰਟ ਆਫ ਆਰਡਰ ਚੁੱਕਿਆ ਪੰਜਾਬ ਦੇ ਮਾਮਲੇ 'ਚ। ਵੀਪੀ ਸਿੰਘ ਉਸੇ ਵੇਲੇ ਚੁੱਪ ਕਰ ਜਾਂਦਾ ਸੀ, ਉਹਨੂੰ ਪਤਾ ਸੀ ਕਿ ਬਈ ਜੇ ਇਹਨੇ ਚੁੱਕਿਆ ਤੇ ਸਹੀ ਹੋਣਾ। ਉਸੇ ਵੇਲੇ ਚੇਅਰ ਤੇ ਬੈਠ ਜਾਂਦਾ ਸੀ, ਕਹਿੰਦਾ ਸੀ ਜੀ ਮੈਂਬਰ ਸਾਹਿਬ ਨੂੰ ਸੁਣ ਲਓ, ਤਾਂ ਕਿ ਪੁਆਇੰਟ ਆਫ ਆਰਡਰ ਨਾ ਬਣੇ ਮੇਰੇ ਖਿਲਾਫ। ਤੇ ਉਹ ਪੀਐਮ ਕੌਣ ਸੀ? ਵੀਪੀ ਸਿੰਘ।
ਵੀਪੀ ਸਿੰਘ ਕਿਉਂਕਿ ਪੀਐਮ ਨੂੰ ਵੀ ਆਪਣੀ ਇੱਜ਼ਤ ਹੁੰਦੀ ਹੈ ਕਿ ਜੇ ਪੁਆਇੰਟ ਆਫ ਆਰਡਰ ਬਣ ਗਿਆ ਤੇ ਮੇਰਾ ਝੂਠ ਆਏਗਾ ਸਾਹਮਣੇ। ਵੀਪੀ ਸਿੰਘ ਨੇ ਕਿਹਾ ਕਿ ਬਈ ਪੰਜਾਬ ਵਿੱਚ ਕੋਈ ਵੀ ਨਿਰਦੋਸ਼ ਸਿੱਖ ਜੇਲ੍ਹਾਂ ਵਿੱਚ ਨਹੀਂ ਹੈ, ਮੈਂ ਪੁਆਇੰਟ ਆਫ ਆਰਡਰ ਚੁੱਕਤਾ ਉਸੇ ਵੇਲੇ। ਵੀਪੀ ਸਿੰਘ ਸਾਹਿਬ ਬੈਠ ਗਏ। ਮੈਂ ਕਿਹਾ ਜੀ ਪੰਜਾਬ ਵਿੱਚ ਪੌਣੇ 300 ਸਿੱਖ ਬੀਬੀਆਂ ਦੇ ਖਿਲਾਫ ਕੇਸ ਬਣੇ ਹੋਏ ਨੇ ਔਰ ਸਾਰੇ ਗੈਰ ਵਾਜਬ ਕੇਸ ਬਣੇ ਹੋਏ ਨੇ, ਸਾਰੇ ਹੀ ਗਲਤ ਕੇਸ ਬਣੇ, ਝੂਠੇ ਕੇਸ ਬਣੇ ਹੋਏ ਨੇ ਔਰ ਉਹਨਾਂ ਵਿੱਚੋਂ ਜ਼ਿਆਦਾਤਰ ਬੀਬੀਆਂ ਆਨ ਬੇਲ ਨੇ, ਪਰ ਉਹਨਾਂ ਨੂੰ ਥਾਣਿਆਂ ਵਿੱਚ ਤੇ ਅਦਾਲਤਾਂ ਵਿੱਚ ਜਾ ਕੇ ਪੇਸ਼ੀਆਂ ਭੁਗਤਣੀਆਂ ਪੈਂਦੀਆਂ ਨੇ ਤੇ ਉਹਨਾਂ ਤੇ ਕੇਸ ਆਏ ਨੇ ਕਿ ਬਈ ਤੂੰ ਰੋਟੀ ਕਿਉਂ ਖਵਾਈ। ਤੇ ਮੈਂ ਕਿਹਾ ਮੈਂ ਸਤਿਕਾਰਯੋਗ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਕਹਿੰਦਾ ਕਿ ਜੇ ਤੁਹਾਡੇ ਘਰ ਤੁਸੀਂ ਇੱਥੇ ਬੈਠੇ ਹੋ, ਤੁਹਾਡੇ ਘਰ ਸਿਕਿਉਰਿਟੀ ਵੀ ਹੈ, ਜੇ ਇੱਕ ਬੰਦਾ ਰਾਈਫਲ ਲੈ ਕੇ ਤੁਹਾਡੀ ਮਿਸਿਸ ਕੋਲ ਪਹੁੰਚ ਜਾਏ ਕਿ ਮੈਨੂੰ ਛਕਾਉਂਦੀ ਹੈ ਕਿ ਨਹੀਂ ਛਕਾਉਂਦੀ, ਮੈਂ ਕਿਹਾ ਤੁਹਾਡੀ ਮਿਸਿਸ ਰੋਟੀ ਛਕਾਏਗੀ ਕਿ ਨਹੀਂ ਛਕਾਏਗੀ। ਮੈਂ ਕਿਹਾ ਉਹਨਾਂ ਬੀਬੀਆਂ ਨਾਲ ਇਹ ਹੁੰਦਾ ਸੀ, ਪੁਲਿਸ ਵਾਲੇ ਵੀ ਜਾਂਦੇ ਸੀ ਰੋਟੀ ਖਾਣ, ਖਾੜਕੂਆਂ ਦੇ ਪੇਸ਼ ਹੀ ਜਾਂਦੇ ਸੀ ਤੇ ਕੇਸ ਵੀ ਉਹ ਬਣਾਉਂਦੇ ਸੀ। ਤੇ ਜੇ ਤੁਸੀਂ ਅੱਜ ਕਿਹਾ ਹਾਊਸ ਨੇ ਕਿ ਕੋਈ ਬੇਗੁਨਾਹ ਜੇਲ੍ਹ ਵਿੱਚ ਨਹੀਂ ਹੈ, ਤੇ ਮੈਂ ਕਹਿ ਰਿਹਾ ਪੌਣੇ 300 ਬੀਬੀਆਂ ਬੇਗੁਨਾਹ ਨੇ, ਅੱਜ ਤੁਸੀਂ ਹਾਊਸ ਵਿੱਚ ਡਿਕਲੇਅਰ ਕਰੋ, ਮੈਂ ਫਿਰ ਉਹਨਾਂ ਨੂੰ ਰਿਲੀਜ਼ ਕਰਨਾ। ਮੈਂ ਉਸ ਤੋਂ ਬਾਅਦ ਤੁਹਾਡੀ ਕਾਰਵਾਈ ਚੱਲਣ ਦਾਂਗਾ, ਨਹੀਂ ਤਾਂ ਨਹੀਂ ਚੱਲਣ ਦਾਂਗਾ। ਪੀਐਮ ਨੂੰ ਕਿਹਾ ਮੈਂ, ਪੀਐਮ ਮੈਂ ਉਸ ਇਹ ਕਹਿ ਕੇ ਬੈਠ ਗਿਆ ਜੀ। ਪੀਐਮ ਸਾਹਿਬ ਖੜੇ ਹੋਏ, ਕਹਿੰਦੇ ਮੈਂ ਆਨਰੇਬਲ ਮੈਂਬਰ ਪਾਰਲੀਮੈਂਟ ਦੀ ਗੱਲ ਨਾਲ ਸਹਿਮਤ ਹਾਂ, ਮੈਨੂੰ ਨਹੀਂ ਸੀ ਜਾਣਕਾਰੀ। ਜੇ ਪੰਜਾਬ ਦੇ ਬਾਕੀ ਮੈਂਬਰ ਪਾਰਲੀਮੈਂਟ ਚੁਣੇ ਹੋਏ ਇਸ ਗੱਲ ਨਾਲ ਸਹਿਮਤ ਨੇ ਤੇ ਮੈਂ ਜਿੰਨੇ ਵੀ ਉਹ ਬੀਬੀਆਂ ਨੇ, ਮੈਨੂੰ ਨਹੀਂ ਪਤਾ ਕਿੰਨੀਆਂ ਨੇ, ਹੋਮ ਮਿਨਿਸਟਰ ਨੂੰ ਕਹਿ ਕੇ ਮੈਂ ਸਾਰੀਆਂ ਦੀ ਰਿਲੀਜ਼ ਕਰਨ ਦੀ ਕੋਸ਼ਿਸ਼ ਅੱਜ ਕਰ ਸਕਦਾ। ਹੁਣ ਦੇਖੋ ਇਹ ਜੇ ਸੱਚਾਈਆਂ ਜਿਸ ਕਰਕੇ ਤਿੰਦਰਪਾਲ ਸਿੰਘ ਦਾ ਵਿਰੋਧ ਕੀਤਾ ਜਾਂਦਾ, ਪੰਜਾਬ ਤੋਂ ਚੁਣੇ ਹੋਏ ਕਿਸੇ ਵੀ ਮੈਂਬਰ ਪਾਰਲੀਮੈਂਟ, ਖਾੜਕੂਆਂ ਦੀ ਸਪੋਰਟ ਨਾਲ ਚੁਣੇ ਹੋਏ ਕਿਸੇ ਵੀ ਮੈਂਬਰ ਪਾਰਲੀਮੈਂਟ ਨੇ ਤਿੰਦਰਪਾਲ ਸਿੰਘ ਨੇ ਕਿਉਂਕਿ ਇਹ ਡਿਮਾਂਡ ਕੀਤੀ ਹੈ, ਇਸ ਲਈ ਮੇਰੀ ਹਮਾਇਤ ਅੰਦਰ ਨਹੀਂ ਕੀਤੀ। ਔਰ ਮੈਂ ਤੁਹਾਨੂੰ ਹੈਰਾਨੀ ਨਾਲ ਦੱਸ ਰਿਹਾ ਜੇ, ਕਮਲ ਚੌਧਰੀ ਕਾਂਗਰਸ ਦਾ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਤੋਂ ਚੁਣ ਕੇ ਆਇਆ ਸੀ, ਉਹ ਖੜਾ ਹੋਇਆ ਕਮਲ ਚੌਧਰੀ, ਉਹ ਕਹਿੰਦਾ ਜੀ ਕੁਝ ਕੇਸ ਮੇਰੇ ਨਾਲੇਜ ਵੀ ਨੇ ਆਈਓ ਜੇ ਕਿ ਉਹ ਝੂਠੇ ਨੇ ਬੀਬੀਆਂ ਤੇ, ਤੇ ਮੈਂਬਰ ਪਾਰਲੀਮੈਂਟ ਸੱਚ ਕਹਿ ਰਿਹਾ ਤੇ ਸਪੀਕਰ ਸਾਹਿਬ ਪੀਐਮ ਨੂੰ ਇਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਕੋਈ ਸਿੱਖ ਮੈਂਬਰ ਪਾਰਲੀਮੈਂਟ ਨਹੀਂ ਜੇ ਬੋਲਿਆ ਜਿਨ੍ਹਾਂ ਨੂੰ ਖਾੜਕੂਆਂ ਨੇ ਵੋਟਾਂ ਪਾ ਕੇ ਜਿਤਾ ਕੇ ਭੇਜਿਆ ਸੀ। ਮੈਂ ਤਾਂ ਚਲੋ ਗੱਦਾਰ ਹੋ ਗਿਆ, ਮੈਂ ਤਾਂ ਸਿੱਖ ਕੌਮ ਨੂੰ ਅੱਜ ਵੀ ਕਹਿੰਦਾ ਬਈ ਗੱਦਾਰ ਤਿੰਦਰਪਾਲ ਸਿੰਘ ਨੂੰ ਮੰਨ ਲਓ, ਝੂਠਾ ਮੰਨ ਲਓ, ਮਕਾਰ ਮੰਨ ਲਓ, ਪਰ ਮੇਰਾ ਗੁਨਾਹ ਤਾਂ ਕੋਈ ਦੱਸ ਦਿਓ ਮੈਨੂੰ। ਚਲੋ ਉਹ ਗੁਨਾਹ ਵੀ ਬੇਗੁਨਾਹ ਹੁੰਦੇ ਹੋਏ ਵੀ ਤੁਸੀਂ ਮੈਨੂੰ ਗੁਨਾਹਗਾਰ ਮੰਨ ਲਿਆ, ਤੇ ਜਿਹੜੇ ਮੈਂ ਕੌਮ ਦੇ ਹੱਕ 'ਚ ਕੰਮ ਕੀਤੇ ਨੇ ਉਹ ਤਾਂ ਪ੍ਰਵਾਨ ਕਰ ਲਓ, ਉਹ ਤਾਂ ਗਲਤ ਨਹੀਂ ਹੈਗੇ, ਉਹਨਾਂ ਨੂੰ ਕਿਉਂ ਲੱਤ ਮਾਰ ਰਹੇ ਹੋ? ਅਸੀਂ ਤਾਂ ਮਿਲੀਆਂ ਮਲਾਈਆਂ ਚੀਜ਼ਾਂ ਨੂੰ ਲੱਤ ਮਾਰੀ ਹੈ ਜੀ। ਪੀਐਮ ਸਾਹਿਬ ਨੇ ਫਿਰ ਕਿਹਾ ਕਿ ਠੀਕ ਹੈ ਜੀ, ਚੌਧਰੀ ਸਾਹਿਬ ਕਹਿ ਰਹੇ ਨੇ, ਮੈਂ ਹੋਮ ਮਿਨਿਸਟਰ ਦੇ ਨੋਟਿਸ ਵਿੱਚ ਲਿਆਉਂਗਾ ਜੇ ਐਸਾ ਮਾਮਲਾ ਤੇ ਰਿਲੀਜ਼ ਕੀਤੇ ਜਾਣਗੇ। ਮੈਂ ਉਸ ਪੀਐਮ ਦੀ ਸਪੀਚ ਤੋਂ ਹਫ਼ਤੇ ਬਾਅਦ ਉਹਨੇ 300 ਬੀਬੀਆਂ ਤੋਂ ਕੇਸ ਖਾਰਜ ਕਰਾਏ। ਅੱਛਾ, ਉਹ ਹੋ ਗਏ ਸਾਰੀਆਂ ਬੀਬੀਆਂ ਘਰੇ ਬੈਠੀਆਂ ਜੇ, ਠੀਕ ਆ, ਉਹ ਨਹੀਂ ਬੋਲਦੀਆਂ, ਮੇਰੇ ਹੱਕ ਵਿੱਚ ਨਾ ਬੋਲਣ। ਫਿਰ ਕਿਉਂਕਿ ਪੀਐਮ ਸਾਹਿਬ ਨੇ ਕਿਹਾ ਕਿ ਬਈ ਕਿਸੇ ਬੇਗੁਨਾਹ ਤੇ ਕੇਸ ਨਹੀਂ ਹੈਗਾ, ਫਿਰ ਮੈਂ ਹਾਊਸ ਵਿੱਚ ਆਪਣੀ ਟਾਈਮ ਲੈ ਕੇ ਨਿਯਮ ਦੇ ਤਹਿਤ ਆਪਣਾ ਸਪੀਚ ਦਿੱਤੀ ਕਿ ਪੰਜਾਬ ਵਿੱਚ, ਕਿਉਂਕਿ ਪ੍ਰਾਈਮ ਮਿਨਿਸਟਰ ਸਾਹਿਬ ਨੇ ਭਰੋਸਾ ਦਿੱਤਾ ਕਿ ਕੋਈ ਬੇਗੁਨਾਹ ਤੇ ਕੇਸ ਨਹੀਂ ਪੰਜਾਬ ਵਿੱਚ ਦਰਜ ਕੀਤੇ ਗਏ, ਤੇ ਮੇਰੇ ਨੌਲੇਜ ਵਿੱਚ ਹੈਗਾ ਕਿ ਪੰਜਾਬ ਵਿੱਚ 10,000 ਤੋਂ ਵੱਧ FIR ਬੇਗੁਨਾਹਾਂ ਤੇ ਹੀ ਦਰਜ ਕੀਤੀਆਂ ਗਈਆਂ ਨੇ। ਬੱਲੇ 10,000 FIR। ਤੇ ਉਹ ਮੈਂ ਕਿਹਾ ਜੀ ਉਸ ਦੀ ਬੇਗੁਨਾਹੀ ਦਾ ਸਬੂਤ ਇਹ ਹੈਗਾ ਕਿ ਉਹਨਾਂ FIR ਵਿੱਚ ਨੌਜਵਾਨਾਂ ਨੂੰ ਲਿਖਿਆ ਗਿਆ ਖਾਲਿਸਤਾਨੀ ਹੈ, ਇਸ ਲਈ ਦੇਸ਼ ਦਰੋਹੀ ਹੈ। ਤੇ ਅਤਿੰਦਰਪਾਲ ਸਿੰਘ ਨੇ 1 ਸਤੰਬਰ ਤੇ 3 ਸਤੰਬਰ ਨੂੰ ਪਾਰਲੀਮੈਂਟ ਵਿੱਚ ਖਾਲਿਸਤਾਨ ਦੀ ਸਪੀਚ ਨੂੰ ਪ੍ਰਵਾਨ ਕੀਤਾ ਹਾਊਸ ਨੇ। ਮੈਂ ਕਿਹਾ ਕਿ 1 ਸਤੰਬਰ ਤੇ 3 ਸਤੰਬਰ ਦੀਆਂ 2 ਸਪੀਚਾਂ ਤੁਸੀਂ ਮੇਰੀਆਂ ਖਾਲਿਸਤਾਨ ਤੇ ਪ੍ਰਵਾਨ ਕੀਤੀਆਂ ਨੇ, ਗਜਟ ਹੋ ਗਈਆਂ। ਤੇ ਇਸ ਕਰਕੇ ਹੁਣ ਖਾਲਿਸਤਾਨ ਦਾ ਲਫ਼ਜ਼ ਗੈਰ ਵਿਧਾਨਕ ਨਹੀਂ ਹੈ, ਗੈਰ ਕਾਨੂੰਨੀ ਨਹੀਂ ਹੈ। ਤੇ ਪੀਐਮ ਸਾਹਿਬ ਕਹਿੰਦੇ ਨੇ ਕੋਈ ਗਲਤ ਕੰਮ ਪੰਜਾਬ ਵਿੱਚ ਅਸੀਂ ਨਹੀਂ ਹੋਣ ਦਾਂਗੇ। ਤੇ ਜਿਹੜੀਆਂ FIR ਮੈਨੂੰ ਜਿਹੜੀ ਰਫ ਨੌਲੇਜ ਹੈ 10,000 ਤੋਂ ਵੱਧ FIR ਨੇ, ਜਿੰਨੀਆਂ ਵੀ ਨੇ ਉਹ ਸਾਰੀਆਂ ਡਿਮੋਲਿਸ਼ ਕੀਤੀਆਂ ਜਾਣ, ਫਿਰ ਤੇ ਬੰਦਿਆਂ ਨੂੰ ਉਹਨਾਂ FIR ਤੋਂ ਮੁਕਤ ਕੀਤਾ ਜਾਏ। ਮੈਂ ਹਾਊਸ ਵਿੱਚ ਡਿਮਾਂਡ ਕੀਤੀ, ਗ੍ਰਹਿ ਮੰਤਰੀ ਨੇ ਭਰੋਸਾ ਦਿੱਤਾ,
1 ਮਹੀਨਾ ਉਹਨੇ ਕਾਰਵਾਈ ਨਹੀਂ ਕੀਤੀ, ਕਿਉਂਕਿ ਬੜੀ ਵੱਡੀ ਕਾਰਵਾਈ ਸੀ, ਬੜੀ ਵੱਡੀ ਸੀ। 10,000 ਬੰਦਾ। ਪੰਜਾਬ ਸਰਕਾਰ, ਪੰਜਾਬ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਹਾਂ ਕਿ ਬਈ ਕੀ ਕਰੇ। ਸਾਰੀ ਲੌਬੀ ਗਈ, ਹਰਕਿਸ਼ਨ ਸਿੰਘ ਸੁਰਜੀਤ ਗਿਆ, ਹੋਰ ਗਏ ਬਈ ਇਹਨੂੰ ਜੀ ਬੋਲਣਾ ਬੰਦ ਕਰਾਓ ਪਾਰਲੀਮੈਂਟ ਵਿੱਚ। ਅੱਛਾ, ਇੱਥੋਂ ਤੱਕ ਵਾਪਰੇ। ਮੇਰੇ ਨਾਲ ਕੀ ਵਾਪਰਿਆ, ਸਿੱਖ ਕੌਮ ਕਦੇ ਉਹਨਾਂ ਹਾਲਾਤਾਂ ਹੀ ਜੀ ਕੇ ਤਾਂ ਦੇਖੇ ਨਾ, ਉਸ ਵੇਲੇ ਹਾਲਾਤ ਕੀ ਸੀ। 88 ਵੇਲੇ ਬੰਦੂਕ ਦੀ ਨੋਕ ਤੇ ਅਸੀਂ ਕੰਮ ਕਰਦੇ ਸੀ, ਖੜਕੂਆਂ ਦੀ ਵੀ ਬੰਦੂਕ ਸਾਡੇ ਤੇ ਸੀ, ਸਰਕਾਰ ਦੀ ਵੀ ਬੰਦੂਕ ਸਾਡੇ ਤੇ ਸੀ, ਕੈਟਾਂ ਦੀ ਵੀ ਬੰਦੂਕ ਸਾਡੇ ਤੇ ਸੀ। ਹਾਂ, ਔਰ ਉਸ ਵਿੱਚ ਨਿਹੱਥਾ ਤਿੰਦਰਪਾਲ ਸਿੰਘ ਬਿਨਾਂ ਸਿਕਿਉਰਿਟੀ ਤੋਂ ਕੌਮ ਲਈ ਗੱਜ ਵੱਜ ਕੇ ਕੰਮ ਕਰ ਰਿਹਾ, ਔਰ ਸਿੱਖ ਕੌਮ ਕਰ ਰਹੀ ਹੈ ਉਹ ਗੱਦਾਰ ਹੈ। ਮੈਨੂੰ ਤਾਂ ਇਸ ਦਾ ਰੰਜ ਆ, ਪਰ ਮੈਂ ਆਪਣਾ ਰੰਜ ਕਿੱਥੇ ਕੰਮ ਹੈ, ਤਾਂ ਸਿਰ ਮੱਥੇ ਲੈ ਲੈਂਦਾ ਸਾਰੀਆਂ ਗੱਲਾਂ। ਮੈਂ ਕਿਹਾ ਜੀ ਹਾਊਸ ਵਿੱਚ ਮੈਂ ਮਾਮਲਾ ਚੁੱਕਿਆ, ਇਹ ਫੈਕਟ ਹੈਗਾ, ਮੈਂ ਇਸ ਦੇ ਖਿਲਾਫ ਭਾਰਤ ਸਰਕਾਰ ਦੇ ਅੰਗੇਸਟ ਪਟੀਸ਼ਨ ਕਰਨਾ ਚਾਹੁੰਦਾ, ਪਰ ਮੈਂ ਬਦਨਾਮੀ ਨਹੀਂ ਚਾਹੁੰਦਾ, ਕਿਉਂਕਿ ਮੈਂ ਆਪਣੀ ਕੌਮ ਦੇ ਮਸਲੇ ਹੱਲ ਕਰਾਣੇ ਨੇ ਜੀ। ਮੈਂ ਨਾ ਤਾਂ ਨਾਮ ਨਾ ਖੱਟਣਾ, ਨਾ ਮੈਂ ਬਦਨਾਮੀ ਕਰਾਣੀ ਹੈ ਸਰਕਾਰ ਦੀ, ਨਾ ਮੈਂ ਆਪਣੀ ਕਰਾਣੀ। ਮੈਂ ਚਾਹੁੰਦਾ ਕਿ ਜਿੰਨਾ ਦੋਸਤਾਨਾ ਮਾਹੌਲ ਬਣੇਗਾ, ਪੰਜਾਬ ਸਮੱਸਿਆ ਉਨੀ ਜ਼ਿਆਦਾ ਸੌਖੀ ਸਾਲ ਹੋਏਗੀ ਜੀ। ਤੇ ਤੁਸੀਂ ਭਾਰਤ ਸਰਕਾਰ ਨੂੰ ਕਹੋ ਕਿ ਬਈ ਜਾਂ ਤਾਂ ਉਹ ਪਟੀਸ਼ਨ ਕਰ ਦੇਗਾ ਤੇ ਪਟੀਸ਼ਨ ਅਸੈਪਟ ਕਰੋ ਤੁਸੀਂ, ਨਹੀਂ ਤੇ ਉਹ ਬੈਠ ਕੇ ਟੇਬਲ ਟਾਕ ਮੇਰੇ ਨਾਲ ਨਿਬੇੜ ਲੈਣ। ਚੀਫ ਜਸਟਿਸ ਸਾਹਿਬ ਨੇ ਰਜਿਸਟਰਾਰ ਦੇ ਥਰੂ ਮੈਸੇਜ ਭੇਜਿਆ ਜੀ, ਮੈਨੂੰ ਪੀਐਮ ਸਾਹਿਬ ਨੇ ਆਪਣੇ ਘਰੇ ਬੁਲਾ ਲਿਆ ਦੂਸਰੇ ਦਿਨ ਹੀ ਰਾਤੀ 11 ਵਜੇ। ਮੁਫਤੀ ਮੁਹੰਮਦ ਸਈਦ ਜੀ ਵੀ ਬੈਠੇ ਸੀ, ਡਿਪਟੀ ਹੋਮ ਮਿਨਿਸਟਰ ਵੀ ਬੈਠਾ ਸੀ, ਰੇਲਵੇ ਮਿਨਿਸਟਰ ਸੀ ਤੇ ਫਾਈਨੈਂਸ ਮਿਨਿਸਟਰ ਸੀ ਉਸ ਵੇਲੇ ਜਿਹੜੇ ਬੈਠੇ। ਕਹਿੰਦੇ ਤਿੰਦਰਪਾਲ ਸਿੰਘ ਐਕਚੁਅਲ ਗੱਲ ਦੱਸ। ਮੈਂ ਕਿਹਾ ਜੀ ਮੈਂ ਹਾਊਸ ਵਿੱਚ ਦੱਸ ਚੁੱਕਾ, ਰਿਕਾਰਡਡ ਹੋ ਗਈ, ਤੁਸੀਂ ਕਾਰਵਾਈ ਨਹੀਂ ਕਰ ਰਹੇ। ਕਹਿੰਦੇ ਇੰਨੇ ਜ਼ਿਆਦਾ ਕੇਸ ਅਸੀਂ ਕਿੱਥੋਂ ਕਲੈਕਟ ਕਰੀਏ, ਸਾਨੂੰ ਪੰਜਾਬ ਪੁਲਿਸ ਹੈਲਪ ਨਹੀਂ ਕਰ ਰਹੀ, ਤੇ ਇਹ ਤਾਂ ਕੇਸ ਕਲੈਕਟ ਕਰਨ ਵਿੱਚ ਹੀ 2-4 ਸਾਲ ਲੱਗ ਜਾਣਗੇ। ਓਕੇ। ਮੈਂ ਕਿਹਾ ਜੀ ਮੈਂ ਦੂਸਰਾ ਹੱਲ ਦੇ ਦਿੰਦਾ, ਕੇਸ ਕਲੈਕਟ ਕਰਨ ਦੀ ਲੋੜ ਹੀ ਨਹੀਂ ਤੁਹਾਨੂੰ, ਮੈਂ ਅੰਡਰ ਕਨਸਟੀਟਿਊਸ਼ਨ ਤੁਹਾਨੂੰ ਹੱਲ ਦਿੰਦਾ, ਕਿਉਂਕਿ ਪ੍ਰੈਜੈਂਸ ਆਫ ਮਾਈਂਡ ਚਾਹੀਦਾ। ਟੇਬਲ ਤੇ ਸਿੱਖ ਕੌਮ ਲੀਡਰਸ਼ਿਪ ਦਾ ਪ੍ਰੈਜੈਂਸ ਆਫ ਮਾਈਂਡ ਚੱਲਦਾ। ਜੀ ਜੀ, ਅੱਜ ਮੈਂ ਦੇਖ ਰਿਹਾ ਕੌਮ ਦੇ ਵਿੱਚ ਡਿਬੇਟਰ ਨਹੀਂ ਹੈ, ਨਹੀਂ ਹੈ ਹੀ ਨਹੀਂ, ਗੱਲਾਂ ਕਰਨ ਵਾਲੇ ਬੜੇ ਸਾਰੇ ਗੱਲਾਂ, ਪਰ ਮੌਕੇ ਸਿਰ ਆਪਣਾ ਪੱਖ ਰੱਖਣ ਵਾਲਾ ਤਾਂ ਉੱਕਾ ਹੀ ਨਹੀਂ ਜਾਏਗਾ। ਡਿਬੇਟਰ ਤਾਂ ਫਿਰ ਵੀ ਆ ਜਾਣਗੇ। ਓਕੇ। ਮੌਕੇ ਸਿਰ ਕਨਸਟੀਟਿਊਸ਼ਨ ਨੂੰ ਹੱਥ 'ਚ ਰੱਖ ਕੇ ਕਹੇ ਜਾ ਲਾ ਜੀ ਮੇਰਾ ਪੱਖ ਹੈ ਕਰ ਪੂਰਾ, ਉਹ ਤਾਂ ਕੋਈ ਵੀ ਨਹੀਂ ਜਾਏਗਾ। ਓਕੇ। ਮੈਂ ਉਸੇ ਵੇਲੇ, ਕਿਉਂਕਿ ਕੈਬਨਿਟ ਦੇ ਸੀਨੀਅਰ ਸਾਰੇ ਬੈਠੇ ਨੇ ਪੀਐਮ ਹਾਊਸ ਵਿੱਚ, ਮੈਂ ਕਿਹਾ ਜੀ ਮੈਂ ਤੁਹਾਨੂੰ ਹੱਲ ਦੇ ਦਿੰਦਾ। ਕਹਿੰਦੇ ਯਾਰ ਕਿ ਮੈਂ ਕਿਹਾ ਜੀ ਕਨਸਟੀਟਿਊਸ਼ਨ ਦੀ ਇਸ ਧਾਰਾ ਦੇ ਤਹਿਤ ਸੀਆਰਪੀਸੀ ਤੇ ਆਈਪੀਸੀ ਦੀ ਇਸ ਕਾਨੂੰਨ ਦੇ ਤਹਿਤ ਸਿਰਫ ਇੱਕ ਆਰਡੀਨੈਂਸ ਜਾਰੀ ਕਰਦੇ ਹੋਮ ਮਿਨਿਸਟਰ ਜਾਂ ਇੱਕ ਸਰਕੂਲਰ ਭੇਜਦੇ, ਮੈਮੋ, ਓਨਲੀ ਮੈਮੋ ਨਾਲ ਕੰਮ ਹੋ ਜਾਂਦਾ ਜੇ। ਸਾਰੇ ਐਸਐਸਪੀ ਨੂੰ ਪੰਜਾਬ ਸਰਕਾਰ ਨੂੰ ਵਿੱਚ ਲਿਆਉਣ ਦੀ ਲੋੜ ਹੀ ਨਹੀਂ, ਕਿਉਂਕਿ ਐਸਐਸਪੀ ਤੁਹਾਡੇ ਅੰਡਰ ਨੇ। ਪੰਜਾਬ ਦੇ ਸਾਰੇ ਐਸਐਸਪੀ ਨੂੰ ਇੱਕ ਮੈਮੋ ਭੇਜ ਦਿੱਤਾ ਜਾਏ ਕਿ ਜਿੰਨੀਆਂ ਵੀ ਐਫਆਈਆਰ ਵਿੱਚ ਖਾਲਿਸਤਾਨ ਕਰਕੇ ਬੰਦੇ ਫੜੇ ਗਏ ਨੇ, ਉਹ ਸਾਰੀਆਂ ਐਫਆਈਆਰ ਡਿਮੋਲਿਸ਼ ਕਰ ਦਿੱਤੀਆਂ ਜਾਣ, ਕਿਉਂਕਿ ਖਾਲਿਸਤਾਨ ਅਨਕਨਸਟੀਟਿਊਸ਼ਨਲ ਵਰਡ ਨਹੀਂ ਹੈ। ਮੈਂ ਕਿਹਾ ਜੀ ਇੰਨੇ ਨਾਲ ਹੀ ਮੇਰਾ ਤਾਂ ਕੰਮ ਹੋ ਜਾਂਦਾ। ਮੈਂ ਕਿਦੋਂ ਕਹਿੰਦਾ ਕਿ ਤੁਸੀਂ ਜ਼ਿਆਦਾ ਲੰਬੀ ਚੌੜੀ ਕਾਰਵਾਈ 'ਚ ਪਾਓ, ਨਾ ਤੁਹਾਡਾ ਕੁਝ ਵਿਗੜਦਾ, ਨਾ ਮੈਂ ਇਹਨੂੰ ਪ੍ਰੈਸ 'ਚ ਲੈ ਕੇ ਜਾਊਂਗਾ। ਮੈਨੂੰ ਤਾਂ ਹੈਗਾ ਮੇਰੇ ਨੌਜਵਾਨ ਰਿਲੀਜ਼ ਹੋਣ, ਜਿਹੜੇ ਰੋਜ਼ਾਨਾ ਜੇਲ੍ਹਾਂ 'ਚ ਬੈਠੇ ਨੇ ਜਾਂ ਰੋਜ਼ਾਨਾ ਉਹਨਾਂ ਨੂੰ ਪੇਸ਼ੀਆਂ ਭੁਗਤਣੀਆਂ ਪੈਂਦੀਆਂ, ਉਹ ਖਤਮ ਹੋਣ। ਪੀਐਮ ਸਾਹਿਬ ਦੇ ਦਿਮਾਗ 'ਚ ਗੱਲ ਪੈ ਗਈ। ਉਹਨਾਂ ਨੇ ਹੋਮ ਸੈਕਟਰੀ ਨੂੰ ਪੁੱਛਿਆ ਬਈ ਇਹ ਹੈ, ਉਹਨੇ ਸਿਰੇ ਲਾਇਆ ਹਾਂਜੀ। ਮੈਂ ਕਿਹਾ ਖੁੱਲ ਕੇ ਬੋਲ। ਚੁੱਪ ਹੋ ਗਿਆ। ਉਹਨੇ ਨੋਟ ਲਿਖ ਕੇ ਫੜਾਤਾ ਬਈ ਹੈ ਤਾਂ ਸਹੀ। ਪੀਐਮ ਨੇ ਨੋਟ ਪੜਿਆ, ਕਹਿੰਦਾ ਅਰੇ ਛੋੜੋ ਇਨ ਬਾਤੋਂ ਨੂੰ। ਮੈਂ ਕਿਹਾ ਜੀ ਕਹਿ ਰਿਹਾ ਨਾ ਵੀ ਪ੍ਰੋਵੀਜ਼ਨ ਤੇ ਹੈਗਾ, ਪਰ ਜੇ ਅਸੀਂ ਕਰਾਂਗੇ ਤੇ ਮਾਹੌਲ ਵਿਗੜ ਜਾਏਗਾ। ਪੀਐਮ ਹੱਸ ਪਿਆ, ਕਹਿੰਦਾ ਯਾਰ ਤੁਮ ਜਜਮੈਂਟ ਲਗਾ ਲੈਤੇ ਹੋ। ਮੈਂ ਕਿਹਾ ਜੀ ਕਾਹਦੇ ਵਾਸਤੇ ਲੋਕਾਂ ਨੇ ਮੈਨੂੰ ਐਮਪੀ ਚੁਣ ਕੇ ਭੇਜਿਆ। ਮੈਂ ਕਿਹਾ ਉਹਨੂੰ, ਚੁੱਪ ਹੋ ਗਿਆ। ਮੈਂ ਕਿਹਾ ਜੀ ਫਿਰ ਅੱਜ ਦੀ ਮੀਟਿੰਗ ਵਿੱਚ ਇਹ ਫੈਸਲਾ ਹੋਣਾ ਚਾਹੀਦਾ ਵੀ ਮੈਮੋ ਨਿਕਲੇਗਾ। ਪੀਐਮ ਨੇ ਆਰਡਰ ਕੀਤਾ ਹੋਮ ਮਿਨਿਸਟਰ ਨੂੰ ਕਿ ਵੀ ਇੱਕ ਮੈਮੋ ਸਾਰੇ ਐਸਐਸਪੀ ਨੂੰ ਕੱਢ ਦਿਓ ਕਿ ਜਿਨ੍ਹਾਂ ਐਫਆਈਆਰ ਵਿੱਚ ਸਿਰਫ ਇਸ ਕਰਕੇ ਨੌਜਵਾਨਾਂ ਤੇ ਦਰਜ ਨੇ, ਕਿਸੇ ਤੇ ਵੀ ਹੋਣ ਕਿ ਬਈ ਇਹ ਖਾਲਿਸਤਾਨੀ ਹੈਗਾ, ਉਹ ਸਾਰੀਆਂ ਐਫਆਈਆਰ ਡਿਮੋਲਿਸ਼ ਕੀਤੀਆਂ ਜਾਣ। 10,000 ਤੋਂ ਵੱਧ ਐਫਆਈਆਰ ਡਿਮੋਲਿਸ਼ ਹੋਈਆਂ ਉਸ ਵੇਲੇ ਮਖੂ ਸਾਹਿਬ। 10,000 ਤੋਂ ਵੱਧ ਨੌਜਵਾਨ ਇਸ ਚੀਜ਼ ਦਾ ਗਵਾਹ ਹੈ। ਔਰ ਆਨ ਰਿਕਾਰਡ ਤੁਹਾਨੂੰ ਮੈਂ ਕਹਿ ਰਿਹਾ, ਵਿਦੇਸ਼ਾਂ ਹੀ ਚੋਣਾਂ ਬੜਿਆਂ ਨੇ ਸ਼ਰਨ ਲੈ ਲਈ ਲੋਕਾਂ ਨੂੰ ਚਿੱਠੀਆਂ ਦੇ ਪੈਸੇ ਦੇ ਦੇ ਕੇ, ਠੀਕ ਆ ਜੀ, ਝੂਠ ਬੋਲ ਬੋਲ ਕੇ। ਪਰ ਮੇਰੇ ਨਾਲ ਉਹ ਸੱਚ ਇੱਕ ਵਾਰੀ ਬੋਲ ਦੇਣ ਕਿ ਬਈ ਉਹਨਾਂ ਤੋਂ ਕੇਸ ਡਿਮੋਲਿਸ਼ ਹੋਏ ਸੀ ਕਿ ਨਹੀਂ ਸੀ ਹੋਏ।
ਓਕੇ ਅੱਜ ਉਹ ਚਾਹਣ RTI ਪਾ ਕੇ ਵੀ ਜੇ ਚਾਹਣ ਕਿ ਵੀ ਉਸ FIR ਦੀ ਕਾਪੀ ਮਿਲ ਜਾਏ, ਡਿਮੋਲਿਸ਼ ਦਾ ਮਤਲਬ ਹੈ ਹੁੰਦਾ ਜੇ ਰਿਕਾਰਡ ਖਤਮ, ਓਕੇ ਕਾਨੂੰਨੀ ਭਾਸ਼ਾ ਜੇ ਹੈ ਕਿ ਰਿਕਾਰਡ ਖਤਮ। ਅੱਜ ਤੁਸੀਂ RTI ਪਾ ਕੇ ਵੀ ਅਗਰ ਮੰਗ ਲਓ ਕਿ ਕਿੰਨੀਆਂ FIR ਵਿੱਚ ਖਾਲਿਸਤਾਨ ਦਰਸੀ, ਉਹ ਕਹਿਣਗੇ ਸਾਡੇ ਕੋਲ ਕੋਈ ਰਿਕਾਰਡ ਨਹੀਂ ਹੈਗਾ, ਖਤਮ। ਤੇ ਉਹ ਨੌਜਵਾਨ ਵੀ ਚੁੱਪ ਹੋ ਗਏ ਜੀ, ਦੱਸੋ ਮੈਂ ਕੀ ਕਰਾਂ। ਮੇਰਾ 7ਵਾਂ ਕੰਮ ਹੈ ਪਾਰਲੀਮੈਂਟ ਦੇ ਅੰਦਰ। ਆਪਣਾ ਅੰਮ੍ਰਿਤਸਰ ਵਿੱਚ ਇੰਟਰਨੈਸ਼ਨਲ 에ਅਰਪੋਰਟ ਅਸੀਂ ਸਟਾਰਟ ਕਰਾਇਆ ਜੀ, ਮੈਂ ਔਰ ਸਰਦਾਰ ਕਿਰਪਾਲ ਸਿੰਘ ਅੰਮ੍ਰਿਤਸਰ ਦੇ। ਅੰਮ੍ਰਿਤਸਰ ਵਾਲਾ? ਹਾਂਜੀ, ਅੰਮ੍ਰਿਤਸਰ ਵਾਲਾ। ਸਾਡੇ ਵੇਲੇ ਉਸ ਵੇਲੇ ਸ਼ੁਰੂ ਹੋਈਆਂ ਇੰਟਰਨੈਸ਼ਨਲ ਫਲਾਈਟ, ਔਰ ਉਦੋਂ ਜਿੰਨੀਆਂ ਇੰਟਰਨੈਸ਼ਨਲ ਫਲਾਈਟ ਸ਼ੁਰੂ ਹੋਈਆਂ ਸਾਡੀ 9th ਲੋਕ ਸਭਾ ਤੋਂ ਬਾਅਦ, ਉਹ ਸਾਰੀਆਂ ਬਾਅਦ ਵਿੱਚ ਇਹਨਾਂ ਨੇ ਹੌਲੀ ਹੌਲੀ ਬੰਦ ਕਰ ਦਿੱਤੀਆਂ। ਅੱਜ ਤਾਂ ਉੱਥੋਂ ਕੋਈ ਫਲਾਈਟ ਹੀ ਨਹੀਂ ਜੀ ਹੈਗੀ। ਉੱਥੇ ਤੇ ਮੇਲਾ ਲੱਗਣ ਲੱਗ ਗਿਆ ਸੀ ਅੰਮ੍ਰਿਤਸਰ ਫਲਾਈਟਸ ਦਾ। ਅੰਮ੍ਰਿਤਸਰ ਵਿੱਚ ਸ਼ਰੇਆਮ ਇਹਨਾਂ ਨੇ 3 ਆਪਣਾ ਕਿਸਾਨ ਪ੍ਰੋਟੈਸਟ ਕਰਦੇ ਹੋਏ ਪੁਲਿਸ ਨੇ ਮਾਰ ਦਿੱਤੇ, ਤੇ SSP ਮਜੀਠਾ ਨੇ ਬਿਆਨ ਦਿੱਤਾ ਕਿ ਖਾੜਕੂ ਮਾਰ ਦਿੱਤੇ। ਮੁਕਾਬਲਾ ਕੀਤਾ ਉਹਨਾਂ ਨੇ। ਕਿਰਪਾਲ ਸਿੰਘ ਔਰ ਮੈਂ ਅੰਮ੍ਰਿਤਸਰ ਉਸੇ ਵੇਲੇ ਗਏ, ਅਸੀਂ ਦੋਨੋਂ ਦਿੱਲੀ ਸੀ, ਹਾਊਸ ਚੱਲ ਰਿਹਾ ਸੀ, ਅਸੀਂ ਉਸੇ ਵੇਲੇ ਪਹੁੰਚੇ, ਜਾ ਕੇ ਇਨਵੈਸਟੀਗੇਸ਼ਨ ਕੀਤੀ, ਪਤਾ ਚੱਲਿਆ ਕਿਸਾਨ ਸੀ। ਉਸੇ ਦਿਨ ਵਾਪਸ ਆ ਕੇ ਦੇਖੋ ਜੀ, ਦਿੱਲੀ ਤੋਂ ਅੰਮ੍ਰਿਤਸਰ ਜਾਣਾ ਔਰ ਫਿਰ ਵਾਪਸ ਅੰਮ੍ਰਿਤਸਰ ਆਣਾ, ਉਦੋਂ ਸਾਧਨ ਨਹੀਂ ਸੀ ਹੁੰਦੇ ਕੋਈ, ਅਸੀਂ ਫਲਾਈਟ ਤੇ ਨਹੀਂ ਗਏ, ਟੈਕਸੀ ਕਰਕੇ ਗਏ ਸਾਂ। ਵਾਪਸ ਆਏ, ਦੂਸਰੇ ਦਿਨ ਆ ਕੇ ਸਵੇਰੇ ਹਾਊਸ ਵਿੱਚ ਧਰਨਾ ਦੇ ਦਿੱਤਾ ਕਿ 3 ਕਿਸਾਨ ਮਾਰੇ ਨੇ ਭਾਰਤ ਸਰਕਾਰ ਨੇ ਨਕਲੀ ਮੁਕਾਬਲਾ ਕਰਕੇ, ਉਹਨਾਂ ਦਾ ਮੁਆਵਜ਼ਾ ਦਿੱਤਾ ਜਾਏ ਔਰ ਉਹਨਾਂ ਦੀਆਂ FIR ਪੁਲਿਸ ਦੇ ਅਗੇਂਸਟ ਦਰਜ ਕੀਤੀਆਂ ਜਾਣ। ਅਸੀਂ 2 ਮੈਂਬਰਾਂ ਨੇ ਹਾਊਸ ਦੀ ਕਾਰਵਾਈ ਨਹੀਂ ਚੱਲਣ ਦਿੱਤੀ, ਕੋਈ ਹੋ ਹੱਲਾ ਨਹੀਂ ਕੀਤਾ, ਕੋਈ ਕੁਝ ਨਹੀਂ ਕੀਤਾ। ਬਾਕੀ ਸਾਰੇ ਮੈਂਬਰਸ ਨੂੰ ਰਿਕਾਰਡ ਦਿਖਾਇਆ ਕਿ ਅਸੀਂ ਨਹੀਂ ਕਹਿ ਰਹੇ ਕਿ ਤੁਸੀਂ ਸਾਡੇ ਨਾਲ ਹਾਊਸ ਵਿੱਚ ਖੜੇ ਹੋ, ਅਸੀਂ ਹਾਊਸ ਵਿੱਚ ਜਾ ਕੇ ਬਹਿ ਜਾਾਂਗੇ, ਸਿਰ ਤੁਸੀਂ ਕਹੋ ਜੀ ਇਹ ਸਹੀ ਨੇ, ਕਿਉਂਕਿ ਡਾਕੂਮੈਂਟਰੀ ਪ੍ਰੂਫ ਤੁਹਾਡੇ ਕੋਲ ਨੇ, ਓਕੇ ਬਈ ਉਹ ਇਹਨਾਂ ਦੀ ਗੱਲ ਸੁਣੀ ਜਾਏ। ਮੈਂ ਤੇ ਕਿਰਪਾਲ ਸਿੰਘ ਹਾਊਸ ਵਿੱਚ ਬੈਠੇ ਹਾਂ। ਪੰਜਾਬ ਦੇ ਹੋਰ ਕਿਸੇ ਮੈਂਬਰ ਪਾਰਲੀਮੈਂਟ ਔਰ ਕਿਸੇ ਪਾਰਟੀ ਨੇ ਸਾਡਾ ਸਾਥ ਨਹੀਂ ਦਿੱਤਾ ਉੱਥੇ। ਉਹ 3 ਦੀ ਇਨਕੁਆਇਰੀ ਕਰਾਈ, 3 ਦੀ ਇਨਕੁਆਇਰੀ ਤੋਂ ਬਾਅਦ 3 ਪੁਲਿਸ ਵਾਲਿਆਂ ਦੇ ਖਿਲਾਫ ਮੁਕੱਦਮੇ ਦਰਜ ਕਰਾਏ, ਉਹਨਾਂ ਨੂੰ ਮੁਆਵਜ਼ੇ ਦਿਲਾਏ 3 ਕਿਸਾਨਾਂ ਨੂੰ। ਫਿਰ ਮੇਰੇ ਛੁੱਟਣ ਤੋਂ ਪਹਿਲਾਂ ਇੱਕ ਹੋਰ ਬੜਾ ਵੱਡਾ ਕਾਂਡ ਹੋ ਗਿਆ ਸਾਡੇ। ਸਰਦਾਰ ਜਗਮੀਤ ਸਿੰਘ ਖੁੱਡੀਆਂ ਮੈਂਬਰ ਪਾਰਲੀਮੈਂਟ ਚੁਣੇ ਗਏ ਸੀ, ਬੜੇ ਦਰਵੇਸ਼ ਬੰਦੇ ਸੀ ਜੀ। ਉਹਨਾਂ ਨੂੰ ਰੰਜਿਸ਼ ਅਧੀਨ ਤੇ ਪਾਰਟੀ ਲੀਡਰਸ਼ਿਪ ਦੀ ਚੌਧਰ ਕਰਕੇ ਖਾੜਕੂਆਂ ਹੱਥੀਂ ਮਰਵਾਇਆ ਗਿਆ। ਓਕੇ, ਸਾਰਾ ਕੁਝ ਮੈਨੂੰ ਪਤਾ ਜੀ। ਠੀਕ ਆ ਜੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਉਹ ਚੀਫ ਵਿਪ ਸੀ ਪਾਰਲੀਮੈਂਟ ਦਾ, ਗੱਲ ਸਮਝਣ ਵਾਲੀ ਜੀ। ਓਕੇ, ਠੀਕ ਹੈ। ਪਾਰਲੀਮੈਂਟ ਵਿੱਚ ਮਤਲਬ ਸਿਮਰਨਜੀਤ ਸਿੰਘ ਮਾਨ ਨਹੀਂ ਸੀ ਗਿਆ ਤੇ ਉਹ ਲੀਡਰ ਸੀ। ਠੀਕ ਹੈ, ਠੀਕ ਹੈ ਜੀ। ਉਸ ਦਾ ਕਤਲ ਕਰਵਾ ਦਿੱਤਾ, ਹੱਤਿਆ ਨਹੀਂ ਹੋਈ, ਕਤਲ ਕਰਵਾ ਦਿੱਤਾ ਜਾਂਦਾ ਮਿੱਥ ਕੇ। ਕਿਹਨਾਂ ਵੱਲੋਂ? ਮੈਂ ਤਾਂ ਕਹਿ ਰਿਹਾ ਲੀਡਰਸ਼ਿਪ ਦੀ ਲੜਾਈ ਵੱਲੋਂ, ਵਿਦਿਨ ਲੀਡਰਸ਼ਿਪ ਦੀ ਲੜਾਈ। ਖਾੜਕੂਆਂ ਨੂੰ ਇਸਤੇਮਾਲ ਕੀਤਾ ਜਾਂਦਾ ਆਪਣੇ ਧੜੇ ਨੂੰ। ਉਹ ਮਰਵਾ, ਮੈਂ ਹਲੇ ਜੇਲ੍ਹ ਵਿੱਚ ਹੀ ਸੀ। ਮੈਂ ਬਾਹਰ ਆ ਕੇ ਲਗਾਤਾਰ ਕੋਸ਼ਿਸ਼ ਕਰ ਰਿਹਾ ਸੀ ਕਿ ਵੀ ਸਰਦਾਰ ਜਗਮੀਤ ਸਿੰਘ ਖੁੱਡੀਆਂ ਸਾਡਾ ਆਨਰੇਬਲ ਮੈਂਬਰ ਪਾਰਲੀਮੈਂਟ ਹੈ, ਪੰਜਾਬ ਤੋਂ ਚੁਣਿਆ ਗਿਆ, ਉਹਦੀ ਇਸ ਤਰੀਕੇ ਨਾਲ ਕਤਲ ਹੋ ਜਾਂਦਾ। ਨਾ ਕੋਈ ਪੁਲਿਸ ਇਨਕੁਆਇਰੀ ਹੁੰਦੀ ਹੈ, ਨਾ ਕੋਈ ਜੁਡੀਸ਼ੀਅਲ ਇਨਕੁਆਇਰੀ ਹੁੰਦੀ ਹੈ, ਨਾ ਕੋਈ ਮੈਂਬਰ ਪਾਰਲੀਮੈਂਟ ਉਸ ਦੇ ਮਾਮਲੇ 'ਚ ਬੋਲਦਾ ਹੈ ਕਿ ਪੰਜਾਬ ਦੇ ਤੋਂ ਚੁਣੇ ਗਏ ਸਿੱਖ ਮੈਂਬਰ ਪਾਰਲੀਮੈਂਟ ਦੀ ਕੋਈ ਵੈਲਿਊ ਹੀ ਨਹੀਂ ਹੈਗੀ ਜੀ। ਮੈਂ ਰਵੀ ਰੇ ਕੋਲ ਜਾ ਕੇ ਪ੍ਰੋਟੈਸਟ ਕੀਤਾ, ਆਨ ਰਿਕਾਰਡ ਲਿਆਇਆ ਪਾਰਲੀਮੈਂਟ ਦੇ, ਪਟੀਸ਼ਨ ਪਾਈ। ਹਾਊਸ ਵਿੱਚ ਨਹੀਂ ਬੋਲਿਆ ਮੈਂ, ਕਿਉਂਕਿ ਇਹ ਕਾਨੂੰਨੀ ਤਰੀਕੇ ਨੇ ਕੰਮ ਕਰਨ ਦੇ। ਮੈਂ ਪਟੀਸ਼ਨ ਪਾਈ, ਪਟੀਸ਼ਨ ਤੇ 70 ਮੈਂਬਰ ਪਾਰਲੀਮੈਂਟ ਦੇ ਸਾਈਨ ਕਰਵਾਏ ਕਿ ਬਈ ਇਸ ਮੈਂਬਰ ਪਾਰਲੀਮੈਂਟ ਦੇ ਕਤਲ ਦੀ ਮੈਂਬਰ ਪਾਰਲੀਮੈਂਟਰੀ ਟੀਮ ਕੋਲੋਂ ਇਨਕੁਆਇਰੀ ਹੋਣੀ ਚਾਹੀਦੀ ਹੈ, ਇੰਡੀਪੈਂਡੈਂਟ ਇਨਕੁਆਇਰੀ ਹੋਣੀ ਚਾਹੀਦੀ ਹੈ। ਉਸ ਇੰਡੀਪੈਂਡੈਂਟ ਇਨਕੁਆਇਰੀ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਬਾਦਲ ਨੇ ਵਿਰੋਧ ਕੀਤਾ। ਕਿਉਂ ਕੀਤਾ ਬਈ? ਇਹ ਜੇ ਇੰਟਰਨਲ ਗੱਲਾਂ, ਜਿਸ ਕਰਕੇ ਅਤਿੰਦਰਪਾਲ ਸਿੰਘ ਨੂੰ ਬੋਲਣ ਨਹੀਂ ਦਿੱਤਾ ਜਾਂਦਾ, ਜਿਸ ਕਰਕੇ ਆਨ ਨੈਟ ਤੇ ਆਨਲਾਈਨ ਅਤਿੰਦਰਪਾਲ ਸਿੰਘ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ ਤੇ ਗੱਦਾਰ ਕਿਹਾ ਜਾਂਦਾ। ਮੈਂ ਉਹ ਇਨਕੁਆਇਰੀ ਸਟਾਰਟ ਕਰਾਤੀ ਜੀ। ਸਟਾਰਟ ਕਰਾਉਣ ਤੋਂ ਬਾਅਦ 13 ਨੋਟਿਸ ਗਏ ਅਕਾਲੀ ਦਲ ਅੰਮ੍ਰਿਤਸਰ ਦੀ ਲੀਡਰਸ਼ਿਪ ਨੂੰ ਬਈ ਆ ਕੇ ਆਪਣਾ ਪੱਖ ਰੱਖੋ। ਇਹਨਾਂ ਨੇ ਪੱਖ ਨਹੀਂ ਰੱਖਿਆ। ਇਹਨਾਂ ਦਾ ਹੀ ਮੈਂਬਰ ਪਾਰਲੀਮੈਂਟ ਕਤਲ ਕੀਤਾ ਜਾਂਦਾ।
ਇਹਨਾਂ ਦਾ ਹੀ ਲੀਡਰ ਹੈ, ਪਾਰਲੀਮੈਂਟਰੀ ਲੀਡਰ ਹੈ ਉਹ 9th ਲੋਕ ਸਭਾ 'ਚ। ਔਰ ਇਹੀ ਪਾਰਟੀ ਆਪਣਾ ਪੱਖ ਨਹੀਂ ਰੱਖਦੀ ਉਸ ਕਮਿਸ਼ਨ ਅੱਗੇ ਕਿ ਬਈ ਮੇਰੇ ਮੈਂਬਰ ਪਾਰਲੀਮੈਂਟ ਨੂੰ ਕਤਲ ਕੀਤਾ ਗਿਆ। ਤੁਸੀਂ ਦੱਸੋ ਇਸ ਦਾ ਕੀ ਅਰਥ ਨਿਕਲਦਾ? ਮੈਂ ਉਹ ਇਨਕੁਆਇਰੀ ਦੀ ਰਿਪੋਰਟ ਲਈ, ਮੈਂ ਉਹ ਰਿਪੋਰਟ ਗਜਟ ਕਰਾਈ। ਮੇਰੇ ਕੋਲ ਅੱਜ ਵੀ ਮੇਰੀ ਲਾਇਬ੍ਰੇਰੀ 'ਚ ਉਹ ਰਿਪੋਰਟ ਗਜਟ ਪਈ ਜੇ। ਕਿਸੇ ਪੰਜਾਬ ਦੀ ਅਖਬਾਰ ਨੇ ਨਹੀਂ ਛਾਪੀ, ਸਾਰਿਆਂ ਨੂੰ ਦਿੱਤੀ ਮੈਂ, ਕਿਸੇ ਨੇ ਨਹੀਂ ਛਾਪੀ, ਕਿਸੇ ਨੇ ਨਹੀਂ ਕੀਤਾ। ਮੈਂ ਖੁੱਡੀਆਂ ਦੇ ਪਰਿਵਾਰ ਨੂੰ ਦਿੱਤੀ, ਉਹਦਾ ਪੁੱਤਰ ਤੱਕ ਨਹੀਂ ਬੋਲਿਆ। ਅੱਛਾ ਜੀ। ਹੁਣ ਇਹ ਉਹ ਜਿਹੇ ਮਾਹੌਲ ਵਿੱਚੋਂ ਤੁਸੀਂ ਆਹ ਦੇਖੋ ਨਾ ਕਿ ਉਸ ਵੇਲੇ ਕਿੰਨਾ ਦਹਿਸ਼ਤ ਦਾ ਮਾਹੌਲ ਸੀ। ਉਸ ਮਾਹੌਲ ਵਿੱਚ ਸਤਿੰਦਰਪਾਲ ਸਿੰਘ ਦਾ ਕੰਮ ਕਰਨੇ ਆਪਣੇ ਆਪ ਵਿੱਚ ਸੌਖੇ ਨਹੀਂ ਨੇ ਵੀਰ ਜੀ। ਅੱਗ ਵਿੱਚੋਂ ਹੀ ਨਿਕਲਣਾ ਨਹੀਂ ਹੈ, ਬੰਦੂਕ ਦੀ ਨਾਲ ਵਿੱਚੋਂ ਦੀ ਨਿਕਲ ਕੇ ਕੰਮ ਕਰਨ ਵਾਲੀਆਂ ਕਹਾਣੀਆਂ ਸੀ। ਫਿਰ ਇਸ ਤੋਂ ਇਲਾਵਾ ਮੈਂ ਆਪਣੇ ਹਲਕੇ ਲਈ ਇਹ ਤਾਂ ਮੈਂ ਕੌਮੀ ਕੰਮ ਦੱਸ ਰਿਹਾ ਤੁਹਾਨੂੰ ਜੀ, ਠੀਕ ਆ ਨਾ ਜੀ। ਔਰ ਜੀ ਨਹੀਂ ਫਿਰ ਇੱਕ ਕੌਮੀ ਕੰਮ ਰਹਿ ਗਏ ਜੀ, ਜਿੰਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦੇਖੋ ਜੀ ਕਾਲ ਦਿੱਤੀ ਸੀ ਧਰਮੀ ਫੌਜੀਆਂ ਨੂੰ ਕਿ ਬੈਰਕਾਂ ਛੱਡ ਕੇ ਆਓ, ਪੰਥ ਤੇ ਭੀੜ ਬਣੀ ਹੈ। ਧਰਮੀ ਫੌਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਕਾਲ ਤੇ ਬੈਰਕਾਂ ਛੱਡ ਕੇ ਭੱਜੇ, ਉਹਨਾਂ ਤੇ ਮੁਕੱਦਮੇ ਬਣੇ, ਕੋਰਟ ਮਾਰਸ਼ਲ ਹੋਈ, ਕਈ ਫੌਜੀ ਸ਼ਹੀਦ ਹੋ ਗਏ। ਫੌਜੀ ਜਿਹੜੀ ਰੈਜੀਮੈਂਟ ਸੀ ਉੱਥੇ ਕੋਰਟ ਮਾਰਸ਼ਲ ਹੋਈ, ਮੁਕੱਦਮੇ ਭੁਗਤ ਰਹੇ ਸੀ। 350 ਤੋਂ ਵੱਧ ਫੌਜੀ ਉਸ ਵੇਲੇ ਜੇਲ੍ਹਾਂ ਹੀ ਸੀ ਜੀ। ਮੈਂ ਡਿਫੈਂਸ ਮਿਨਿਸਟਰ ਨਾਲ ਗੱਲ ਕੀਤੀ, ਮੈਂ ਡਿਫੈਂਸ ਮਿਨਿਸਟਰ ਨੂੰ ਸਾਰੀ ਪੋਜੀਸ਼ਨ ਸਮਝਾਈ। डिफेंस मिनिस्टर और फाइनेंस मिनिस्टर मेरी बड़ी कदर करन लग गए। ओके। डिफेंस मिनिस्टर सी मिस्टर जॉर्ज फर्नांडिस, फाइनेंस मिनिस्टर सी श्री मधु दंडवते जी। उन्होंने मेरे अंदरली रूह की सच्चाई नूं ही परखिया, मेरे डॉकूमेंट्स की उन्होंने कोक की, अपने घरे बुला के मेरे नाल 3-3 रातां उन्होंने बहस की, बई एदा प्रूफ दिखा, एदा दिखा, एदा दिखा। मैं हर चीज़ उन्होंने अगे पेश की जिहड़ी कि मैं पार्लीमेंट नहीं सी रखे जी। मैं उन्होंने भी पेश इस करके वो मेरे नाल सहमत होए कि यार एक तू ही है लीडर जिहड़ा पंजाब विच कुछ कर सकदा। हुण शरेआम पार्लीमेंट विच भी कहंदे सी, कैबिनेट दी मीटिंग विच भी कहंदे सी। मैं डिफेंस मिनिस्टर नूं कहा भई फौजियां वास्ते जरूर कुछ करना है। कहंदा की हो सकदा। मैं फिर कोर्ट मार्शल दी किताबां पढ़ियां जी, रूल रेगूलेशन पढ़े, उन्हां विचों मैं नुकता ले जाके डिफेंस मिनिस्टर नूं सहमत कीता कि बई अंडर कोर्ट मार्शल ला तो कुछ नहीं हो सकता, पर तेरे कोल अपना एक अथॉरिटी हैगी है, तो एक अथॉरिटी है कैबिनेट कोल। तू सारियां कोर्ट मार्शल दियां सजावां क्योंकि हो चुकियां ने, उन्होंने सिविल सजाई च बदल के उन्होंने जिले च भेज दे। पहला कहना मैं कर सकदा, मैं कहा जी यह रूल ओके, उन्होंने भी रूल तुसीं दस्सिया? हाँ मैं दस्सिया जी। उन्हें डिफेंस सैकटरी बुलाया, जनरल बुलाया, गलबात हुई, कहते हाँ जी यह हैगा, पर अज तक भारत विच इस्तेमाल नहीं किया गया। मैं कहा जी यदा मतलब है ना थोड़ा कि इस्तेमाल किया नहीं जा सकता, अपनी थां ते है। वो चुप हो गए। फिर मैं VP सिंह साहब नूं विच पाया, जॉर्ज फर्नांडिस मैनू भी नाल लैके गए। उन्होंने कहा भी जे हैगा तो कर दो। सिर्फ फौज ने 3 उन्हां ते ऑब्जैक्शन लाए जिन्हां ने उन्हां दे ब्रिगेडियर ते करनल नूं मारिया सी। 3 फौजी रह गए, बाकी सारे सिविल केसां च आ गए। हुण जो सिविल केस आ गए तो उन्हां दी सज़ा 1/4 रह गई। देखो यह टैक्निक जे ओके, यह टैक्निक है कि किवें तुसीं कानून नूं अपने हक च यूज करना। जिवें मैं तुहानूं पिछली वारी कहा सी बरगाड़ी मोर्चा लाने की बजाए मुकदमे करन सारा कुछ हो सकता, हुण भी हो सकता। असीं जांदे ही असीं सही राह पैना ही नहीं ना, असीं तां कौम नूं गुमराह करना, आपू अपनी लीडरशिप फुंडनी, पैसे कमाने, इहो जे गल्लां च पैंदे आ। सतिंदरपाल सिंह इस संघर्ष च नहीं पिया, कौम दे काम करन वाले संघर्ष च पिया। सारे मैं कराते, उन्हां दी सज़ा आटोमैटिकली 1/4 रह गई। 1/4 सज़ा नूं मैं प्राइम मिनिस्टर नूं कह के खत्म कराता। ओके, धर्मी फौजियां दा मामला भी तुसीं चक्किया? मैं चक्किया और मैं उसनूं सिरे लाता। 17 फौजियां तो सिवा बाकी सारे रिहा हो गए। रिहा होने तो बाद 135 फौजी मैं दोबारा फौज दियां ही होर जिवें उन्हां दियां यूनिटां दियां ने JCO स्टोर ने, मैस ने, उत्थे एडजस्ट कराए। लगभग 35 फौजी मैं पंजाब जिहड़ी फायर ब्रिगेड है उहदे च एडजस्ट कराए, कुछ बैंकां च कराए। फिर जिहड़े 17 रह गए सी उन्हां दियां भी मैं सिविल चेंज करातियां ते ओह भी मैं रिहा कराए।
ਓਕੇ ਇਹ ਜੇ ਮੇਰੇ ਕੌਮੀ ਕੰਮ ਉਸ ਤੇ ਵੇਲੇ ਦੇ। ਆਪਾਂ ਸਮਾਂ ਹੁਣ ਬੜਾ ਆ ਜਾਓ ਥੋੜ੍ਹਾ ਹੈ। ਹਾਂ ਹੁਣ ਆ ਥੋੜ੍ਹੇ ਜਾਓ ਸਮੇਂ ਵਿੱਚ ਆਪਾਂ ਉਹ ਜ਼ਿਕਰ ਕਰ ਪੰਜਾਬ ਲਈਏ, ਬਾਰੇ ਕੀ ਪੰਜਾਬ ਕੀਤਾ ਬਾਰੇ। ਪੰਜਾਬ ਬਾਰੇ ਕੀ ਕੀਤਾ। ਪਹਿਲਾਂ ਮੈਂ ਆਉਂਦਾ ਆਪਣੇ ਹਲਕੇ ਬਾਰੇ। ਮੇਰਾ 22 ਨੰਬਰ ਦਾ ਰੇਲਵੇ ਫਾਟਕ ਦਾਸ ਨੇ ਪ੍ਰਵਾਨ ਕਰਵਾਇਆ। ਮੇਰੇ ਟਾਈਮ ਵਿੱਚ ਪੀਰੀਅਡ ਵਿੱਚ ਹੀ ਸ਼ੁਰੂ ਹੋਇਆ। ਕੈਪਟਨ ਅਮਰਿੰਦਰ ਸਿੰਘ ਵੇਲੇ ਆ ਖਤਮ ਹੋਇਆ। ਜਿਹੜਾ ਦੁੱਖ ਨਿਵਾਰਨ ਸਾਹਿਬ ਵਾਲਾ ਫਲਾਈਓਵਰ ਹੈ ਜੀ ਰੇਲਵੇ ਵਾਲਾ, ਹਾਂਜੀ ਉਹ ਮੇਰੇ ਟਾਈਮ ਤੇ ਹੀ ਸ਼ੁਰੂ ਹੋਇਆ। ਬੇਅੰਤ ਸਿੰਘ ਨੇ ਉਹਦਾ ਉਦਘਾਟਨ ਕੀਤਾ ਕਿਉਂਕਿ ਮੈਨੂੰ ਤਾਂ ਉਹਨਾਂ ਨੇ ਸੱਦਣਾ ਨਹੀਂ ਸੀ। ਠੀਕ ਆ ਨਾ, ਮੈਂ ਤਾਂ ਓਪੋਜੀਸ਼ਨ ਵਿੱਚ ਆ ਉਹਦਾ, ਪਰ ਉਹ ਮੇਰੇ ਟਾਈਮ ਤੇ ਹੀ ਮਧੂ ਦੰਡਵਤੇ ਨੇ ਇਹ ਤਿੰਨੋਂ ਪੁਲ ਰੇਲਵੇ ਦੇ ਸ਼੍ਰੀ ਮਧੂ ਦੰਡਵਤੇ ਜੀ ਕੋਲੋਂ ਮੈਂ ਪਾਸ ਕਰਵਾਏ। ਇੱਕ 22 ਨੰਬਰ ਦਾ, ਇੱਕ ਦੁੱਖ ਨਿਵਾਰਨ ਸਾਹਿਬ ਵਾਲਾ, ਤੀਸਰਾ ਰਾਜਪੁਰੇ ਵਾਲਾ। ਰਾਜਪੁਰੇ ਇੱਕ ਇੰਡਸਟਰੀਅਲ ਏਰੀਆ ਵਿੱਚ ਅੰਡਰਵੇ ਬਣਵਾਇਆ, ਉਹ ਦਾਸ ਨੇ ਬਣਵਾਇਆ। ਸ਼੍ਰੀ ਦੁੱਖ ਨਿਵਾਰਨ ਸਾਹਿਬ ਦੇ ਸਾਹਮਣੇ ਜਿਹੜੀ ਪਾਰਕ ਸੀ ਔਰ ਜਿੱਥੇ ਹੁਣ ਪਾਰਕਿੰਗ ਫੋਰੈਸਟ ਦੀ ਲੈਂਡ ਵਿੱਚ ਬਣੀ ਹੈ, ਇਹ ਸਾਰੀ ਲੈਂਡ ਦੁੱਖ ਨਿਵਾਰਨ ਸਾਹਿਬ ਨਾਲ ਡੀਸੀ ਨੂੰ ਕਹਿ ਕੇ ਮੈਂ ਲਵਾਈ। ਇਹ ਦੁੱਖ ਨਿਵਾਰਨ ਸਾਹਿਬ ਦੀ ਪ੍ਰਾਪਰਟੀ ਨਹੀਂ ਸੀ, ਵਿੱਚੋਂ ਦੀ ਰਾਹ ਜਾਂਦਾ ਹੁੰਦਾ ਸੀ। ਓਕੇ ਇਹ ਦਾਸ ਦੇ ਟਾਈਮ ਵਿੱਚ ਹੋਇਆ। ਮੈਂ ਕੌਮੀ ਕੰਮ ਦੱਸ ਰਿਹਾ ਤੁਹਾਨੂੰ। ਪਟਿਆਲੇ ਦਾ ਉਸੇ ਵੇਲੇ ਮਾਸਟਰ ਪਲਾਨ ਮੈਂ ਬਣਵਾਇਆ। ਪਟਿਆਲੇ ਵਿੱਚ ਪਾਤਣਾ ਵਿੱਚ ਮੈਂ ਐਟਮੀ ਪਾਵਰ ਸਟੇਸ਼ਨ ਸੈਂਕਸ਼ਨ ਕਰਾਇਆ, ਲੈਂਡ ਐਕਵਾਇਰ ਕਰਾਈ। ਉਸ ਦੇ ਖਿਲਾਫ ਬਾਦਲ, ਸਿਮਰਨਜੀਤ ਸਿੰਘ ਮਾਨ, ਹਰਕ੍ਰਿਸ਼ਨ ਸਿੰਘ ਸੁਰਜੀਤ ਬੋਲੇ ਕਿ ਅਸੀਂ ਐਟਮ ਐਨਰਜੀ ਨੂੰ ਪੰਜਾਬ ਵਿੱਚ ਨਹੀਂ ਲੱਗਣ ਦੇਣਾ। ਜ਼ਮੀਨ ਐਕਵਾਇਰ ਹਲੇ ਵੀ ਹੋਈ ਜੇ, ਉਹ ਪਲਾਂਟ ਹਲੇ ਵੀ ਸੈਂਕਸ਼ਨ ਹੈ, ਇਹਨਾਂ ਲੋਕਾਂ ਨੇ ਲੱਗਣ ਨਹੀਂ ਦਿੱਤਾ। ਪਾਤਣਾ ਵਿੱਚ ਜਾ ਕੇ ਪਿਲਰ ਦੇਖ ਸਕਦੇ ਹੋ। ਮੈਂ ਬਨੂੜ ਵਿੱਚ ਜਿਹੜੀ ਧਰਤੀ ਬੰਜਰ ਸੀ, ਮੇਰਾ ਵਿਜ਼ਨ ਬਿਲਕੁਲ ਕਲੀਅਰ ਹੈ ਕਿ ਵਾਹੀਯੋਗ ਜ਼ਮੀਨ ਨਾ ਇੰਡਸਟਰੀ ਦੇ ਹੇਠਾਂ ਆਉਣੀ ਚਾਹੀਦੀ ਹੈ, ਨਾ ਕੋਲੋਨਾਈਜ਼ਰ ਦੇ ਹੇਠਾਂ ਆਉਣੀ ਚਾਹੀਦੀ ਹੈ, ਕਿਉਂਕਿ ਪੰਜਾਬ ਦੇ ਜੱਟ ਜ਼ਮੀਂਦਾਰੀ ਕੋਲ ਵਾਹੀਯੋਗ ਜ਼ਮੀਨ ਬਿਲਕੁਲ ਸੀਮਤ ਹੈ। 50,000 ਕਿਲੋਮੀਟਰ ਦੇ ਲਗਭਗ ਪੰਜਾਬ ਦਾ ਰਕਬਾ ਹੈ ਜੀ। ਉਸ ਵਿੱਚੋਂ 10% ਰਕਬਾ ਫੌਜ ਨੇ ਐਕਵਾਇਰ ਕੀਤਾ ਹੋਇਆ। ਮੈਂ ਤੁਹਾਡੇ ਆਨਲਾਈਨ ਦੱਸ ਰਿਹਾ, ਮੈਂ ਚੀਜ਼ਾਂ ਪਾਰਲੀਮੈਂਟ ਵਿੱਚ ਚੁੱਕੀਆਂ ਨੇ ਜਿਹੜੀਆਂ ਕੋਈ ਲੀਡਰ ਨਹੀਂ ਜੋ ਬੋਲਦਾ। 10% ਰਕਬਾ ਫੌਜ ਕੋਲ ਐਕਵਾਇਰ ਕੀਤਾ ਹੋਇਆ। 15% ਰਕਬਾ ਜੂਨ 84 ਤੋਂ ਬਾਅਦ ਨੀਮ ਫੌਜੀ ਦਲਾਂ ਨੂੰ ਟ੍ਰਾਂਸਫਰ ਕਰ ਦਿੱਤਾ ਗਿਆ। 25% ਰਕਬਾ ਤਾਂ ਉਸ ਵਿੱਚੋਂ ਪੰਜਾਬ ਦਾ ਖੋਹ ਲਿਆ ਗਿਆ, ਸੈਂਟਰ ਗਵਰਨਮੈਂਟ ਨੇ ਖੋਹ ਲਿਆ, ਜਿਹੜਾ ਆਪਣੇ ਬੰਦਿਆਂ ਨੂੰ ਨਹੀਂ ਪਤਾ। ਸਾਡੇ ਬੰਦਿਆਂ ਨੂੰ ਪਤਾ ਹੀ ਨਹੀਂ ਜੀ। ਅਸੀਂ ਉਹਨਾਂ ਇਸ਼ੂ ਤੇ ਬੋਲਦੇ ਨਹੀਂ, ਪਤਾ ਸਾਰਾ ਕੁਝ ਹੈ ਕਿਉਂਕਿ ਇਹਨਾਂ ਸਰਕਾਰਾਂ ਨੇ, ਅਕਾਲੀ ਸਰਕਾਰਾਂ ਨੇ ਲਿਖ ਕੇ ਦਿੱਤਾ ਨਾ ਜੀ, ਕਾਂਗਰਸ ਦੀਆਂ ਸਰਕਾਰਾਂ ਨੇ ਲਿਖ ਕੇ ਦਿੱਤਾ, ਸਭ ਨੂੰ ਪਤਾ। ਪਰ ਕਿਉਂਕਿ ਅੰਦਰ ਖਾਤੇ ਕਰੀ ਜਾਓ ਪੰਜਾਬ ਦੇ ਖਿਲਾਫ ਕੰਮ। ਅਸੀਂ ਤਾਂ ਕੌਮ ਨੂੰ ਗੁੰਮਰਾਹ ਰੱਖਣਾ, ਧਾਰਮਿਕ ਇਸ਼ੂ ਵਿੱਚ, ਸਮਾਜਿਕ ਇਸ਼ੂ ਵਿੱਚ ਜਾਂ ਨਸ਼ੇੜੀ ਬਣਾ ਕੇ ਰੱਖਣਾ। ਮੈਂ ਉਹਨਾਂ ਦੇ ਅੰਗੇਸਟ ਬੋਲਿਆ, ਮੈਂ ਆਪਣੀ ਪੁਸਤਕ ਵਿੱਚ ਲਿਖਿਆ, ਸਾਰੇ ਵੇਰਵੇ ਦਿੱਤੇ। ਫਿਰ ਪੰਜਾਬ ਦੀ ਘੇਰਾਬੰਦੀ ਹੋ ਰਹੀ ਜੇ ਇੱਕ। ਮੈਂ ਆਨਲਾਈਨ, ਮੈਂ ਪਾਰਲੀਮੈਂਟ ਵਿੱਚ ਵੀ ਇਸ਼ੂ ਚੁੱਕਿਆ, ਮੈਂ ਪੁਸਤਕ ਵਿੱਚ ਵੀ ਚੁੱਕਿਆ। ਮੇਰੀ ਪੁਸਤਕ 2003 ਵਿੱਚ ਛਪ ਗਈ, ਖਾਲਿਸਤਾਨ ਉਸਦਾ ਸੰਕਲਪ ਅਤੇ ਪ੍ਰਣਾਲੀ। ਆਨਲਾਈਨ ਡਾਊਨਲੋਡ ਕਰਕੇ ਪੜ੍ਹ ਸਕਦੇ ਹੋ, ਪੂਰਾ ਇੱਕ ਚੈਪਟਰ ਜੇ ਕਿ ਪੰਜਾਬ ਦੀ ਘੇਰਾਬੰਦੀ ਕਿਵੇਂ ਕੀਤੀ ਜਾ ਰਹੀ ਹੈ। 25% ਏਰੀਆ ਖੋਹ ਲਿਆ। ਉਸ ਤੋਂ ਬਾਅਦ ਪੰਜਾਬ ਵਿੱਚ ਮਿੱਥ ਕੇ ਭਾਰਤ ਸਰਕਾਰ ਬਿਹਾਰੀ ਦੇ ਲੋਕ, ਯੂਪੀ ਦੇ ਲੋਕ ਤੇ ਮੱਧ ਪ੍ਰਦੇਸ਼ ਦੇ ਕ੍ਰਿਮੀਨਲ ਲੋਕ ਬਤੌਰ ਮਜ਼ਦੂਰ ਪੰਜਾਬ ਦੇ ਹਰ ਸ਼ਹਿਰ ਦੇ ਬਾਹਰ ਸੈੱਟ ਕਰ ਰਹੀ ਹੈ। ਇੱਕ ਪੈਰੀਫੇਰੀ ਐਕਟ ਬਣਾਇਆ ਜੀ ਪੰਜਾਬ ਦੇ ਮਾਮਲੇ 'ਚ। ਤੁਸੀਂ, ਮੈਂ ਤੁਹਾਨੂੰ ਆਨਲਾਈਨ ਇਹ ਦੱਸਣਾ ਚਾਹੁੰਦਾ, ਸਮਝੋ ਇਹ ਪੰਜਾਬ ਦੀ ਆਬਾਦੀ ਹੈ ਜੀ। ਇਸ ਆਬਾਦੀ ਦੇ ਬਾਹਰ ਜ਼ਮੀਨ ਐਕਵਾਇਰ ਕਰਕੇ ਦਿੱਤੀ ਗਈ ਹੈ CRPF ਨੂੰ, BTF ਨੂੰ, ਜਿਹੜੀ ਕਿ ਪੰਜਾਬ ਵਿੱਚ ਹੈ ਹੀ ਨਹੀਂ। ਬਾਰਡਰ ਇੰਡਸਟਰੀਅਲ ਸਿਕਿਉਰਿਟੀ ਫੋਰਸ ਤੇ ਬਾਰਡਰ ਇੰਡਸਟਰੀਅਲ ਰੋਡ ਫੋਰਸ, ਉਹਨਾਂ ਨੂੰ ਇਹ ਸ਼ਹਿਰ ਦੇ ਚਾਰੋਂ ਪਾਸੇ ਇੰਜ ਜ਼ਮੀਨ ਅਲਾਟ ਕਰ ਦਿੱਤੀ ਗਈ। ਇਹ ਛਾਉਣੀਆਂ ਬਣਾ ਦਿੱਤੀਆਂ ਗਈਆਂ ਜੇ ਪੰਜਾਬ ਵਿੱਚ ਆਬਾਦੀ ਰਹਿ ਗਈ, ਪਿੱਛੇ ਪਿੰਡ ਰਹਿ ਗਏ, ਇਹ ਛਾਉਣੀਆਂ ਆ ਗਈਆਂ, ਕੱਟ ਦਿੱਤੀ ਨਾ ਆਬਾਦੀ ਔਰ ਪਿੰਡਾਂ ਨਾਲੋਂ। ਇਹ ਛਾਉਣੀਆਂ ਦੇ ਨਾਲ ਲੱਗਦੇ ਸ਼ਹਿਰ ਵਾਲੇ ਪਾਸੇ ਸਾਰੀ ਆਬਾਦੀ ਗੈਰ ਪੰਜਾਬੀ ਸੈੱਟ ਕੀਤੀ ਗਈ ਹੈ। ਚਾਹੇ ਲੁਧਿਆਣਾ ਦੇਖ ਲਓ, ਚਾਹੇ ਅੰਮ੍ਰਿਤਸਰ ਦੇਖ ਲਓ, ਚਾਹੇ ਜਲੰਧਰ ਦੇਖ ਲਓ, ਤੁਸੀਂ ਰਹਿੰਦੇ ਹੋ, ਕਦੇ ਸਿੱਖਾਂ ਨੇ ਧਿਆਨ ਨਹੀਂ ਦਿੱਤਾ। ਚਾਹੇ ਪਟਿਆਲਾ ਦੇਖ ਲਓ, ਜਿਹੜਾ ਮਰਜ਼ੀ ਸ਼ਹਿਰ ਦੇਖ ਲਓ, ਸ਼ਹਿਰ ਦੀ ਆਬਾਦੀ ਤੇ ਪਿੰਡ ਦੀ ਆਬਾਦੀ ਨੂੰ, ਸਾਡੇ ਪਿੰਡੂ ਸਿੱਖਾਂ ਨੂੰ ਔਰ ਸ਼ਹਿਰੀ ਸਿੱਖਾਂ ਨੂੰ ਸਰਕਾਰ ਨੇ ਇੱਕ ਤਾਂ ਨੀਮ ਫੌਜੀ ਦਲਾਂ ਦੀਆਂ ਛਾਉਣੀਆਂ ਬਣਾ ਕੇ, ਦੂਸਰਾ ਅਨਆਥੋਰਾਈਜ਼ਡ ਵੋਟਰ ਤੇ ਕਲੋਨੀਆਂ ਡਿਵੈਲਪ ਕਰਕੇ ਇਹਨਾਂ ਮਜ਼ਦੂਰਾਂ ਦੀਆਂ
ਇੱਕ ਦੀਵਾਰ ਖੜੀ ਕਰ ਦਿੱਤੀ ਹੈ ਤੇ ਅਗਲੀ ਜਿਹੜੀ ਨਸਲਕੁਸ਼ੀ ਸਿੱਖ ਕੌਮ ਦੀ ਹੋਣੀ ਜੇ ਉਹ ਬੰਦੂਕ ਦੀ ਨੋਕ ਤੇ ਨਹੀਂ ਜੇ ਹੋਣੀ, ਉਹ ਇਹਨਾਂ ਜਰਾਇਮ ਪੇਸ਼ਾ ਲੋਕਾਂ ਕੋਲੋਂ ਕਰਵਾਈ ਜਾਣੀ ਜੇ। ਤੇ ਜਿਹੜੀਆਂ ਫੋਰਸੇਜ ਆਂ ਜੇ ਚਾਰੋਂ ਪਾਸੇ ਤੈਨਾਤ ਕੀਤੀਆਂ, ਉਹਨਾਂ ਨੇ ਇਹਨਾਂ ਨੂੰ ਪ੍ਰੋਟੈਕਸ਼ਨ ਦੇਣੀ ਹੈ। ਸ਼ਹਿਰੀਆਂ ਕੋਲ ਕਿਸੇ ਨੂੰ ਭੇਜਣ ਨਹੀਂ ਦੇਣਾ, ਉਧਰ ਪਿੰਡ ਵਾਲਿਆਂ ਨੂੰ ਕਿਸੇ ਨੇ ਫੜਕਣ ਨਹੀਂ ਦੇਣਾ, ਤੇ ਇਹਨਾਂ ਨੇ ਪੂਰੀ ਬੁਰਛਾਗਰਦੀ ਕਰਨੀ ਜੇ। ਇਹ ਖਾਨਾ ਜੰਗੀ ਪੰਜਾਬ ਵਿੱਚ ਆਈ ਕਿ ਆਈ। ਮੈਂ 2003 ਤੋਂ ਲਿਖਤ ਵਿੱਚ ਕਿਤਾਬ ਰੂਪ ਵਿੱਚ ਕਹਿ ਰਿਹਾ, ਮੈਂ ਪਾਰਲੀਮੈਂਟ ਵਿੱਚ ਵੀ ਇਹ ਸਵਾਲ ਚੁੱਕਿਆ ਸੀ, ਮੇਰੀ ਕਿਸੇ ਨੇ ਨਹੀਂ ਸੁਣੀ, ਤੇ ਮੈਂ ਇਸ ਨੂੰ ਤੋੜਨ ਦੇ ਖਿਲਾਫ ਵੀ ਕਾਰਵਾਈ ਕੀਤੀ ਪਾਰਲੀਮੈਂਟ ਵਿੱਚ। ਮੇਰਾ ਬਾਕੀ ਅਕਾਲੀ ਦਲਾਂ ਨੇ ਸਹਿਯੋਗ ਨਹੀਂ ਦਿੱਤਾ, ਜਿਸ ਕਰਕੇ ਇਹ ਨਹੀਂ ਟੁੱਟੀ ਤੇ ਮਜ਼ਬੂਤ ਹੁੰਦੀ ਜਾ ਰਹੀ ਹੈ। ਮੈਂ ਪੰਜਾਬ ਵਿੱਚ ਡੇਰਾ ਬਸੀ ਚ, ਕਿਉਂਕਿ ਮੈਂ ਜਿਵੇਂ ਕਿਹਾ ਮੈਂ ਐਕਟ ਬਣਵਾਇਆ ਪਟਿਆਲੇ ਦੇ ਮਾਮਲੇ 'ਚ ਕਿ ਇੱਥੇ ਕੋਈ ਵੀ ਪੋਲੂਟਡ ਇੰਡਸਟਰੀ ਨਹੀਂ ਲੱਗ ਸਕਦੀ, ਮੈਂ ਐਕਟ ਬਣਵਾਇਆ ਜੀ ਬਕਾਇਦਾ। ਦੂਸਰੀ ਗ੍ਰੀਨ ਪੀਸ ਇੰਡਸਟਰੀ ਜਾਂ ਕੁਦਰਤ ਨੂੰ ਆਬਾਦ ਕਰਨ ਵਾਲੀ ਇੰਡਸਟਰੀ ਪਟਿਆਲੇ 'ਚ ਆ ਸਕਦੀ ਹੈ, ਪੋਲੂਟਡ ਇੰਡਸਟਰੀ ਨਹੀਂ ਆ ਸਕਦੀ। ਫਿਰ ਮੈਂ ਡੇਰਾ ਬਸੀ ਤੇ ਬਨੂੜ ਵਿੱਚ ਸਾਡੀ ਬੜੀ ਜ਼ਮੀਰ ਕਲਰ ਜ਼ਮੀਨ ਹੈ ਜੀ, ਉਸ ਕਲਰ ਜ਼ਮੀਨ ਨੂੰ ਮੈਂ ਸਾਰੀ ਦੀ ਨਕਸ਼ੇ ਬਣਵਾ ਕੇ ਡੀਸੀ ਤੋਂ ਇੰਡਸਟਰੀ ਡਿਪਾਰਟਮੈਂਟ ਨੂੰ ਦਿੱਤੀ, ਤੇ ਉੱਥੇ ਮੈਂ ਕੈਮੀਕਲ ਕਾਟੇਜ ਇੰਡਸਟਰੀ ਪੰਜਾਬ ਵਿੱਚ ਲਿਆਉਣ ਵਾਸਤੇ ਬਿੱਲ ਪਾਸ ਕਰਵਾਇਆ, ਤੇ 18,500 ਕਰੋੜ ਰੁਪਏ ਦਾ ਬਜਟ ਰਖਾਇਆ ਓਕੇ ਉਸ ਵੇਲੇ। ਪਰ ਮੈਂ ਸਾਧ ਸੰਗਤ ਜੀ ਆਪ ਜੀ ਨੂੰ ਇਹ ਬੇਨਤੀ ਕਰਨਾ, ਮੈਂ ਜਿਵੇਂ ਰੇਲਵੇ ਦੀ ਗੱਲ ਕੀਤੀ, ਰੇਲਵੇ ਲਾਈਨ ਵੀ ਮੈਂ ਉਸ ਵੇਲੇ ਪੰਜਾਬ ਪਟਿਆਲਾ ਤੱਕ ਡਬਲ ਕਰਾਉਣ ਦੀ, ਫਿਰ ਮੇਰਾ ਇਸ਼ੂ ਚੁੱਕਿਆ ਹੋਇਆ ਜੇ, ਜਿਹੜਾ ਹੁਣ ਉਸ ਤੋਂ ਬਾਅਦ ਸ੍ਰੀ ਗਾਂਧੀ ਮੈਂਬਰ ਪਾਰਲੀਮੈਂਟ ਨੇ ਚੁੱਕਿਆ। ਪਰ ਮੈਨੂੰ ਅਫਸੋਸ ਹੈ ਉਹਨਾਂ ਨੇ ਵੀ ਨਾਲ ਮੇਰੇ ਡਾਕੂਮੈਂਟ ਨਹੀਂ ਲਾਏ, ਨਹੀਂ ਤਾਂ ਕੇਸ ਹੋਰ ਸੌਖਾ ਹੋ ਜਾਣਾ ਸੀ ਉਹਨਾਂ ਦਾ। ਮੈਂ ਰੇਲਵੇ ਵਿੱਚ ਔਰ ਪੰਜਾਬ ਰੇਲਵੇ ਭਾਰਤ ਦੀ ਰੇਲਵੇ ਬੋਰਡ ਵਿੱਚ ਕੇਸ ਇਹ ਪੁੱਟ ਕੀਤਾ ਸੀ ਕਿ ਪੂਰੇ ਭਾਰਤ ਵਿੱਚ ਇੱਕੋ ਇੱਕ ਸੂਬਾ ਹੈਗਾ ਜਿਹੜਾ ਰੇਲਵੇ ਰਾਹੀਂ ਆਪਣੀ ਕੈਪੀਟਲ ਨਾਲ ਨਹੀਂ ਜੁੜਿਆ ਹੋਇਆ। ਓਕੇ, ਮੁੱਦੇ ਚੁੱਕਣ ਦੇ ਤਰੀਕੇ ਹੁੰਦੇ ਨੇ ਕਿ ਪੂਰੇ ਭਾਰਤ ਦੀਆਂ ਸਾਰੀਆਂ ਕੈਪੀਟਲ ਆਪਣੀਆਂ ਸਟੇਟ ਨਾਲ ਡਾਇਰੈਕਟ ਰੇਲਵੇ ਨਾਲ ਜੁੜੀਆਂ ਨੇ ਸਿਵਾ ਪੰਜਾਬ ਤੋਂ, ਤੇ ਇਸ ਲਈ ਪੰਜਾਬ ਨੂੰ ਮੋਹਾਲੀ ਤੇ ਪਟਿਆਲਾ ਰਾਹੀਂ ਚੰਡੀਗੜ੍ਹ ਨਾਲ ਜੋੜਿਆ ਜਾਏ ਤੇ ਇਹ ਲਾਈਨ ਡਬਲ ਕੀਤੀ ਜਾਏ। ਰੇਲਵੇ ਬੋਰਡ ਵਿੱਚ ਮੈਂ ਕੇਸ ਲੈ ਕੇ ਗਿਆ, ਇਹ ਕੇਸ ਪਾਸ ਕਰਾਇਆ, ਅੱਗੇ ਅੱਗੇ ਇਹ ਵੱਧਦਾ ਗਿਆ ਜੀ, ਡਬਲ ਲਾਈਨ ਹੋਣੀ, ਇਹ ਸਾਰਾ ਕੁਝ ਅੱਗੇ ਅੱਗੇ ਵੱਧਦਾ ਗਿਆ ਜੀ। ਤੇ ਇਹ ਚੀਜ਼ਾਂ ਉਸ ਵੇਲੇ ਕਰਾਈਆਂ। ਇਤਨਾ ਹੀ ਨਹੀਂ, ਪੰਜਾਬ ਦੀਆਂ ਇੰਡਸਟਰੀ ਨੂੰ ਬੜੀ ਵੱਡੀ ਦਿੱਕਤ ਸੀ ਕਿ ISI ਮਾਰਕਾ ਜਿਹੜੇ ਬਣਦੇ ਸੀ ਉਹਦੇ ਵਾਸਤੇ ਦਿੱਲੀ ਜਾਣਾ ਪੈਂਦਾ ਸੀ। ਮੈਂ ਟੈਸਟਿੰਗ ਲੈਬੋਰਟਰੀ ਰਾਜਪੁਰੇ 'ਚ ਬਣਵਾ ਦਿੱਤੀ ਸੈਂਟਰ ਗੌਰਮੈਂਟ ਦੀ, ਤੇ ਪੰਜਾਬ ਦੀਆਂ ਜਿੰਨੀਆਂ ISI ਔਰ ISO ਮਾਰਕ ਮਿਲਨੇ ਸੀ ਉਹਦੇ ਵਾਸਤੇ ਦਿੱਲੀ ਜਾਣ ਦੀ ਲੋੜ ਨਹੀਂ, ਸਾਰੇ ਇੰਡਸਟਰੀਲਿਸਟ ਰਾਜਪੁਰੇ ਜਾ ਕੇ ਹੁਣ ਕੰਮ ਕਰਾ ਸਕਦੇ ਜਾਂ ਮੇਰੇ ਲਈ ਕੰਮ ਸ਼ੁਰੂ ਹੋਇਆ। ਰੇਡੀਓ ਸਟੇਸ਼ਨ ਪਟਿਆਲੇ ਦਾ ਦਾਸ ਨੇ ਬਣਵਾ ਕੇ ਦਿੱਤਾ, ਸਟਾਰਟ ਬਾਅਦ ਵਿੱਚ ਹੋਇਆ, ਠੀਕ ਹੈ ਨਾ ਜੀ। ਜ਼ਮੀਨ ਐਕਵਾਇਰ ਕਰਾਈ, ਪਟਿਆਲੇ ਦਾ ਮਾਸਟਰ ਪਲਾਨ ਦਾਸ ਨੇ ਬਣਵਾਇਆ, ਡਾਕਟਰ ਗੁਪਤੇ ਦੇ ਅਧੀਨ DC ਗੁਪਤਾ ਜੀ ਸੀ। ਉਸ ਵਿੱਚ ਮਾਸਟਰ ਪਲਾਨ ਵਿੱਚ ਜੁਡੀਸ਼ੀਅਲ ਇਨਕੁਆਇਰੀ ਦੀ ਜੁਡੀਸ਼ੀਅਲ ਇਮਾਰਤ ਤੇ ਮਿਨੀ ਸਕੱਤਰੇਤ ਦਾਸ ਦੇ ਕਨਸੈਪਟ ਪਾਸ ਕਰਾਏ ਹੋਏ ਨੇ। ਮੈਂ ਤਾਂ ਬੱਸ ਸਟੈਂਡ ਵੀ ਉੱਥੋਂ ਚੁੱਕ ਕੇ ਜਿਹੜੀ ਜੇਲ੍ਹ ਦੇ ਪਿੱਛੇ ਕਾਫੀ ਜ਼ਮੀਨ ਜੇ ਹੁਣ ਉੱਥੇ ਇਹਨਾਂ ਨੇ ਨਿਲਾਮ ਕਰਨੀ ਸ਼ੁਰੂ ਕੀਤੀ ਹੈ, ਮੈਂ ਮਾਸਟਰ ਪਲਾਨ ਵਿੱਚ ਪਟਿਆਲੇ ਦਾ ਬੱਸ ਸਟੈਂਡ ਇੱਥੇ ਲੈ ਕੇ ਆਇਆ ਹੋਇਆ, ਓਰੀਜਨਲੀ ਇੱਥੇ ਹੈ। ਔਰ ਪਟਿਆਲੇ ਵਿੱਚ ਮੈਂ ਰਿੰਗ ਰੋਡ ਬਣਵਾਈ ਦਿੱਲੀ ਆਕਨ ਕਿ ਪਟਿਆਲੇ 'ਚ ਹੈਵੀ ਇੰਡਸਟਰੀ ਨਹੀਂ, ਹੈਵੀ ਵਾਹੀਕਲ ਨਹੀਂ ਆਉਣੇ ਚਾਹੀਦੇ। ਪਟਿਆਲੇ ਦੇ ਚਾਰੋਂ ਪਾਸੇ ਇੱਕ ਰਿੰਗ ਰੋਡ ਬਣੀ ਹੈ, ਉਹ 3 ਹਿੱਸੇ ਤੇ ਸ਼ੁਰੂ ਹੋ ਗਏ ਜੇ, 1 ਹਿੱਸਾ ਹਾਲੇ ਤੱਕ ਵੀ ਰਹਿੰਦਾ ਹੈ। ਪੈਸੇ ਉਸ ਵੇਲੇ ਦੇ ਪਾਸ ਕੀਤੇ ਹੋਏ ਨੇ, ਔਰ ਪੈਸੇ ਮੈਂ ਇਸ ਐਕਟ ਦੇ ਤਹਿਤ ਪਾਸ ਕਰਾਏ ਨੇ, ਕਦੇ ਲੈਪਸ ਨਹੀਂ ਹੋ ਸਕਦੇ। ਓਕੇ, ਉਹ ਜਿਹੜੀ ਵੀ ਸਰਕਾਰ ਚਾਹੇ ਯੂਜ਼ ਕਰ ਸਕਦੀ ਹੈ। ਇਹ ਜਿਹੜੀਆਂ ਪਟਿਆਲੇ ਵਾਸਤੇ ਵੀ ਕੰਮ ਨੇ ਔਰ ਇਹ ਜਿਹੜੇ ਬਾਕੀ ਨੇ। ਫਿਰ ਉਸ ਤੋਂ ਇਲਾਵਾ ਮੈਨੂੰ ਪਾਰਲੀਮੈਂਟ ਨੇ ਮੇਰੇ ਕੰਮਾਂ ਦੇ ਆਧਾਰ ਤੇ, ਗਵਰਨਰ ਉਸ ਵੇਲੇ ਮਿਸਟਰ ਵਰਮਾ ਜੀ ਸੀ, ਉਹਨਾਂ ਨਾਲ ਮੈਨੂੰ ਐਡਵਾਈਜ਼ਰ ਲਾਤਾ, ਪਾਰਲੀਮੈਂਟਰੀ ਐਡਵਾਈਜ਼ਰ। ਤੇ ਹੁਣ ਗਵਰਨਰ ਦੀ ਮੇਰੀ ਗੱਲ ਸੁਣਨੀ ਲਾਜ਼ਮੀ ਹੋ ਗਈ। ਉਸ ਵੇਲੇ ਪੰਜਾਬ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਸੀ। ਮੈਂ ਪੰਜਾਬ ਦੇ ਕਿਸਾਨਾਂ ਦੇ 325 ਕਰੋੜ ਰੁਪਏ ਦੇ ਲਗਭਗ ਉਸ ਵੇਲੇ ਸਾਰੇ ਕੋਆਪਰੇਟਿਵ ਔਰ ਸਹਿਕਾਰੀ ਕਰਜ਼ੇ ਮਾਫ ਕਰਵਾਏ। ਓਕੇ, ਵਰਮਾ ਜੀ ਕੋਲੋਂ ਸਭ ਤੋਂ ਪਹਿਲੇ ਕਰਜ਼ੇ ਪੰਜਾਬ ਵਿੱਚ ਮਾਫ ਕਰਵਾਉਣ ਵਾਲਾ ਦਾਸ ਜੀ। ਅੱਛਾ ਜੀ, ਕਿਸਾਨਾਂ ਦੇ। ਹਾਂਜੀ, ਤੇ ਜਿਹੜੀ ਆ ਟ੍ਰੇਨ ਚੱਲੀ ਹੈ ਦਿੱਲੀ ਤੱਕ, ਇਹ ਵੀ ਦਾਸ ਦਾ ਦੇ ਹਿੱਸਾ ਜੇ। ਪਹਿਲਾਂ ਮੂਰੀ ਐਕਸਪ੍ਰੈਸ ਚੱਲਦੀ ਸੀ ਵਾਇਆ ਪਟਿਆਲਾ, ਉਹ ਬੰਦ ਕਰ ਦਿੱਤੀ ਗਈ।
ਫਿਰ ਮੈਂ ਅੰਦਰ ਪੁੱਟ ਕੀਤਾ, ਮੈਂ ਕਿਹਾ ਜੀ ਇਹ ਦਾਦਰ ਅੰਮ੍ਰਿਤਸਰ ਨੂੰ ਵਾਇਆ ਪਟਿਆਲਾ ਕਰੋ ਤੇ ਪਟਿਆਲਾ ਨੂੰ ਹੀ ਇਹ ਸਿੱਧੀ ਰਾਜਧਾਨੀ ਨਾਲ ਜੋੜਨ ਵਾਸਤੇ ਇਹ ਟ੍ਰੇਨ ਜੋੜੋ ਜੀ। ਤੇ ਉਹ ਮੇਰੀ ਮੰਗ ਆ ਸੀ ਕਿ ਸ਼ਤਾਬਦੀ ਸ਼ੁਰੂ ਕੀਤੀ ਜਾਏ। ਸ਼ਤਾਬਦੀ ਉਸ ਵੇਲੇ ਔਨ ਰਿਕਾਰਡ ਆ ਰੇਲਵੇ ਬੋਰਡ ਦੇ 11 ਦਿਨ ਇਹਨਾਂ ਨੇ ਸ਼ਟਲ ਟ੍ਰੇਨ ਚਲਾ ਕੇ ਦੇਖੀ, ਪਰ ਇਹਨਾਂ ਨੂੰ ਸ਼ਤਾਬਦੀ ਵਾਸਤੇ ਸਵਾਰੀਆਂ ਨਹੀਂ ਮਿਲੀਆਂ ਜੀ, ਕਿਉਂਕਿ ਕਿਰਾਇਆ ਜ਼ਿਆਦਾ ਸੀ। ਉਸ ਕਰਕੇ ਫਿਰ ਆ ਇੰਟਰਸਿਟੀ ਤੇ ਇੰਟਰਸਿਟੀ ਦੇ ਵਿੱਚ ਫਿਰ ਬੋਗੀਆਂ ਏਸੀ ਦੀਆਂ ਲਾਈਆਂ ਗਈਆਂ। ਵੀ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ। ਮੈਨੂੰ ਲੱਗਦਾ ਵੀ ਜੇ ਆਪਾਂ ਹੋਰ 10 ਮਿੰਟ ਲਾ ਲੈਂਦੇ ਤੇ ਕੰਮ ਤਾਂ ਹਲੇ ਹੋਰ ਵੀ ਜੇ ਕੰਮ ਤੁਹਾਡੇ ਕੰਮ ਤਾਂ ਹੋਰ ਵੀ ਹੋਰ ਬੜੇ ਆ ਜਾਂਦੇ। ਮੈਂ ਖਾੜਕੂ ਪਰਿਵਾਰ ਬੜੇ ਐਡਜਸਟ ਕਰਾਏ, ਮੈਂ ਖਾੜਕੂਆਂ ਦੀਆਂ ਸਿੰਘਣੀਆਂ ਨੂੰ ਬੜੀਆਂ ਨੌਕਰੀਆਂ ਦਵਾਈਆਂ। ਮੇਰੇ ਕੰਮ ਹਲੇ ਹੋਰ ਵੀ ਬੜੇ ਜੇ। ਮੈਂ ਉਹਨਾਂ ਨੂੰ ਮਕਾਨ ਬਣਵਾ ਕੇ ਦਿੱਤੇ, ਆਪਣੇ ਖਰਚੇ ਤੇ ਮਕਾਨ ਬਣਵਾ ਕੇ ਦਿੱਤੇ। ਮੈਂ ਜਿਹੜੇ ਖਾੜਕੂ ਸ਼ਹੀਦ ਹੋ ਗਏ ਸੀ ਉਹਨਾਂ ਦੇ ਭਰਾਵਾਂ ਨੂੰ ਆਪ ਟੈਕਸੀਆਂ, ਮੇਰੇ ਕੋਲ ਕਾਰ ਨਹੀਂ ਸੀ ਔਰ ਉਹਨਾਂ ਦੇ ਟੈਕਸੀ ਦੇ ਲੋਨ ਮੈਂ ਪੂਰੇ ਕੀਤੇ ਨੇ। ਮੇਰੇ ਕੋਲ ਔਨ ਰਿਕਾਰਡ ਆ ਸਾਰੀਆਂ। ਓਕੇ, ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਆਪਣੇ ਕੰਮ ਗਣਾਇਆ। ਦਰਸ਼ਕੋ, ਇਹ ਸਵਾਲ ਤਾਂ ਪੁੱਛਣੇ ਬੜੇ ਜ਼ਰੂਰੀ ਸਨ ਕਿਉਂਕਿ ਕੁਝ ਵੀਰਾਂ ਵੱਲੋਂ ਸਾਡੀ ਵੀਡੀਓ ਦੇ ਹੇਠਾਂ ਜਿਹੜੇ ਕਮੈਂਟਸ ਆ ਰਹੇ ਸਨ ਔਰ ਕਈ ਪਰਸਨਲ ਕਾਲ ਕਰਕੇ ਕਹਿ ਰਹੇ ਸਨ ਕਿ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਵੀ ਐਕਸ ਮੈਂਬਰ ਆਫ ਪਾਰਲੀਮੈਂਟ। ਮੈਂ 1 ਮਿੰਟ ਲੈ ਸਕਦਾ ਜੀ, ਤੁਸੀਂ ਲੈ ਸਕਦੇ ਹੋ। ਵੀਰ ਮਖੂ ਜੀ, ਕਈ ਲੋਕਾਂ ਨੇ ਫਿਰ ਕਮੈਂਟਸ ਔਰ ਉਸ ਬੜੇ ਸਖਤ ਪੁੱਛਣੇ ਜੀ, ਆਪੇ ਹੀ ਬੋਲੀ ਜਾਂਦਾ। ਮੈਂ ਆਨਲਾਈਨ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਮੇਰੀ ਵੈਬਸਾਈਟ atinderpalsingh.com ਤੇ ਸਾਰਿਆਂ ਦੇ ਵਿਦ ਰਿਕਾਰਡ ਤੇ ਭਾਰਤ ਸਰਕਾਰ ਦੇ ਮੈਮੋ ਨੰਬਰ ਤੇ ਗਜਟ ਨੰਬਰ ਸਮੇਤ ਪਈ ਜੇ ਕਾਰਵਾਈ। ਜੇ ਉਸ ਤੇ ਵੀ ਤੁਹਾਨੂੰ ਯਕੀਨ ਨਹੀਂ ਹੈਗਾ ਤੇ ਇੱਕ RTI ਪਾ ਕੇ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਤੇ ਡਿਸਟ੍ਰਿਕਟ ਪਟਿਆਲਾ ਦੇ DC ਨੂੰ ਕਿ ਬਈ ਇਹ ਕੰਮ ਕਦੇ ਪਾਸ ਹੋਏ ਸੀ, ਇੱਕ RTI ਪਾ ਕੇ ਪੁੱਛ ਸਕਦੇ ਹੋ। ਯਕੀਨ ਨਾ ਕਰੋ, ਥੋੜਾ ਜੀ ਮਿਹਨਤ ਆਪ ਹੀ ਕਰ ਲਿਆ ਕਰੋ, ਪਰ ਕਮੈਂਟ ਖਿਲਾਫ ਲਿਖਣ ਤੋਂ ਪਹਿਲਾਂ ਇਹ ਤਰਦੀਦ ਜ਼ਰੂਰ ਕਰ ਲਿਆ ਜੇ ਤੁਹਾਡੇ ਕੋਲ ਕੋਈ ਗਲਤ ਗੱਲ ਆਂਦੀ ਹੈ ਫਿਰ ਕਮੈਂਟ ਦਿਓ। ਜੇ ਹਮਾਇਤ ਨਹੀਂ ਕਰ ਸਕਦੇ ਤੇ ਝੂਠੇ ਵਿਰੋਧ ਨਾ ਕਰੋ। ਜੀ, ਬਿਲਕੁਲ ਜੀ, ਤੁਸੀਂ ਬਹੁਤ ਸੋਹਣੇ ਢੰਗ ਦੇ ਵਿੱਚ ਗੱਲ ਕੀਤੀ। ਸੋ ਦਰਸ਼ਕੋ, ਉਹ ਫਿਰ ਸਾਨੂੰ ਕੋਈ ਵੀ ਵੀਰ ਵੱਲੋਂ ਕਮੈਂਟਸ ਆਉਂਦਾ ਆ ਜਾਂ ਕੋਈ ਸਾਨੂੰ ਸੁਝਾਅ ਦਿੰਦੇ ਨੇ, ਸਾਨੂੰ ਉਹ ਸੁਝਾਅ ਲੈਣਾ ਪੈਂਦਾ ਆ। ਜਦੋਂ ਅਸੀਂ ਸੁਝਾਅ ਲੈਂਦੇ ਹਾਂ ਤੇ ਉਹ ਸਵਾਲ ਲੈ ਕੇ, ਮੈਂ ਤੁਹਾਡੇ ਸਵਾਲ ਲੈ ਕੇ ਅਤਿੰਦਰਪਾਲ ਸਿੰਘ ਖਾਲਿਸਤਾਨੀ ਕੋਲ ਪਹੁੰਚਦਾ ਮੈਂ ਕਹਿੰਦਾ ਕਿ ਬਹੁਤ ਵੱਡੀ ਗੱਲ ਹੈ ਕਿ ਸਾਡੇ ਇੱਕ ਸਵਾਲ ਦਾ ਜਵਾਬ ਦਿੰਦੇ ਨੇ ਵੀ ਤੁਹਾਡੇ ਕੋਲ ਸਵਾਲ ਕਿਹੜੇ ਆਏ ਨੇ, ਪਹਿਲਾਂ ਮਖੂ ਜੀ ਉਹ ਸਵਾਲ ਦੱਸੋ ਤੇ ਆਪਾਂ ਉਹਨਾਂ ਦੇ ਜਵਾਬ ਦਿੰਦੇ ਹਾਂ। ਤੇ ਦਰਸ਼ਕੋ, ਅੱਜ ਤੋਂ ਅਸੀਂ ਇੱਕ ਨਵਾਂ ਕੰਮ ਸ਼ੁਰੂ ਕਰਨ ਜਾ ਰਹੇ ਹਾਂ ਕਿ ਤੁਹਾਡਾ ਕੋਈ ਵੀ ਸਵਾਲ ਹੈ, ਕਿਰਪਾ ਕਰਕੇ ਤੁਸੀਂ ਇੱਕ ਛੋਟੀ ਜੀ ਵੀਡੀਓ ਬਣਾ ਕੇ 9815971015 ਨੰਬਰ ਦੇ ਉੱਪਰ ਕਿਰਪਾ ਕਰਕੇ ਆਪਣੇ ਇੱਕ ਛੋਟੀ ਵੀਡੀਓ ਬਣਾ ਕੇ ਜਿਹਦੇ ਵਿੱਚ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਸਰਦਾਰ ਅਤਿੰਦਰਪਾਲ ਸਿੰਘ ਖਾਲਿਸਤਾਨੀ ਜੀ ਦੀ ਕੋਲੋਂ, ਤੇ ਉਹ ਵੀਡੀਓ ਸਾਨੂੰ ਭੇਜ ਸਕਦੇ ਹੋ ਤਾਂ ਕਿ ਅਸੀਂ ਆਪਣੀ ਜਿਹੜੀ ਅਗਲੀ ਵੀਡੀਓ ਤਿਆਰ ਕਰਾਂਗੇ ਉਹਦੇ ਵਿੱਚ ਤੁਹਾਡਾ ਸਵਾਲ ਪਹਿਲਾਂ ਦੱਸਿਆ ਜਾਏਗਾ ਤੇ ਫਿਰ ਉਹਦੇ ਜਵਾਬ ਅੱਗੇ ਦਿੱਤੇ ਜਾਣਗੇ। ਕਿਉਂਕਿ ਅਸੀਂ ਸੋਚਦੇ ਹਾਂ ਕੌਮ ਨੂੰ ਕੁਝ ਨਾ ਕੁਝ ਮਿਲੇ, ਸਮਾਜ ਨੂੰ ਕੁਝ ਨਾ ਕੁਝ ਮਿਲੇ। ਤੇ ਅਤਿੰਦਰਪਾਲ ਸਿੰਘ ਖਾਲਿਸਤਾਨੀ ਕਹਿੰਦੇ ਆ ਕਿ ਜੇ ਕੌਮ ਜਾਂ ਸਮਾਜ ਨੂੰ ਸਾਡੀਆਂ ਵਿਚਾਰਾਂ ਵਿੱਚੋਂ ਕੁਝ ਲੱਭਦਾ ਤੇ ਕਹਿੰਦੇ ਮੈਂ ਦਿਨ ਰਾਤ ਇੱਕ ਕਰਨ ਨੂੰ ਤਿਆਰ ਹਾਂ। ਸੋ ਕਿਰਪਾ ਕਰਕੇ ਆਪਣੀ ਵੀਡੀਓ ਬਣਾਉਣੀ ਨਾ ਭੁੱਲਣਾ। ਆਪਣੀ ਵੀਡੀਓ ਬਣਾ ਕੇ 9815971015 ਨੰਬਰ ਦੇ ਉੱਪਰ ਕਿਰਪਾ ਕਰਕੇ ਤੁਸੀਂ ਆਪਣੀ ਸਵਾਲ ਆਪਣੀ ਵੀਡੀਓ ਬਣਾ ਕੇ ਸੈਂਡ ਕਰੋ ਤਾਂ ਕਿ ਤੁਹਾਡੀ ਵੀਡੀਓ ਦਿਖਾਉਣ ਤੋਂ ਬਾਅਦ ਅਸੀਂ ਉਹ ਪੂਰਾ ਜਿਹੜਾ ਮੈਟਰ ਹੈ ਉਹਦੇ ਵਿੱਚ ਲਵਾਂਗੇ ਤੇ ਮਾਮਲਾ ਕੋਈ ਵੀ ਹੋਵੇ ਸੁਲਝਾਉਣ ਦਾ ਯਤਨ ਕਰਾਂਗੇ। ਤੁਹਾਡੀ ਵੀਡੀਓ ਵੀ ਦਿਖਾਵਾਂਗੇ ਕਲਿੱਪ ਜੀ, ਤੁਹਾਡੀ ਵੀਡੀਓ ਪਹਿਲਾਂ ਦਿਖਾਈ ਜਾਵੇਗੀ, ਉਸ ਤੋਂ ਬਾਅਦ ਨਾਲ ਦੀ ਨਾਲ ਹੀ ਅਸੀਂ ਉਹ ਸਾਰਾ ਮਾਮਲਾ ਜਿਹੜਾ ਉਹ ਲੈ ਲਵਾਂਗੇ। ਸੋ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।